ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੀ ਸੇਵਾ ਸਭ ਤੋਂ ਵੱਡੀ ਸੇਵਾ। ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਖਸ਼ਿਆ ਹੋਇਆ ਮਾਣ ਤੇ ਐਡੀ ਦਿੱਤੀ ਹੋਈ ਹਿੰਮਤ ਤੇ ਦਾ ਬਖਸ਼ੀ ਹੋਈ ਦਾਤ ਨੇ ਨਾਲ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ। ਅਕਸਰ ਤੁਹਾਨੂੰ ਸਾਰਿਆਂ ਨੂੰ ਜਾਣਕਾਰੀਆਂ ਸਾਡੇ ਜਿਹੜੇ ਪਰਿਵਾਰਕ ਮੈਂਬਰ ਸਾਡੇ ਕੋਲ ਇੱਥੇ ਰਹਿ ਰਹੇ ਆ ਉਹਨਾਂ ਤੋਂ ਬਿਨਾਂ ਜਿਹੜੇ ਸਾਡੇ ਕੋਲ ਨਹੀਂ ਰਹਿ ਰਹੇ ਪਰਿਵਾਰਕ ਮੈਂਬਰ ਉਹਨਾਂ ਨੂੰ ਵੀ ਹਰ ਟਾਈਮ ਜਾਣਕਾਰੀਆਂ ਉਹਨਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਆ। ਜੋ ਵੀ ਸਾਡੇ ਪਰਿਵਾਰ ਦੇ ਵਿੱਚ ਹੁੰਦਾ ਉਹਦੇ ਬਾਰੇ 'ਚ ਅਸੀਂ ਬਿਆਨ ਕਰਦੇ ਰਹਿੰਦੇ ਆ। ਤੇ ਜੇ ਕਿਸੇ ਵੀਰ ਜਾਂ ਭੈਣ ਨੂੰ ਕਈ ਵਾਰੀ ਕੋਈ ਚੀਜ਼ ਨਹੀਂ ਪਤਾ ਲੱਗਦੀ ਜਾਂ ਅਪਡੇਟ ਨਹੀਂ ਕਰ ਪਾਉਂਦੇ ਤਾਂ ਉਹਦਾ ਦਿਲ ਦੇ ਵਿੱਚ ਕਿਤੇ ਨਾ ਕਿਤੇ ਗੱਲ ਕਸਕ ਰਹਿੰਦੀ ਆ ਵੀ ਜ਼ਰੂਰ ਦੱਸਿਆ ਜਾਵੇ। ਤੇ ਅੱਜ ਇਹ ਅਸੀਂ ਸ਼ੁਰੂਆਤ ਜਿਵੇਂ ਅੱਗੇ ਵੀ ਕਰੀ ਹੋਈ ਆ, ਕਿਤੇ ਈਵਨਿੰਗ ਕਿਤੇ ਮਾਰਨਿੰਗ ਦੇ ਵਿੱਚ ਅਸੀਂ ਤੁਹਾਡੇ ਨਾਲ ਕਿਤੇ ਆਫਟਰਨੂਨ ਦੇ ਟਾਈਮ 'ਚ ਇੱਥੋਂ ਲਾਈਵ ਹੁੰਦੇ ਰਹਿੰਦੇ ਹਾਂ, ਜਿੱਥੇ ਸਾਡੇ 112 ਪਰਿਵਾਰਕ ਮੈਂਬਰ ਸਾਡੇ ਨਾਲ ਰਹਿੰਦੇ ਨੇ, ਜਿੱਥੇ ਨਵੇਂ ਮੈਂਬਰ ਜੁੜਦੇ ਜਾਂਦੇ ਤੇ ਪੁਰਾਣੇ ਆਪੋ ਆਪਣੇ ਘਰਾਂ ਦੇ ਵਿੱਚ ਤੇ ਪੁਰਾਣਿਆਂ ਦੇ ਘਰੇ ਜਾਣਾ ਠੀਕ ਹੋਣਾ ਤੇ ਉਹਨਾਂ ਨੂੰ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਜਾਣ ਦਾ ਜਿਹੜਾ ਇਹ ਸੱਚੇ ਪਾਤਸ਼ਾਹ ਵੱਲੋਂ ਰਸਤਾ ਤੈਅ ਕੀਤਾ ਹੋਇਆ ਜਿਹੜਾ ਉਹਨਾਂ ਦਾ ਹਰੇਕ ਬੰਦੇ ਦਾ ਉਹਦੇ ਤੇ ਚੱਲੀ ਜਾਂਦੇ ਆ। ਇੱਕ ਦਿਨ ਅਸੀਂ ਵੀ ਤੁਰ ਜਾਣਾ। ਬਸ ਕੋਸ਼ਿਸ਼ ਇਹੀ ਆ ਵੀ ਜਿੰਨੇ ਵੀ ਸਵਾਸ ਅਕਾਲ ਪੁਰਖ ਵਾਹਿਗੁਰੂ ਨੇ ਲਿਖੇ ਆ ਇੱਦਾਂ ਹੀ ਸੇਵਾ ਕਰਦੇ ਰਹੀਏ। ਸੱਚੇ ਪਾਤਸ਼ਾਹ ਮਿਹਰ ਕਰਨ ਜੀ। ਬਾਈ ਜੀ ਕਰਦੇ ਆ ਫਿਰ ਬਾਅਦ ਥੋੜਾ ਰੁਕੇ। ਹਾਂਜੀ ਤੇ ਉਹਨਾਂ ਦੀ ਦਿੱਤੀ ਹੋਈ ਇਹੀ ਇੱਕ ਬੜੀ ਵੱਡੀ ਸੇਵਾ ਵਾ ਜਿਹੜੀ ਉਹ ਆਪਣੇ ਹੱਥਾਂ ਸਾਡੇ ਇਹਨਾਂ ਹੱਥਾਂ ਤੋਂ ਕਲਯੁਗੀ ਸਰੀਰ ਦੇ ਹੱਥਾਂ ਤੋਂ ਲਈ ਜਾ ਰਹੇ ਨੇ ਤੇ ਤੁਹਾਡੀਆਂ ਅਰਦਾਸਾਂ ਤੇ ਦੁਆਵਾਂ ਦੇ ਨਾਲ ਅਸੀਂ ਕਰੀ ਜਾਂਦੇ ਹਾਂ। ਤੇ ਜੇ ਕਿਸੇ ਨੂੰ ਕੋਈ ਚੀਜ਼ ਚੰਗੀ ਨਾ ਲੱਗੇ ਪਲੀਜ਼ ਬੇਨਤੀ ਆ ਆਪਣੇ ਛੋਟੇ ਭਰਾ ਆਪਣੇ ਬੱਚੇ ਆਪਣੇ ਵੱਡੇ ਭਰਾ ਆਪਣਾ ਕੋਈ ਵੀ ਰਿਸ਼ਤਾ ਜੋੜ ਕੇ ਜਿਹੜਾ ਸਾਡੇ ਨਾਲ ਤੁਸੀਂ ਜੋੜ ਸਕਦੇ ਹੋ ਤਾਂ ਪਲੀਜ਼ ਸਾਨੂੰ ਸੁਜੈਸਟ ਕਰਿਆ ਕਰੋ। ਫੋਨ ਕਰਕੇ ਤੁਸੀਂ ਸਾਨੂੰ ਸਮਝਾ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਵੀ ਕਾਕਾ ਜੀ ਤੁਸੀਂ ਇੱਥੇ ਗਲਤ ਸੀ। ਤੁਸੀਂ ਸਾਨੂੰ ਇਸ ਚੀਜ਼ ਦੀ ਪ੍ਰੇਰਨਾ ਦੇ ਸਕਦੇ ਹੋ ਵੀ ਅਸੀਂ ਕਿੱਦਾਂ ਇਹ ਸੇਵਾ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਤੇ ਜਿੰਨੀ ਕਿ ਸਾਨੂੰ ਔਕਾਤ ਤੇ ਸਮੱਤ ਬਖਸ਼ੀ ਅਕਾਲ ਪੁਰਖ ਵਾਹਿਗੁਰੂ ਨੇ ਅਸੀਂ ਉਹਦੇ ਮੁਤਾਬਕ ਕਰਦੇ ਰਹਿੰਦੇ ਹਾਂ ਤੇ ਤੁਹਾਡੇ ਤੱਕ ਵੀ ਹਰ ਚੀਜ਼ ਪਹੁੰਚਾਉਂਦੇ ਰਹਿੰਦੇ ਹਾਂ। ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੇ ਅੱਜ ਦੀ ਡੇਟ ਤੱਕ ਤਾਂ ਹਜੇ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਵੀ ਇਹਨਾਂ ਕਲਯੁਗੀ ਇਨਸਾਨਾਂ ਤੋਂ ਕਲਯੁਗੀ ਦਿਮਾਗਾਂ ਤੋਂ ਬੜਾ ਚੰਗਾ ਸਤਿਯੁਗੀ ਕੰਮ ਲੈ ਰਹੇ ਨੇ ਅਕਾਲ ਪੁਰਖ ਵਾਹਿਗੁਰੂ। ਤੇ ਇੱਦਾਂ ਹੀ ਲੈਂਦੇ ਰਹਿਣ ਸੱਚੇ ਪਾਤਸ਼ਾਹ ਕਾਰਜ ਸਾਡੇ ਹੱਥੋਂ ਇੱਦਾਂ ਹੀ ਕਾਰਜ ਹੁੰਦੇ ਰਹਿਣ, ਸਾਡੇ ਸਰੀਰ ਇੱਦਾਂ ਹੀ ਚੰਗੇ ਕਾਰਜਾਂ ਦੇ ਵਿੱਚ ਵਰ ਜਾਂਦੇ ਰਹਿਣ। ਇਹ ਸਾਡੇ ਪਰਿਵਾਰਕ ਮੈਂਬਰ ਆ। ਹਾਂਜੀ ਅਮਰਨਾਥ ਜੀ ਕੈਸੇ ਹੋ? ਠੀਕ ਹੋ ਸਤੀਸ਼ ਜੀ? ਕੀ ਕਹਿੰਦੇ ਡਾਕਟਰ? ਹੁਣ ਇੱਕ ਲੱਤ ਕੱਟੀ ਹੋਈ ਵੀਰ ਦੀ, ਦੂਸਰੀ ਲੱਤ ਕਈ ਥਾਵਾਂ ਤੋਂ ਟੁੱਟੀ ਹੋਈ ਸੀ ਤੇ ਕੁਛ ਚੰਗੇ ਵੀਰਾਂ ਦੇ ਚੰਗੇ ਉਪਰਾਲੇ ਦੇ ਸਦਕਾ ਵੀਰ ਸਾਡੇ ਕੋਲੇ ਪਹੁੰਚਿਆ ਤੇ ਹਜੇ ਇਲਾਜ ਦੇ ਦੌਰਾਨ ਚੱਲ ਰਿਹਾ ਜੀ ਇਹਦਾ ਇਲਾਜ। ਤੁਹਾਡੀਆਂ ਅਰਦਾਸਾਂ ਦੇ ਦੁਆਵਾਂ ਦੀ ਜ਼ਰੂਰਤ ਆ ਤੇ ਆ ਉਹਨਾਂ ਭੈਣਾਂ ਭਰਾਵਾਂ ਵੱਲੋਂ ਭੇਜੇ ਹੋਏ ਕੱਪੜੇ ਰਾਸ਼ਨ ਜਾਂ ਬਿਲਡਿੰਗ ਮਟੀਰੀਅਲ ਦੇ ਨਾਲ ਚੱਲਦੀ ਸੇਵਾ ਵਾ। ਤੇ ਆ ਸਾਰੇ ਤੁਸੀਂ ਦੇਖਦੇ ਹੋ ਬੋਰਿਆਂ ਦੇ ਵਿੱਚ ਪਏ ਸਮਾਨ ਕੱਪੜੇ। ਆ ਦੇਖੋ ਕਿੱਦਾਂ ਜੈਂਟਸ ਤਾਂ ਜਾ ਕੇ ਬੱਚਿਆਂ ਨੇ ਸਕੂਲ ਦੇ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਇਕੱਠਾ ਕਰਕੇ ਸਮਾਨ ਸਕੂਲ ਇਕੱਠਾ ਕਰਕੇ ਸਾਡੇ ਕੋਲੇ ਭੇਜਿਆ। ਤੇ ਇੱਦਾਂ ਹੀ ਸਾਡੇ ਜਿੰਨੇ ਕਿ ਸਾਡੇ ਕੋਲੇ ਪ੍ਰਬੰਧ ਨੇ ਉਹਨਾਂ ਦੇ ਮੁਤਾਬਕ ਅਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਵਧੀਆ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜੀ। ਇਹ ਸਾਡੇ ਆਹ ਪੇਟੀਆਂ ਵਾ ਵੀਰ ਹੁਣੀ ਸਾਡੇ ਪਹੁੰਚਦੇ ਕਰਕੇ ਗਏ ਘਮਾਣਾ ਤੋਂ ਆ ਸਾਡਾ ਛੋਟਾ ਵੀਰ ਗਿੱਕਾ ਉਹਨਾਂ ਦੀ ਟੀਮ ਵੱਲੋਂ ਭੇਜੀਆਂ ਗਈਆਂ 5-6 ਪੇਟੀਆਂ। ਕੁਛ ਹੋਰ ਵੀਰਾਂ ਭੈਣਾਂ ਵੱਲੋਂ ਭੇਜੀਆਂ ਗਈਆਂ ਪੇਟੀਆਂ ਤੇ ਸਾਡੇ ਰੱਬੋਂ ਪਿੰਡ ਤੋਂ ਸੰਗਤ ਆਉਂਦੀ ਹੈ ਵੀਰ ਉਹਨਾਂ ਨੇ ਵੀ ਕੁਛ ਪੇਟੀਆਂ ਦੇ ਬਿਸਤਰੇ ਸਾਡੇ ਕੋਲੇ ਭੇਜੇ। ਤੇ ਇੱਦਾਂ ਹੀ ਸੰਗਤ ਦੇ ਸਹਿਯੋਗ ਦੇ ਨਾਲ ਚੱਲੀ ਜਾਂਦਾ ਵਾ ਸਿਸਟਮ ਸਾਰਾ। ਤੇ ਇਹ ਬਾਪੂ ਵੀ ਬੈਠੇ ਸਾਡੇ ਤੇ ਇਹ ਕੈਲਪੁਰਾ ਪਿੰਡ ਤੋਂ ਬਾਪੂ ਦੇ ਬੈਠਣੇ ਤੋਂ ਤੁਹਾਨੂੰ ਦੱਸਦਾ ਬਾਪੂ ਜੀ ਬਹੁਤ ਤਕਲੀਫ 'ਚ ਰਹੇ ਨੇ। ਟੋਇਲਟ ਵਾਲੀ ਜਗ੍ਹਾ ਤੇ ਬਾਪੂ ਦੇ ਬਹੁਤ ਵੱਡਾ ਜ਼ਖਮ ਹੋ ਗਿਆ ਸੀ, ਕੀੜੇ ਪੈ ਗਏ ਸੀ ਵਿੱਚ, ਪਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਵਰਗੇ ਕਲਯੁਗੀਆਂ ਤੋਂ ਸੇਵਾ ਲਈ ਅੱਜ ਬਾਪੂ ਜੀ ਬਹਿਣ ਯੋਗ ਹੋ ਚੱਲੇ ਆ, ਠੀਕ ਹੋ ਚੱਲੇ। ਬਾਪੂ ਜੀ ਕਿਵੇਂ ਆ ਹੁਣ? ਠੀਕ ਹੈ ਜੀ। ਹਾਂ ਰੋਣਾ ਨਹੀਂ ਬਾਪੂ, ਰੋਇਆ ਨਾ ਕਰੋ, ਤੁਸੀਂ ਖੁਸ਼ ਰਿਹਾ ਕਰੋ, ਖੁਸ਼ ਰਿਹਾ ਕਰੋ। ਇਹ ਵਾਹਿਗੁਰੂ ਦੀ ਫੇਰ ਕਰਦੇ ਹੋ ਬਸ, ਹੋਰ ਤਾਂ ਗੱਲ ਕੋਈ ਨਹੀਂ। ਬਸ ਜੇ ਉਸ ਵਾਹਿਗੁਰੂ ਨੇ ਤਕਲੀਫ ਦਿੱਤੀ ਆ ਤਾਂ ਉਹਦਾ ਤਕਲੀਫ ਦਾ ਜਿਹੜਾ ਹਾਂਜੀ ਉਹ ਵੀ ਬਹੁਤ ਤੁਸੀਂ ਸਾਂਭ ਲਿਆ ਜੀ। ਅਸੀਂ ਸਾਂਭਿਆ, ਉਹਨੇ ਸਾਂਭਿਆ, ਉਹ ਕਲੰਗੀਆਂ ਵਾਲੇ ਨੇ, ਉਸ ਗੁਰੂ ਨਾਨਕ ਪਾਤਸ਼ਾਹ ਨੇ ਉਹਨੇ ਕਰਿਆ। ਬਾਪੂ ਸਾਡੀ ਇੰਨੀ ਔਕਾਤ ਹੀ ਨਹੀਂ ਸੀਗੀ, ਅਸੀਂ ਤਾਂ ਖੁਦ ਕੀੜੇ ਸੀਗੇ। ਮਹਾਰਾਜ ਨੇ ਸਾਡੇ ਕੀੜਿਆਂ ਨੂੰ ਚੰਗੇ ਥਾਂ ਪਹੁੰਚਦਾ ਕੀਤਾ, ਚੰਗੀਆਂ ਥਾਵਾਂ ਤੇ। ਦਰਸ਼ੂ ਤਾਂ ਨੂੰ ਕਰ ਮੂੰਹ, ਤਾਂ ਨੂੰ ਕਰ ਹੋਰ ਮੂੰਹ
ਸਿੱਧਾ ਝਾਕਦਾ ਨੂੰ ਫੋਟੋ ਖਿੱਚਣੀ ਤੇਰੀ ਉੱਪਰ ਨੂੰ ਝਾਕ ਮਾੜਾ ਜਾ। ਹਾਂ ਇਹ ਆ ਜੀ ਦਰਸ਼ੂ ਵੀਰ ਨੂੰ ਤੇਰਾ ਆਸਰਾ ਹੀ ਆ ਬਈ। ਓਏ ਆਸਰਾ ਉਹਦਾ ਕਲੰਗੀਆਂ ਵਾਲੇ ਦਾ ਜਿਹਦਾ ਵਾਸ ਤੇਰੇ ਪਿੰਡ 'ਚ ਸੀ ਬਾਪੂ ਮਹਿਤੀਆਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਜਿੱਥੇ ਉਹ ਕੋਈ ਵੀ ਬਾਤ ਪੁੱਛਦਾ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਇੱਥੇ ਸਾਡੇ ਕਲੰਗੀਆਂ ਵਾਲੇ ਨੇ ਆ ਕੇ ਵਾਸ ਕੀਤਾ। ਉਸ ਪਿੰਡ 'ਚ ਵੀਰ ਅੱਧਾ ਮੱਚਿਆ ਹੋਇਆ ਅੱਖਾਂ ਤੋਂ ਅੰਨਾ ਵੀਰ ਜ਼ਿੰਦਗੀ ਕੱਟ ਰਿਹਾ ਸੀ ਤੇ ਅੱਜ ਤੁਹਾਡੇ ਸਾਹਮਣੇ ਬੈਠਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਤੇ ਦਰਸ਼ੂ ਫਿਰ ਵੀਰੇ ਤਾਂ ਨੂੰ ਕਰੀ ਮੂੰਹ ਥੋੜਾ ਹੋਰ। ਹਾਂ ਅੱਖਾਂ ਖੋਲੀ ਦੇਖ ਲਓ ਜੀ ਫੇਸ। ਇਹ ਲੱਖੇ ਵਾਲੇ ਮੈਂ ਵੀਰਾਂ ਭੈਣਾਂ ਨੂੰ ਜਿਹੜੇ ਵੀਰਾਂ ਨੇ ਸਾਡੇ ਨਾਲ ਸਹਿਯੋਗ ਵੀ ਦਿੱਤਾ, ਕੁਛ ਵੀਰਾਂ ਨੇ ਤੇ ਕੁਛ ਵੀਰਾਂ ਦੇ ਬਾਹਰੋਂ ਵੀ ਫੋਨ ਆਏ, ਉਹਨਾਂ ਨੇ ਵੀ ਹਰਪ੍ਰੀਤ ਹੋਣੀ ਆ ਵੀਰ ਸਾਡੇ ਹੋਰ, ਉਹਨਾਂ ਨੇ ਵੀ ਸਾਨੂੰ ਹੌਸਲਾ ਵੀ ਦਿੱਤਾ ਵੀ ਬਾਪੂ ਜੀ ਦੇ ਨਾਲ ਅਸੀਂ ਖੜੇ ਹਾਂ, ਤੁਸੀਂ ਸਾਡੇ ਪਿੰਡ ਦੇ ਵਿੱਚੋਂ ਬਜ਼ੁਰਗ ਨੂੰ ਲੈ ਕੇ ਆਏ ਹੋ। ਤੇ ਕੁਛ ਵੀਰਾਂ ਨੂੰ ਚੰਗਾ ਵੀ ਨਹੀਂ ਲੱਗਿਆ ਹੋਊਗਾ ਸ਼ਾਇਦ, ਤੇ ਪਰ ਬੇਨਤੀ ਕਰਦੇ ਆ ਬਾਪੂ ਦਰਸ਼ੂ ਬਿਲਕੁਲ ਠੀਕ ਆ। ਅਰਦਾਸ ਕਰਿਓ ਵਾਹਿਗੁਰੂ ਅੱਗੇ ਵੀ ਇਹ ਦਰਸ਼ੂ ਬਾਬਾ ਅੱਖਾਂ ਨਾਲ ਆਪਣੀਆਂ ਨਾਲ ਦੇਖਣ ਲੱਗ ਜਾਵੇ। ਬਾਪੂ ਡਾਕਟਰ ਕੀ ਕਹਿੰਦਾ ਸੀਗਾ? ਡਾਕਟਰ ਕਹਿੰਦਾ ਦਾਰੂ ਪਾਈ ਚੱਲਾ ਹਜੇ ਹਾਂ ਤੇ ਫਿਰ ਆਪਰੇਸ਼ਨ ਕਰਾਂਗੇ ਇਹਦੀ। ਉਹਨੇ ਦੱਸਿਆ ਵੀ ਕਦੋਂ ਕਰਾਂਗੇ, ਉਹ ਦੱਸੂਗਾ ਬਾਪੂ। ਅੱਖਾਂ ਦੀ ਰੋਸ਼ਨੀ ਬਾਪੂ ਦੀ ਆ ਜਾਣੀ ਹੈ ਜੀ। ਦਰਸ਼ੂ ਬਾਬੇ ਦੀ ਅੱਖਾਂ ਦੀ ਰੋਸ਼ਨੀ, ਜਿਹੜਾ ਬਚਪਨ ਤੋਂ ਹੀ ਬਲਾਈਂਡ ਸੀ। ਬਾਪੂ ਇੱਧਰ ਦੇਖਿਓ ਥੋੜਾ ਜਿਹਾ ਤਾਂ ਨੂੰ ਦੇਖੋ, ਚਿੱਟੀਆਂ ਹੋ ਚੁੱਕੀਆਂ ਅੱਖਾਂ ਬਾਪੂ ਦੀਆਂ, ਸਿਰਫ ਪੀਲੀ ਆਹੋ ਮੋਤੀਆ ਜੀ, ਚਿੱਟਾ ਮੋਤੀਆ ਪੱਕ ਗਿਆ। ਕਿਸੇ ਨੇ ਆਪਰੇਸ਼ਨ ਨਹੀਂ ਕਰਾਇਆ, ਸਿਰਫ 10,000 ਰੁਪਏ ਦਾ ਆਪਰੇਸ਼ਨ ਦੋਨਾਂ ਅੱਖਾਂ ਦਾ ਹੁੰਦਾ ਸੀ ਉਸ ਟਾਈਮ, ਪਰ ਨਹੀਂ ਕਰਵਾਇਆ ਤਾਂ ਜਿਹਦੇ ਕਰਕੇ ਬਾਪੂ ਨੇ ਪਤਾ ਨਹੀਂ ਕਿੰਨੇ ਸਾਲ ਅੱਖਾਂ ਤੋਂ ਬਿਨਾਂ ਜ਼ਿੰਦਗੀ ਜਿਉਣੀ ਆ ਜੀ। ਤੇ ਉਹ ਕਰੋੜਾਂ ਅਰਬਾਂ ਦੀ ਜ਼ਿੰਦਗੀ ਜਿਹੜੀ ਅੱਖਾਂ ਤੋਂ ਬਿਨਾਂ ਜਿਉਂ ਗਿਆ ਬਾਪੂ, ਤੇ ਜਿਹੜੀ 10,000 ਦੇ ਨਾਲ ਰੰਗਲੀ ਦੁਨੀਆ ਦੇਖ ਸਕਦਾ ਸੀ। ਪਰ ਸਾਡੇ ਸਮਾਜ ਦੇ, ਅਸੀਂ ਇਹ ਨਹੀਂ ਕਹਿੰਦੇ ਇਹਨਾਂ ਦੇ ਪਿੰਡ ਦੇ ਵਿੱਚ ਵੀ ਬੜੇ ਕੈਂਪ ਲੱਗੇ ਹੋਣਗੇ, ਪਿੰਡ ਦੇ ਲੋਕ ਵੀ ਬੜੇ ਵਧੀਆ ਹੈਗੇ ਆ, ਕੈਂਪ ਲਾਉਂਦੇ ਆ, ਉੱਥੇ ਚੰਗੇ ਲੋਕ ਵੀ ਆ ਜਿਨ੍ਹਾਂ ਨੇ ਸੇਵਾਵਾਂ ਕਰਦੇ ਨੇ, ਪਰ ਸਹੀ ਬੰਦੇ ਨੂੰ ਸਹੀ ਥਾਂ ਤੇ ਸਹੀ ਜਗ੍ਹਾ ਤੇ ਪਹੁੰਚਾਉਣਾ ਤੇ ਉਹਦੇ ਤੱਕ ਪਹੁੰਚਣਾ, ਇਹ ਉਸ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਨੂੰ ਸੇਵਾ ਮਿਲੀ, ਸਾਡੀ ਟੀਮ ਨੂੰ ਮਿਲੀ, ਅਸੀਂ ਕਰ ਸਕੀਏ, ਤੁਹਾਡੀਆਂ ਅਰਦਾਸਾਂ ਤੇ ਦੁਆਵਾਂ ਸਾਨੂੰ ਮਿਲੀਆਂ ਤੇ ਅਕਾਲ ਪੁਰਖ ਸਾਤੋਂ ਕਰਵਾ ਰਹੇ ਨੇ। ਇਹੀ ਸੀ, ਬਹੁਤ ਖੁਸ਼ਕਿਸਮਤੀ ਹੈ ਸਾਡੇ ਲਈ। ਅਰੁਣ ਕੁਮਾਰ ਸ਼ੁਕਲਾ ਜੀ ਬੈਠੇ ਨੇ, ਪੁੱਟੋ ਬੈਠਾ ਸਾਡਾ ਯਾਰ, ਨਾ ਬੋਲ ਸਕਦਾ ਨਾ ਸੁਣ ਸਕਦਾ ਤੇ ਕਿਸੇ ਟਾਈਮ ਦੇਖ ਵੀ ਨਹੀਂ ਸਕਦਾ ਸੀਗਾ, ਤੇ ਹੁਣ ਤੁਹਾਨੂੰ ਫਤਿਹ ਬੁਲਾ ਰਿਹਾ ਸਾਰਿਆਂ ਨੂੰ। ਸੰਦੀਪ ਬੈਠਾ ਜਿਹਦੇ ਮੂੰਹ 'ਚ ਕੀੜੇ ਪੈ ਗਏ ਸੀਗੇ, ਪਰ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਸਾਹਮਣੇ ਬੈਠਾ ਤੇ ਜ਼ਖਮ ਵੀ ਦੇਖੋ ਤੁਸੀਂ ਬਿਲਕੁਲ ਠੀਕ ਹੋ ਗਿਆ ਵਾ, ਤੇ ਉਸ ਵਾਹਿਗੁਰੂ ਦੀ ਕਿਰਪਾ ਬਹੁਤ। ਸ਼ੋਕ ਬੈਠਾ ਜਿਹੜਾ ਸੰਗਲਾਂ ਨਾਲ ਬੰਨਿਆ ਹੋਇਆ ਸੀ 12 ਸਾਲਾਂ ਤੋਂ। ਬਾਪੂ ਕੰਦੋਲੇ ਵਾਲਾ ਬੈਠੇ ਨੇ ਜਿਹੜੇ 4 ਸਾਲ ਤੋਂ ਆਪਣੀ ਧਰਮ ਪਤਨੀ ਨਾਲ ਕਮਰੇ 'ਚ ਬੰਦ, ਉੱਥੇ ਟਾਇਲਟ ਦੇ ਢੇਰ ਲੱਗੇ ਹੋਏ ਸੀ, ਤੇ ਪਿਛਲੇ 12 ਸਾਲਾਂ ਤੋਂ ਸੰਗਲਾਂ ਨਾਲ ਬੰਨਿਆ ਜਸਪਾਲ ਬੈਠਾ ਸੀ ਘਰ 'ਚ। ਅੱਜ ਉਹੀ ਜਸਪਾਲ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ। ਸਾਧੂ ਸਤਿ ਸ੍ਰੀ ਅਕਾਲ ਕਰ ਰਹੇ ਸਭ ਕੋ। ਕਿੰਨਾ ਚਿਰ ਲਗਾਇਓ ਆਪਾਂ। ਤੇ ਗੁਰਦਿੱਤ ਬੈਠਾ ਜਿਹੜਾ ਬਿਨਾਂ ਕੱਪੜਿਆਂ ਤੋਂ ਘਰ ਦੇ ਵਿੱਚ, ਘਰ ਦੇ ਬਾਹਰ ਨਾਲੇ ਦੇ ਉੱਪਰ ਆਪਣੀ ਜ਼ਿੰਦਗੀ ਕੱਟਣ ਲਈ ਮਜਬੂਰ ਸੀ। ਬਾਪੂ ਗਿੰਦਰ ਮੋਹਨ ਸਿੰਘ ਜੀ ਬੈਠੇ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਜ਼ਿੰਦਗੀ ਜਿਉਣ ਲਈ ਮਜਬੂਰ ਸੀ। ਰਾਜਿਆਂ ਦਾ ਸ਼ਹਿਰ ਫਰੀਦਕੋਟ ਸ਼ਹਿਰ, ਬਾਬੇ ਫਰੀਦ ਦੀ ਧਰਤੀ, ਉਸ ਧਰਤੀ ਤੇ ਬਾਪੂ ਅੱਖਾਂ ਤੋਂ ਬਿਨਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜ਼ਿੰਦਗੀ ਕੱਟ ਰਿਹਾ ਸੀ, ਤੇ ਪਰ ਸੱਚੇ ਪਾਤਸ਼ਾਹ ਨੇ ਸਾਡੀ ਕਲਯੁਗੀਆਂ ਦੀ ਸੇਵਾ ਲਾਈ ਤੇ ਬਾਪੂ ਜੀ ਨੂੰ ਉੱਥੋਂ ਲੈ ਕੇ ਬਾਪੂ ਰੁੜ ਕੇ ਆਪਣੇ ਘਰ ਦੇ ਬਾਹਰ ਬਣੀਆਂ ਦੁਕਾਨਾਂ ਦੇ ਬਾਹਰ ਗੇੜਾ ਦੇ ਕੇ, ਤੇ ਕੋਈ ਸਮੋਸਾ ਦੇ ਦਿੰਦਾ, ਕੋਈ ਬ੍ਰੈਡ ਦੇ ਦਿੰਦਾ, ਕੋਈ ਕੁਛ ਦੇ ਦਿੰਦਾ, ਪੈਸੇ ਨਹੀਂ ਸੀ ਲੈਂਦਾ ਕਿਸੇ ਤੋਂ, ਕਿਉਂਕਿ ਬਾਪੂ ਨੇ ਅੱਖਾਂ ਤੋਂ ਮਰਿਆ ਸੀ, ਅੱਖਾਂ ਦੀ ਨਿਗਾਹ ਮਰੀ ਸੀ, ਜ਼ਮੀਨ ਨਹੀਂ ਸੀ ਮਰੀ ਬਾਪੂ ਦੀ। ਤੇ ਆਪਦਾ ਘਰ ਢਿਆ ਹੋਇਆ, ਜਿਹਦੀ ਛੱਤ ਤੇ ਜਿਹੜੀ ਜ਼ਮੀਨ ਹੈ ਇੱਕੋ ਹੀ ਹੋ ਚੁੱਕੀ ਸੀ। ਜਦੋਂ ਜ਼ਮੀਨ ਤੇ ਬਾਪੂ ਕਹਿੰਦੇ ਤੇ ਛੱਤ ਨੂੰ ਸਿਰ ਲੱਗ ਜਾਂਦਾ, ਐਡਾ ਕੂੜੇ ਦਾ ਢੇਰ ਸੀ ਉੱਥੇ। ਤੇ ਪਰ ਬਾਪੂ ਦੇ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰੀ ਵੀ ਜਿਹੜੀ ਸਾਨੂੰ ਸੇਵਾ ਦਾ ਮੌਕਾ ਮਿਲਿਆ, ਤੇ ਬਾਪੂ ਜੀ ਨੂੰ ਅੱਜ ਇਸ ਰੰਗਲੀ ਦੁਨੀਆ ਦੇਖ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਬਾਪੂ ਜੀ ਕਿਵੇਂ ਹੋ? ਮੈਂ ਜਾਣਾ ਜੀ ਫਰੀਦਕੋਟ। ਕਿੱਥੇ? ਫਰੀਦਕੋਟ ਜਾਣਾ। ਕੀ ਕਰੋਗੇ ਬਾਪੂ ਜੀ ਉੱਥੇ ਜਾ ਕੇ? ਉੱਥੇ ਜੀ ਘਰ ਹੈ ਸਾਡਾ, ਤੇ ਕੁੜੀ ਹੈ ਭੈਣ ਕਿੱਥੇ ਰਹਿੰਦੇ ਆ? ਉੱਥੇ ਹੀ ਹੈ ਮੇਰੇ ਕੋਲ ਹੀ ਹੈ। ਨਹੀਂ ਤੁਹਾਡੇ ਕੋਲ ਤਾਂ ਘਰੇ ਹੈ ਨਹੀਂ ਸੀ। ਮਾਮੇ ਇਹਦੀ ਭੈਣ ਨੂੰ ਇਹਦੇ ਨਾਨਕਾ ਪਰਿਵਾਰ ਲੈ ਗਿਆ ਸੀਗਾ ਜੀ, ਉਹ ਵੀ ਮੈਂਟਲੀ ਅਪਸੈਟ ਸੀ ਵਿਚਾਰੀ, ਉਹ ਵੀ ਹਾਕੀ ਦੀ ਪਲੇਅਰ ਸੀਗੀ, ਚੰਗੀ ਪੜ੍ਹੀ ਲਿਖੀ ਹੈ, ਤੇ ਇਹ ਵੀ ਬਜ਼ੁਰਗ ਕਿਸੇ ਟਾਈਮ ਪੜ੍ਹਦਾ ਸੀ ਜਦੋਂ ਬਲਵੀਰ ਕਾਲਜ ਤੇ ਹਾਕੀ ਦਾ ਪਲੇਅਰ ਸੀ ਬਾਪੂ। ਤੇ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਜੌਬ ਕਰਦਾ ਰਿਹਾ ਬਾਪੂ, ਪਰ ਜਦੋਂ ਹਾਲਾਤ ਵਿਗੜੇ ਤੇ ਹਾਲਾਤ ਇਹੋ ਜਿਹੇ ਵਿਗੜ ਗਏ ਤੇ ਬਾਪੂ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ। ਪਰਿਵਾਰ ਦੇ ਵਿੱਚ ਮਾਂ ਪਿਓ ਦੀ ਡੈਥ ਹੋ ਗਈ, ਭੈਣ ਵੀ ਮੈਂਟਲੀ ਅਪਸੈਟ ਸੀ, ਘਰੇ ਇੱਦਾਂ ਹੀ ਪੈ ਰਹਿੰਦੇ, ਤਾਂ ਨਾਨਕਾ ਪਰਿਵਾਰ ਇਹਦੀ ਭੈਣ ਨੂੰ ਲੈ ਗਏ ਆਪਣੇ ਕੋਲੇ, ਤੇ ਉਹਨਾਂ ਨੇ ਇਹਨਾਂ ਦਾ ਘਰ ਸੀ ਜਿਹੜਾ ਉਹਨੂੰ ਅੱਧ ਦੇ ਵਿੱਚੋਂ
ਕੰਧ ਕੱਢ ਕੇ ਵੇਚਤਾ, ਪੈਸੇ ਵੀ ਨਾਲ ਲੈ ਗਏ ਨਾਨਕੇ, ਕਿਉਂਕਿ ਅਸੀਂ ਕੁੜੀ ਸਾਂਭਣੀ ਆ ਤੇ ਫਿਰ ਕੁੜੀ ਦਾ ਹਿੱਸਾ ਵੀ ਅਸੀਂ ਸਾਂਭਾਂਗੇ ਉਹ ਕਹਿੰਦੇ। ਤੇ ਕੁੜੀ ਨੂੰ ਹੁਣ ਸਾਂਭ ਰਹੇ ਆ, ਕਿੱਦਾਂ ਸਾਂਭ ਰਹੇ ਆ, ਕੀ ਹਾਲਾਤ ਆ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਪਰ ਅੱਜ ਤੱਕ ਉਹਨਾਂ ਨੇ ਕਿਸੇ ਨੇ ਪਤਾ ਨਹੀਂ ਲਿਆ। ਬਾਪੂ ਜੀ ਦੇ ਬਾਰੇ ਕਦੇ ਫੋਨ ਨਹੀਂ ਕੀਤਾ, ਪੁੱਛਿਆ ਨਹੀਂ ਕਦੇ ਵੀ ਉਹਨਾਂ ਨੇ ਕਿੱਦਾਂ ਵਾ ਬਾਪੂ ਜੀ, ਤਾਂ ਬਾਪੂ ਜੀ ਦੇ ਘਰ ਦੇ ਹਾਲਾਤ ਕਿੱਦਾਂ ਦੇ ਆ ਜਾਂ ਕਿਵੇਂ ਆ, ਕੁਛ ਕਿਸੇ ਨੇ ਆ ਕੇ ਪੁੱਛਿਆ ਨਹੀਂ। ਪਰ ਹਿੱਸੇ ਲੈਣ ਨੂੰ ਬੈਠੇ, ਜਿਹੜਾ ਬਾਕੀ ਬਚਦਾ ਹਿੱਸਾ ਵਾ ਉਹ ਵੀ ਜਿੱਦਣ ਬਾਪੂ ਅੱਖਾਂ ਮੀਚ ਗਿਆ ਉਹ ਵੀ ਉਹੀ ਲੈ ਜਾਣਗੇ। ਮਾਣ ਆ ਸਾਨੂੰ ਉਹਨਾਂ ਤੇ, ਉਮੀਦ ਆ ਸਾਨੂੰ ਉਹਨਾਂ ਤੇ ਵੀ ਹਿੱਸਾ ਜ਼ਰੂਰ ਲੈ ਕੇ ਜਾਣਗੇ ਉਹ। ਇੱਦਾਂ ਹੀ ਸਾਡਾ ਕਾਲੂ ਵੀਰ ਆ, ਇਹਦੇ ਹਿੱਸੇ ਦੇ ਵਿੱਚ ਵੀ ਸ਼ਾਇਦ ਕੋਈ ਹਿੱਸਾ ਪਾਈ ਬੈਠਾ ਸੀ, ਨਹੀਂ ਕਾਲੂ? ਤੇ ਸਿੰਘਾਂ ਨਾਲ ਬੰਨ ਲਿਆ ਇਹਦਾ ਹਿੱਸਾ ਖਾਣ ਨੂੰ ਜੀ। ਕਾਲੂ ਨੂੰ 6 ਸਾਲ ਨਾ 3 ਸਾਲ, ਹਨਾ ਕਾਲੂ? ਕਿੰਨੇ ਸਾਲ ਬਣੇ? 3 ਸਾਲ ਮੇਰੇ ਭਰਾ ਨੂੰ ਛੋਟੇ ਨੂੰ ਸਿੰਘਾਂ ਨਾਲ ਬੰਨੀ ਰੱਖਿਆ, ਇਸ ਚੰਦਰੀ ਮਾਇਆ ਦੇ ਕਰਕੇ, ਇਸ ਕਲੈਣੀ ਮਾਇਆ ਦੇ ਕਰਕੇ। ਪਤਾ ਨਹੀਂ ਕਿਉਂ ਲੋਕ ਮਾਇਆ 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 ਨੇ ਹਰੇਕ ਘਾਟ ਆਇਆ। ਮਾਇਆ ਪਤਾ ਨਹੀਂ ਕਿੰਨਾ ਕੁ ਰੱਜ ਗਏ ਹੋਣਗੇ ਉਹ ਜਿਹੜੇ ਇਹਦੇ ਤਾਏ ਚਾਚੇ ਜਿਨ੍ਹਾਂ ਨੇ ਇਹਨੂੰ ਬੰਨੀ ਰੱਖਿਆ, ਦੀ ਕ੍ਰੈਸ਼ਰ ਇਹਦੀ ਜ਼ਮੀਨ 'ਚ ਪਲਾ ਕੇ ਵੇਚਤਾ। ਸ਼ਾਇਦ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਹੁਣ ਰੱਜ ਦੇਤਾ ਹੋਵੇ। ਸ਼ਾਇਦ ਮੁਖਤਿਆਰ ਨੂੰ ਵੀ, ਚੱਕੀ ਵਾਲੇ ਨੂੰ, ਕਿਉਂ ਗੋਪਾਲ, ਰੱਜ ਮਿਲ ਗਿਆ ਹੋਵੇ। ਉਹਨੂੰ ਵੀ ਵਾਹਿਗੁਰੂ ਨੇ ਇੰਨਾ ਰੁਪਈਆ ਦੇਤਾ ਜਿਹੜਾ ਗੋਪਾਲ ਨੇ ਇੰਨੇ ਸਾਲ 42 ਸਾਲ 40 ਸਾਲ ਕੰਮ ਕੀਤਾ। ਜਮਾਤੂ ਕਿਵੇਂ ਆ? ਠੀਕ ਆ? ਠੀਕ ਹੈ? ਠੀਕ ਹੈ। ਗੋਪਾਲ ਤੇ ਜਮਾਤੂ ਠੀਕ ਹੁਣ ਇਕੱਠੇ ਹੀ ਬੈਠੇ ਰਹਿੰਦੇ ਦੋਨੇ ਜ਼ਿਆਦਾ। ਤੇ ਇਹਨਾਂ ਦੇ ਮਾਲਕਾਂ ਨੂੰ ਵੀ ਮਹਾਰਾਜ ਨੇ ਕਰੋੜਾਂ ਅਰਬਾਂ ਰੁਪਈਆਂ ਦਾ ਮਾਣ ਬਖਸ਼ਿਆ, ਜਿਨ੍ਹਾਂ ਨੇ ਇਹਨਾਂ ਦਾ 40 ਸਾਲ ਕਰੀਬ ਖੂਨ ਚੂਸਿਆ। ਤੇ ਉਹ ਇੰਨੇ ਤਾਕਤਵਰ ਹੋ ਗਏ ਹੋਣਗੇ। ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀਆਂ ਨਸਲਾਂ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ, ਉਹਨਾਂ ਦੇ ਮਿਹਰ ਭਰੇ ਹੱਥ ਰੱਖਣ, ਉਹਨਾਂ ਦੇ ਬੱਚਿਆਂ ਤੇ, ਉਹਨਾਂ ਦੇ ਪੋਤੇ ਪੜੋਤਿਆਂ ਤੇ ਨਾ ਕੋਈ ਇੱਦਾਂ ਦੀ ਇਹਨਾਂ ਨਾਲ ਕੀਤੀਆਂ ਜ਼ਿਆਦਤੀਆਂ ਉਹਨਾਂ ਨੂੰ ਨਾ ਭੁਗਤਣੀਆਂ ਪੈਣ। ਅਸੀਂ ਇਹੀ ਅਰਦਾਸ ਕਰਾਂਗੇ, ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ, ਜਿਨ੍ਹਾਂ ਨੇ ਹਜੇ ਜਨਮ ਵੀ ਨਹੀਂ ਲਿਆ। ਪਰ ਉਹਨਾਂ ਦਾ ਕਸੂਰ ਵਾਹਿਗੁਰੂ ਇਹੀ ਨਾ ਬਣਾ ਦੇਣ ਵੀ ਉਹ ਉਹਨਾਂ ਨੇ ਘਰ ਦੇ ਵਿੱਚ ਉਸ ਜਨਮ ਲਿਆ ਜਿੱਥੇ ਇਹ ਰੱਬ ਰੂਪੀ ਇਨਸਾਨ 40 ਸਾਲ ਕੁੱਟ ਕੇ ਜਿਹਨਾਂ ਤੋਂ ਕੰਮ ਕਰਾਈ ਗਏ। ਤੇ ਇਹਨਾਂ ਦਾ ਜਿਹੜਾ ਸ਼ਰਾਫ ਆ ਉਹਨਾਂ ਦੇ ਲਾਦਾਂ ਨੂੰ ਨਾ ਮਿਲੇ। ਅਸੀਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਟੁੱਟੇ ਹੋਏ ਹੱਥ ਤੇ ਗੋਪਾਲ ਦੇ ਟੁੱਟੇ ਹੋਏ ਕੰਨ ਤੁਸੀਂ ਦੇਖ ਸਕਦੇ ਹੋ ਕਿੰਨੇ ਮੋਟੇ ਹੋ ਗਿਆ। ਮਰੋੜ ਕੇ ਉਹਨੇ ਦੋਨੇ ਕੰਨ ਤੋੜੇ ਹੋਏ ਆ। ਦੇਖੋ ਚਾਬੀ ਮਾਰੀ ਸੀ। ਤੇ ਆਹ ਗੋਪਾਲ ਦਾ ਪੈਰ ਆ ਜਿਹੜਾ, ਉਹ ਤੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਤਸ਼ੱਦਦ ਝੱਲਿਆ ਇਸ ਸਰੀਰ ਨੇ, ਇਸ 4 ਫੁੱਟ ਦੇ ਬਜ਼ੁਰਗ ਨੇ। ਕੋਈ ਨਾ ਬਾਪੂ, ਵਾਹਿਗੁਰੂ ਦੇਖਦਾ। ਹੁਣ ਕਿੱਥੇ ਆ ਮੁਖਤਿਆਰ? ਮਰ ਗਿਆ ਹੋਤਾ। ਕਿਵੇਂ? ਗੋਲੀ ਮਾਰਤੀ। ਕਿਹਨੇ? ਅਸ਼ਵਨੀ ਨੇ ਮਾਰਤੀ ਗੋਲੀ। ਅਸ਼ਵਨੀ ਅੰਕਲ ਨੇ ਮਾਰਤੀ ਗੋਲੀ। ਇਹ ਆ ਜੀ ਗੋਪਾਲ ਦੇ ਦਿਲ ਦੀ ਜਿਹੜੀ ਜਜ਼ਬਾਤ ਨੇ। ਤੇ ਜਮਾਤੂ ਆਪਣੇ ਜਜ਼ਬਾਤ ਵੀ ਨਹੀਂ ਵਿਚਾਰਾ ਸ਼ੇਅਰ ਕਰ ਸਕਦਾ। ਇਹਨੂੰ ਮਹਾਰਾਜ ਨੇ ਇੰਨੀ ਬੁੱਧੀ ਵੀ ਨਹੀਂ ਦਿੱਤੀ ਵੀ ਆਪਦੇ ਜਜ਼ਬਾਤ ਦੱਸ ਸਕੇ। ਪਰ ਘੁੱਟੀਆਂ ਹੋਈਆਂ ਮੁੱਠੀਆਂ ਐਂ ਹੀ ਪਿੱਛੇ ਜਾਂਦਾ ਰਹਿੰਦਾ ਜਮਾਤੂ, ਹਮੇਸ਼ਾ ਹੀ ਮੁੱਠੀਆਂ। ਤੇ ਇਹ ਬਸ ਇਹਦੇ ਜਜ਼ਬਾਤ ਹੀ ਦੱਸਦੀਆਂ। ਜਮਾਤੂ ठीक है? उधर जाना है सरपंच साहब के घर? हैं जमातू? बीवी जी के पास जाना है? जमातू नहीं जाना जी। बेबे सॉरी माफ करियो, साडी सरपंच बेबे शायद वीडियो देखे साडी ये, ते असीं कोई उन्हां नूं तंग परेशान नहीं करना चाहुंदे, पर उन्होंने राही असीं किसी होर नूं अवेयर करना चाहुंदे हां। हाँ शीश किद्दां कित्थे जाना? यूपी। मम्मी का नाम? सुधा। डैडी का नाम? जितेंद्र। यूपी? पटियाला। अरे नहीं, यूपी में गांव कौन सा है? गांव कौन सा है यूपी? स्टेशन। इस बच्चे नूं पछाण लो जी प्लीज़। इस वीडियो नूं शेयर कर दो। साडे नंबर 97 803 00071 है जी, 82 848 ਤੇ 00071 है जी। प्लीज़ आ नंबर साडे शेयर कर दो किते, जे तुहानूं किसी नूं वीर नूं इन्नी हैगी अकाल पुरख वाहिगुरू ने किरपा कीती कि ਇਹਦਾ पेज आ ਜਿਹੜੇ यूपी तक ਚੱਲਦੇ, ਜਿਨ੍ਹਾਂ ਦੇ
ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਉਹ ਆਪਣੇ ਸੋਸ਼ਲ ਮੀਡੀਆ ਦੇ ਹਥਿਆਰ ਤੋਂ ਫਾਇਦਾ ਲੈਣ ਤੇ ਇਸ ਵੀਰ ਦੀ ਫੋਟੋ ਜਾਂ ਵੀਡੀਓ ਉੱਥੇ ਸ਼ੇਅਰ ਕਰ ਦੇਣ। ਬੱਚੇ ਦੀ ਯੂਪੀ ਕਰਦਾ ਰਹਿੰਦਾ, ਰੋਣ ਲੱਗ ਜਾਂਦਾ, ਉੱਚੀ ਖੜਾ ਹੀ ਇੱਕਦਮ ਹੀ ਰੋਣ ਲੱਗ ਜਾਂਦਾ, ਬਹੁਤ ਜ਼ਿਆਦਾ ਹੱਸੀ ਜਾਂਦਾ ਰਹਿੰਦਾ। ਹੁਣ ਪੜ੍ਹਨ ਲੱਗਿਆ, ਮੈਡਲ ਜਿੱਤ ਕੇ ਲੈ ਕੇ ਆਇਆ ਰੇਸਾਂ ਦੇ ਵਿੱਚ ਵੀ। ਪਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਇਸ ਬੱਚੇ ਦਾ ਘਰ ਲੱਭ ਲਈਏ ਅਸੀਂ। ਸਾਨੂੰ ਲੋਡੋਵਾਲ ਤੋਂ ਮਿਲਿਆ ਸੀ ਕਰੀਬ 1.5 ਸਾਲ ਪਹਿਲਾਂ, ਅੱਜ ਤੋਂ ਬਹੁਤ ਮਾੜੇ ਹਾਲਾਤ ਦੇ ਵਿੱਚ। ਤੇ ਹੁਣ ਸੱਚੇ ਪਾਤਸ਼ਾਹ ਨੇ ਸਾਡੇ ਕੋਲੇ ਸੇਵਾ ਦਿੱਤੀ ਹੋਈ ਇਸ ਵੀਰ ਦੀ। ਸੋਨੀ ਵੀਰ, ਸੋਨੀ ਕਿੱਦਾਂ? ਠੀਕ ਆ ਵੀਰੇ। ਖੰਨੇ ਤੋਂ ਵੀਰ ਪਿਛਲੇ 6 ਸਾਲਾਂ ਤੋਂ ਸੰਗਲਾਂ ਨਾਲ ਬੰਨਿਆ ਸੀ। ਖੰਨੇ ਜਾਣਾ, ਚੱਲਾਂਗੇ ਖੰਨੇ ਆਪਾਂ। ਆਹ ਸਾਡੇ ਨੰਬਰਦਾਰ ਸਾਹਿਬ ਆ ਗਏ। ਨੰਬਰਦਾਰ ਸਾਹਿਬ ਕਿੱਦਾਂ? ਫਤਿਹ ਬੁਲਾ ਲਓ ਸੰਗਤ ਨੂੰ ਸਾਰੀ ਨੂੰ ਹੱਥ ਜੋੜ ਕੇ। ਵਾਹਿਗੁਰੂ ਜੀ ਕਾ ਖਾਲਸਾ, ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਾਡੇ ਨੰਬਰਦਾਰ ਸਾਹਿਬ ਦੀ ਅੱਖਾਂ ਦੀ ਰੋਸ਼ਨੀ ਆਉਣ ਦੇ ਵਿੱਚ ਖੁਸ਼ੀ ਦੇ ਵਿੱਚ ਅਸੀਂ ਜਕਾਰਾ ਛੱਡਿਆ ਵਾ। ਥੋੜੇ ਦਿਨ ਪਹਿਲਾਂ ਹੀ ਆਈ ਆ, ਹਨਾ ਨੰਬਰਦਾਰਾ? ਦੀਨਾ ਸਭ ਕੁਝ ਹੁਣ ਰੰਗਲੀ ਦੁਨੀਆ ਦੀਨੀ ਆ। ਘਰ ਚ ਪਿਆ ਸੀ ਬੰਦ, ਅਕਾਲ ਪੁਰਖ ਦੀ ਕਿਰਪਾ ਹੋ ਗਈ। ਬੰਟੀ ਸ਼ੋਕ ਇਹਦੇ ਪਰਿਵਾਰ ਨੂੰ ਬੇਨਤੀ ਆ ਕੇ ਮਿਲ ਹੀ ਜਾਓ ਜੀ। ਦੀਵਾਲੀਆਂ ਵੀ ਲੰਘੀਆਂ, ਦੁਸਹਿਰੇ ਵੀ ਲੰਘੇ, ਨਵਾਂ ਸਾਲ ਨਾ ਲੰਘਣ ਦਿਓ। ਹੁਣ ਬੇਨਤੀ ਕਰਦੇ ਹਾਂ ਅਸੀਂ। ਇਹਨਾਂ ਦੇ ਵਾਈਫ, ਇਹਨਾਂ ਦਾ ਬੇਟਾ ਵੀ ਆ ਕੇ, ਇਹਨਾਂ ਦਾ ਭਰਾ, ਇਹਨਾਂ ਦਾ ਭਤੀਜਾ, ਇਹਨਾਂ ਦੇ ਭਰਜਾਈ ਵੀ ਆ ਕੇ ਗਏ। ਆਸ ਬੰਨ੍ਹ ਕੇ ਚਲੇ ਗਏ, ਕਹਿੰਦੇ ਅਸੀਂ ਆਵਾਂਗੇ, ਲੈ ਕੇ ਜਾਣਾ ਸੀ ਇਹਨੂੰ। ਪਰ ਪਤਾ ਨਹੀਂ ਫਿਰ ਉਸ ਤੋਂ ਬਾਅਦ ਕੀ ਗੱਲ ਹੋ ਗਈ, ਮੁੜ ਕੇ ਆਏ ਹੀ ਨਹੀਂ। ਬੰਟੀ ਤੇਰੀ ਫੋਨ ਤੇ ਗੱਲ ਹੋਈ? ਨਹੀਂ ਹੋਈ। ਵਾਹਿਗੁਰੂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਵੀ ਆ ਕੇ ਜਾਣ, ਮਿਲ ਕੇ ਜਾਣ। ਕਰੋੜਾਪਤੀ ਪਰਿਵਾਰ ਨੂੰ ਬਿਲੋਂਗ ਕਰਦਾ ਜੀ। ਲੁਧਿਆਣੇ ਦਾ 10% ਹਿੱਸਾ ਇਹਨਾਂ ਦੇ ਫਾਦਰ ਸਾਹਿਬ ਨੇ ਕਲੋਨੀਆਂ ਕੱਟੀਆਂ ਹੋਈਆਂ ਸੀ ਕਿਸੇ ਟਾਈਮ। ਪੁੱਤ ਚਲੋ ਸੱਚੇ ਪਾਤਸ਼ਾਹ ਦੇ ਰੰਗ ਆ ਇਹ। ਹਰਿੰਦਰ ਕਿੱਦਾਂ? ਵੀਰ ਦੇ ਬਾਂਹ ਦੇ ਹੱਥ ਦੇ ਵਿੱਚ ਕੀੜੇ ਪਏ ਸੀ ਕਿਸੇ ਟਾਈਮ, ਪੂਰਾ ਹੱਥ ਕੀੜਿਆਂ ਨੇ ਖਾ ਲਿਆ ਸੀ। ਤੇ ਹੁਣ ਵਾਹਿਗੁਰੂ ਦੀ ਕਿਰਪਾ ਸੇਵਾ। ਹਾਂ ਵੀ ਸਤਪਾਲ ਕਿੱਦਾਂ? ਠੀਕ ਹੈ ਜੀ। ਸਤਪਾਲ ਤੇਰਾ ਭਰਾ ਸੰਗਲਾਂ ਨਾਲ ਬੰਨੇ, ਦੋਨੇ ਸਕੇ ਭਰਾ ਘਰ ਦੇ ਵਿੱਚ ਹੀ ਰੇਤਗੜ੍ਹ ਪਿੰਡ ਤੋਂ ਲੈ ਕੇ ਆਏ ਸੀਗੇ। ਹੁਣ ਸਤਪਾਲ ਸਾਡੇ ਨਾਲ ਸੇਵਾ ਕਰਾਉਂਦਾ। ਬ੍ਰਹਮਾ ਜੀ, ਵਰਮਾ ਸਾਹਿਬ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸਾਡਾ ਹੈ ਸੁਸ਼ੀਲ ਵਰਮਾ। ਸੁਸ਼ੀਲ ਬਹੁਤ 11 ਸਾਲ ਸੁਸ਼ੀਲ ਬਣ ਕੇ ਬੈਠਾ ਰਿਹਾ ਆਪਣੇ ਕਮਰੇ ਦੇ ਵਿੱਚ, ਕਿਸੇ ਨੇ ਹੈਲਪ ਨਹੀਂ ਕੀਤੀ। ਮਦਨ ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਪੂ ਕੀ ਹਾਲ ਨੇ ਬਾਪੂ ਜੀ? ਠੀਕ ਹੋ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਬਾਪੂ ਜੀ ਦੇ ਵੀ ਪੈਰ ਦੋਨੇ ਗਲੇ ਹੋਏ ਸੀ, ਬੜੀ ਮਾੜੀ ਹਾਲਤ 'ਚ ਬਾਪੂ ਜੀ ਨੂੰ ਲੈ ਕੇ ਆਂਦਾ। ਸਾਡੇ ਛੋਟਾ ਵੀਰ ਆ ਗੁਰੀ ਰਾਣੋ ਵਾਲਾ, ਉਹ ਛੱਡ ਕੇ ਗਿਆ ਤੇ ਬਾਪੂ ਜੀ ਦੇ ਦੋਨੇ ਪੈਰ ਗਲੇ ਹੋਏ ਸੀ। ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ, ਜਿਹਦੇ ਪੈਰ ਹੀ ਗਲ ਗਏ ਤਾਂ ਰੋਟੀ ਤੋਂ ਵੀ ਗਿਆ। ਤੇ ਹੁਣ ਕਿਰਪਾ ਵਾਹਿਗੁਰੂ। ਜਗਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਪੂ ਬੁੱਟਰ ਤੋਂ? ਹਾਂਜੀ। ਬਾਪੂ ਦਾ ਪਿੰਡ ਬੁੱਟਰ ਆ ਜੀ। ਤੇ ਬੁੱਟਰ ਪਿੰਡ ਦੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹਨਾਂ ਦੇ ਪਿੰਡ 'ਚ ਬਾਪੂ ਪੈਰ 'ਚ ਕੀੜੇ ਪੈ ਗਏ, ਕਈ ਮਹੀਨੇ ਉੱਥੇ ਹੀ ਫਿਰਦਾ ਰਿਹਾ। ਕਿੰਨਾ ਟਾਈਮ ਹੋ ਗਿਆ ਬਾਪੂ ਪੈਰ 'ਚ ਸੱਟ ਜ਼ਖਮ ਹੋਏ ਨੂੰ? 2 ਮਹੀਨੇ ਹੋ ਗਏ। 2 ਮਹੀਨੇ ਕਿਸੇ ਨੇ ਸਾਥ ਨਹੀਂ ਦਿੱਤਾ। 3 ਹੋ ਗਏ। 3 ਤੇ ਬਸ ਬਾਪੂ ਦੀਆਂ ਕਮੀਆਂ ਗਿਣੀ ਗਏ ਲੋਕ ਵੀ ਇਹ ਜੀ ਨਸ਼ੇ ਕਰਦਾ ਜੀ, ਇਹ ਗਲਤ ਆ ਬੰਦਾ, ਸ਼ਰਾਬ ਪੀਂਦਾ ਜੀ। ਕਮੀਆਂ ਨਹੀਂ ਜੀ, ਆਪਾਂ ਤਾਂ ਹਾਲਾਤ ਦੇਖ ਕੇ ਮਦਦ ਕਰਨੀ ਚਾਹੀਦੀ ਆ। ਕਮੀਆਂ ਤਾਂ ਗੁਰੂ ਸਾਹਿਬ ਨੇ ਦੇਖਦੇ ਜਾਂ ਭਾਈ ਕਨ੍ਹਈਆ ਜੀ ਦੇਖਦੇ ਤਾਂ ਉਹਨਾਂ ਮੁਗਲਾਂ 'ਚ ਵੀ ਬਹੁਤ ਕਮੀਆਂ ਸੀ, ਜਿਨ੍ਹਾਂ ਨੇ ਸਾਡੇ ਪਤਾ ਨਹੀਂ ਕਿੰਨੇ ਸੈਨਿਕ ਮਾਰਤੇ ਸੀਗੇ। ਪਰ ਉਹਨਾਂ ਨੂੰ ਉੱਥੇ ਰਣ ਦੇ ਵਿੱਚ ਵੀ ਜਾ ਕੇ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਚਾਹ ਪਾਣੀ ਪਿਲਾਇਆ ਤੇ ਉਹਨਾਂ ਦੀ ਮੱਲਮ ਪੱਟੀ ਕਰਵਾਈ। ਭਾਈ ਕਨ੍ਹਈਆ ਜੀ ਜੇ ਕਮੀਆਂ ਦੇਖਣ ਲੱਗ ਜਾਂਦੇ ਤਾਂ ਕਿਸੇ ਦੀ ਮਦਦ ਨਾ ਕਰ ਪਾਉਂਦੇ। ਇੱਥੇ ਲਾਉਣ ਤੇ 2 ਉਂਗਲਾਂ ਚੱਕੇ ਗਏ। 2 ਉਂਗਲਾਂ ਚੱਕੀਆਂ ਗਈਆਂ। ਕੋਈ ਨਾ ਬਾਪੂ, ਸ਼ਾਇਦ 2 ਉਂਗਲਾਂ ਨਾਲ ਹੀ ਸਰ ਗਿਆ। ਹਾਂਜੀ ਹਾਂ। ਵਾਹਿਗੁਰੂ ਹਾਂ ਨਹੀਂ ਪੰਜਾਂ ਹੀ ਨਹੀਂ ਗਿਆ। ਉਹਦੀ ਕਿਰਪਾ। ਹਾਂਜੀ ਹਾਂ। ਵਿੱਕੀ ਸਾਡਾ ਵੀਰ, ਵਿੱਕੀ ਕਿੱਦਾਂ? ਠੀਕ ਆ ਵਿੱਕੀ ਦੇ ਰਚਨਾ ਦੋਨੇ ਭੈਣ ਭਰਾ ਸਾਡੇ ਕੋਲੇ ਪਿਛਲੇ 2-2.5 ਸਾਲਾਂ ਤੋਂ ਰਹਿ ਰਹੇ ਨੇ ਤੇ ਆਪਣੇ ਘਰ ਦੇ ਵਿੱਚ ਆਪਣੇ ਮਲ ਮੂਤਰ ਖਾਣ ਲਈ ਮਜਬੂਰ ਸੀ ਦੋਨੇ ਭੈਣ ਭਰਾ ਵਿਚਾਰੇ। ਪਰ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਆ ਬਹੁਤ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਬੰਟੀ ਆ ਜਾ ਚੱਲੀਏ, ਆ ਜਾ। ਥਾਣੇਦਾਰ ਸਾਹਿਬ ਖੜੇ ਨੇ ਸਾਡੇ, ਪੰਜਾਬ ਪੁਲਿਸ ਦੇ ਜਵਾਨ, ਸਲੂਟ ਮਾਰਦੇ ਸੰਗਤ ਨੂੰ ਸਾਰੀ ਨੂੰ। ਕਹਿ ਕੇ ਦੇਖ ਲਓ ਜੀ, ਗ੍ਰਹਿ ਵਿਭਾਗ ਦੇ ਵਿੱਚ ਜੋ ਵੀ ਆ ਮੇਰਾ ਰਿਕਾਰਡ ਆ, ਪੰਜਾਬ ਪੁਲਿਸ ਸੁਪਰੀਡੈਂਟ ਸਾਹਿਬ ਨੇ ਭੇਜਣਾ ਵਾ ਵੀ ਉਹ ਭੇਜ ਦੇਣ, ਉਹਦੇ ਕਰਕੇ ਕੰਮ ਰੁਕਿਆ ਵਾ ਜੀ। ਚਲੋ ਵਾਹਿਗੁਰੂ ਕਿਰਪਾ ਕਰਨ ਜੀ। ਥਾਣੇਦਾਰ ਸਾਹਿਬ ਬਾਰੇ ਜੇ ਕੋਈ ਮਿਹਨਤ ਤਾਂ ਸਾਡੀ ਬੇਨਤੀ ਆ ਵੀ ਜੇ ਕੋਈ ਵੀਰ ਮਦਦ ਕਰ ਸਕਦਾ, ਕਿਸੇ ਦੀ ਪਾਵਰ ਪਹੁੰਚ ਇੰਨੀ ਹੈਗੀ ਆ ਤਾਂ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਭੁਪਿੰਦਰ ਸਿੰਘ ਕਮਾਂਡੋ ਦੇ ਵਿੱਚ ਭੁਪਿੰਦਰ ਸਿੰਘ ਦੇ ਬਾਰੇ ਸਾਡੇ ਤੋਂ ਜਾਣਕਾਰੀ ਲੈ ਕੇ ਇਹਦੀ ਮਦਦ ਕਰ ਸਕਦਾ। ਸਾਡੇ ਤਰਸੇਮ ਸਿੰਘ ਜੀ ਬੈਠੇ ਨੇ ਜੀ, ਚੱਕਰ ਵਾਲੇ ਭਾਈ ਸਾਹਿਬ, ਤੁਸੀਂ ਕਾਫੀ ਟਾਈਮ ਬਾਅਦ ਦੇਖਿਆ ਹੋ ਇਹਨਾਂ ਨੂੰ। ਤੇ ਇਹ ਵੀ ਵੀਰ ਸਾਡੇ ਹਸਨਪੁਰ ਵਾਲੇ ਥਾਂ ਜਿੱਥੇ ਨਵੀਂ ਬਿਲਡਿੰਗ ਬਣਦੀ ਹੈ ਉੱਥੇ ਸੇਵਾ 'ਚ ਸੀਗੇ ਲੱਗੇ ਹੋਏ।
ਤੇ ਘਰੇ ਚਲੇ ਗਏ, ਥੋੜੀ ਪ੍ਰੋਬਲਮ ਆ ਗਈ ਸੀ ਕੰਧ ਦੀ ਤੇ ਹੁਣ ਘਰੋਂ ਹੋ ਕੇ ਆਏ ਨੇ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਫਤਿਹ ਬੁਲਾ ਰਿਹਾ। ਹਾਂ, ਇਹ ਸਾਰੀ ਸੰਗਤ ਬੈਠੀ ਹੈ। ਕਿਸੇ ਨੂੰ ਹੋਰ ਪਰਿਵਾਰ ਨੂੰ ਬੁਲਾਉਣਾ ਵਾ ਤੇ ਉਹਨਾਂ ਨੇ ਹਸਪੀਟਲ ਜਾਣਾ, ਤੁਹਾਨੂੰ ਪਹਿਲਾਂ ਉਹਨਾਂ ਨਾਲ ਵੀ ਮਿਲਾ ਦਈਏ। ਇੱਕ ਅਕਾਲ ਪੁਰਖ ਦੀ ਕਿਰਪਾ ਤੇ ਤੁਹਾਡੀਆਂ ਅਰਦਾਸਾਂ ਦਾ ਇੱਕ ਤੁਹਾਨੂੰ ਦਿਖਾਉਂਦੇ ਆ। ਇੱਕ ਆਹ ਪਰਿਵਾਰ ਨਾਲ ਵੀ ਤੁਹਾਨੂੰ ਮਿਲਾਉਂਦੇ, ਜਿਹਨਾਂ ਕੱਲ ਵੀ ਤੁਸੀਂ ਸ਼ਾਇਦ ਦੇਖੀ ਹੋਊਗੀ ਲਾਈਵ ਵੀਡੀਓ ਸਾਡੀ, ਜਿਨ੍ਹਾਂ ਨੇ ਭੈਣਾਂ ਭਰਾਵਾਂ ਨੇ ਸ਼ਾਇਦ। ਤੇ ਇੱਧਰ ਮਾਤਾ ਜੀ ਹੁਣੀ ਬੈਠੇ ਨੇ ਢੰਡਰੀਆਂ ਵਾਲੇ, ਇੱਧਰ ਸਾਡੀ ਰਚਨਾ ਭੈਣ ਬੈਠੀ ਆ। ਤੇ ਇੱਕ ਤੁਹਾਡੇ ਸਾਹਮਣੇ ਅਸੀਂ ਦਿਖਾਉਂਦੇ ਵੀ ਕਿ ਚਮਤਕਾਰ ਕਿੱਦਾਂ ਹੁੰਦਾ, ਕਿੱਦਾਂ ਅਕਾਲ ਪੁਰਖ ਜ਼ਿੰਦਗੀਆਂ ਬਦਲ ਦਿੰਦਾ, ਕਿੱਦਾਂ ਸੱਚੇ ਪਾਤਸ਼ਾਹ ਉਹ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੁੰਦੀ ਹੈ ਜਦੋਂ, ਕਿੱਦਾਂ ਜ਼ਿੰਦਗੀਆਂ ਬਦਲਦੀਆਂ। ਇਹ ਕਰਨਜੀਤ ਕੌਰ ਆ ਸਾਡੀ ਭੈਣ, ਅਠੂਰ ਪਿੰਡ ਤੋਂ। ਹਾਂ ਜੀ, ਪਿੰਡ ਅਠੂਰ ਜੀ। ਪਿੰਡ ਅਠੂਰ ਆ, ਇਹ ਇਹਨਾਂ ਦੇ ਮਾਤਾ ਜੀ ਨੇ ਤੇ ਇਹ ਇਹਨਾਂ ਦੇ ਪਿਤਾ ਜੀ ਨੇ। ਤੇ ਜਦੋਂ ਭੈਣ ਨੂੰ ਇੱਥੇ ਸਾਡੇ ਕੋਲ ਲੈ ਕੇ ਆਏ ਸੀ, ਕਰੀਬ ਅੱਜ ਤੋਂ 6 ਮਹੀਨੇ ਹੋ ਗਏ, 5 ਮਹੀਨੇ ਹੋ ਗਏ। ਤੇ ਟੈਂਪੂ ਦੇ ਵਿੱਚ ਪਾ ਕੇ ਲੈ ਕੇ ਆਏ ਸੀ ਤੇ ਭੈਣ ਨੂੰ ਇਹ ਵੀ ਸੁਰਤ ਨਹੀਂ ਸੀਗੀ, ਕੁਝ ਨਹੀਂ ਸੀ ਪਤਾ ਲੱਗਦਾ, ਮੰਦਾ ਹਾਲ ਸੀ, ਬਹੁਤ ਮੰਦਾ ਹਾਲ ਸੀ। ਤੇ ਅੱਜ ਆ ਬਾਪੂ ਜੀ ਬੈਠੇ, ਆਪਾਂ ਇਹਨਾਂ ਦੇ ਮੂੰਹੋਂ ਸੁਣਦੇ ਆ। ਬਾਪੂ ਜੀ ਕਿੱਦਾਂ ਹੁਣ ਕਰਨ ਭੈਣ? ਹੁਣ ਬਹੁਤ ਠੀਕ ਆ ਜੀ, ਅੱਗੇ ਨਾਲੋਂ ਬੜਾ। ਕੀ ਹੁੰਦਾ ਸੀ ਬਾਪੂ ਪਹਿਲਾਂ ਇਹਨਾਂ ਨੂੰ? ਇਹਨੂੰ ਦੌਰਾ ਹੀ ਪੈਂਦਾ ਸੀਗਾ ਜੀ, ਤੇ ਹੁਣ ਕਿਤੇ ਡੇਢ ਮਹੀਨਾ ਹੋ ਗਿਆ, ਹੁਣ 2 ਵਾਰੀ ਦੌਰਾ ਪਿਆ ਨਹੀਂ, ਅੱਗੇ ਦੌਰਾ ਪੈਣੋਂ ਮੈਨੂੰ ਹਟ ਗਿਆ ਸੀਗਾ। ਠੀਕ ਆ ਬਾਪੂ ਜੀ। ਹਾਂ ਜੀ। ਤੇ ਬਾਪੂ ਜੀ ਜਾਨੀ ਕਿ ਜਦੋਂ ਇਸ ਤੋਂ ਪਹਿਲਾਂ ਵੀ ਤੁਸੀਂ ਦਵਾਈਆਂ ਲਈਆਂ? ਬਹੁਤ ਦਵਾਈ ਲਈ ਆ ਜੀ, ਮੈਂ ਕੋਈ ਥਾਂ ਨਹੀਂ ਛੱਡਿਆਗਾ ਕੋਈ ਵੀ, ਅਸੀਂ ਦਵਾਈ ਲੈਣ ਮੰਨੂੰ। ਬਾਪੂ ਕਿੰਨੇ ਬੱਚੇ ਆ ਤੁਹਾਡੇ? ਬੱਚੇ ਸਾਡੇ 6 ਆ। ਤੇ ਇਹ 6 ਇਹੀ ਆ, 6ਵੀਂ ਦੀ ਕੁੜੀ। ਇਹ ਛੋਟੀ ਆ ਸਭ ਤੋਂ? ਹਾਂ ਜੀ, ਵੱਡੇ ਛੋਟੀ ਆ। ਬਾਕੀ ਬੱਚੇ ਸਾਰੇ ਠੀਕ ਠਾਕ ਜ਼ਿੰਦਗੀ ਕੱਟ ਰਹੇ ਨੇ? ਹਾਂ ਜੀ। ਤੇ ਭੈਣ ਨੂੰ ਦੌਰੇ ਪੈਂਦੇ ਦਿਨ ਚ ਨਾ 10-10 15-15 ਦੌਰੇ ਪੈ ਜਾਂਦੇ ਸੀ। ਕਿ ਟਾਈਮ ਆ ਬੁੱਲ ਦੇਖੋ ਉੱਪਰ ਲਾ ਕੇ ਟੁੱਟਿਆ ਹੋਇਆ, ਸੱਟਾਂ ਖਾਂਦੀ ਆ। 5ਵੀਂ ਚ ਪੜ੍ਹਦੀ ਸੀ ਜਦੋਂ ਦੌਰੇ ਪੈਣ ਲੱਗਿਆ। ਲੈਟਰੀਨ ਦੀ ਨਾ ਬਾਥਰੂਮ ਦੀ ਕਾਸੇ ਦੀ ਸੋਝੀ ਨਹੀਂ ਸੀ। ਹਾਂਜੀ ਬੇਬੇ? ਕਾਸੇ ਦੀ ਸੋਝੀ ਨਹੀਂ ਸੀ ਵੀਰ ਜੀ, ਤਾਂ ਲੈਟਰੀਨ ਦੀ ਨਾ ਬਾਥਰੂਮ ਆਪ ਸਾਂਭਦੀ ਸੀ। ਹੁਣ ਬੇਬੇ ਕਿਵੇਂ ਤੇ ਹੁਣ ਜਾਣੀ ਦਾ ਰੋਟੀ ਪਾਣੀ ਆਪ ਦੀ ਆਪ ਮੰਗਦੀ ਹੈ, ਖਾਂਦੀ ਹੈ। ਤੇ ਹੁਣ ਬਾਥਰੂਮ ਲੈਟ ਜਾਂਦੀ ਹੈ ਕਿਤੇ ਕਿਤੇ, ਜਾਣੀ ਬਸਾ ਬੇਬਸੀ ਹੋ ਕੇ ਵਿੱਚ ਕਰ ਦਿੰਦੀ। ਨਹੀਂ ਆਪਣਾ ਹੁਣ ਸੁਰਤ ਹੋਣ ਹਾਂ ਲੱਗ ਹਾਂ ਗਈ। ਹਾਂ, ਅੱਗੇ ਨਾਲ ਬਹੁਤ ਫਰਕ ਆ ਵੀਰੇ। ਵਜਨ ਕਿੰਨਾ ਵੱਧ ਗਿਆ ਬੇਬੇ ਅੱਗੇ ਨਾਲੋਂ? ਅਸੀਂ ਜੀ ਤੋਲਿਆ ਨਹੀਂ ਰੱਖ। ਯਾਨੀ ਕਿ ਉਹ ਸਿਹਤ ਦਾ ਤਾਂ ਫਰਕ ਬਹੁਤ ਆ ਜੀ। ਬਹੁਤ ਹਾਂ, ਸਿਹਤ ਦਾ ਜਦੋਂ ਭੈਣ ਨੂੰ ਲੈ ਕੇ ਆਏ ਸੀ ਜੀ 25 ਕਿਲੋ ਹੋਣੀ ਘੱਟੋ ਘੱਟ, ਵੱਧ ਤੋਂ ਵੱਧ। ਭੈਣ ਬੜੀ ਹਲਕਾ ਸਰੀਰ, ਫੇਸ ਕਾਲਾ ਹੋਇਆ ਨਾ ਪਤਾ ਲੱਗਦਾ ਸੀ ਕੁਛ ਨਾ ਕੁਛ ਹੋਰ। ਭੈਣੇ ਕਰਨ ਬੋਲ ਕਰ ਉਹ ਭੈਣ ਠੀਕ ਆ? ਵੀਰਾ ਬਣਾਉਂਦਾ। ਠੀਕ ਆ ਭੈਣੇ? ਚੱਲੀਏ ਡਾਕਟਰ ਦੇ? ਹਾਂ, ਡਾਕਟਰ ਨੂੰ ਮਿਲ ਕੇ ਆਈਏ ਆਪਾਂ? ਤੜਕੇ ਉੱਠ ਕੇ ਕਹਿ ਦਿੰਦੀ ਜਿੱਦੇ ਕਰਕੇ ਡਾਕਟਰ ਕੋਲੇ ਚੱਲ ਕੇ ਆਈਏ? ਚੱਲ ਫਿਰ ਚੱਲੀਏ, ਉੱਠ ਖੜੀ ਹੋ, ਰੇੜੀ 'ਚ ਬੈਠਾ। ਹੋ ਜਾ ਖੜੀ ਹੋ ਜਾ। ਆਜਾ ਚੱਲੀਏ, ਆਜਾ ਚੱਲੀਏ, ਆਜਾ ਚੱਲੀਏ, ਆਜਾ। ਚੱਪਲ ਪਾ ਲਾ। ਚੱਪਲੀਆਂ ਪਾ ਬਲੋ, ਚੱਪਲੀਆਂ ਪਵਾ ਜਾ। ਦੇਖੋ ਇਹ ਉਹੀ ਕਰਨ ਭੈਣ ਆ ਜਿਹਨੂੰ ਚੱਕ ਕੇ ਲੈ ਕੇ ਆਂਦਾ ਸੀ ਤੇ ਚੱਕ ਕੇ ਉਹਦੇ ਤੇ ਪਾਉਂਦੇ ਹੁੰਦੇ ਸੀ ਕਿ ਟੈਂਪੂ ਦੇ ਵਿੱਚ, ਤੇ ਚੱਕ ਕੇ ਡਾਕਟਰ ਦੇ ਲੈ ਕੇ ਜਾਂਦੇ ਸੀ। ਤੇ ਅੱਜ ਆਪਣੇ ਪੈਰਾਂ ਦੇ ਚੱਲਣ ਦੇ ਕਾਬਲ ਹੋ ਗਈ ਹੈ। 5 ਮਹੀਨੇ ਹੋਇਆ ਹਜੇ ਦਵਾਈ ਸ਼ੁਰੂ ਹੋਈ ਨੂੰ ਭੈਣ ਦੀ, ਤੇ 5 ਮਹੀਨਿਆਂ 'ਚ ਅਕਾਲ ਪੁਰਖ ਦੀ ਕਿਰਪਾ ਤੇ ਤੁਹਾਡੀਆਂ ਅਰਦਾਸਾਂ ਦੁਆਵਾਂ। ਇਹ ਬਾਪੂ, ਇਹ ਬਜ਼ੁਰਗ ਜੋੜਾ ਜਿਹੜਾ ਇਹ ਆਪਣੀ ਧੀ ਨੂੰ, ਇਹ ਜਵਾਨ ਧੀ ਨੂੰ ਨਾ ਛੱਡਣ ਜੋਗੇ ਸੀਗੇ ਨਾ ਕੁਝ ਕਰਨ ਜੋਗੇ ਸੀ। ਤੇ ਇਹਨਾਂ ਦੀ ਯਾਨੀ ਕਿ ਇੰਨੀ ਬੇਬਸੀ ਸੀਗੀ ਵੀ ਇਹਨਾਂ ਨੇ ਇਲਾਜ ਵੀ ਕਰਾ ਲਏ ਬਾਬਿਆਂ ਦੇ, ਜਿੱਥੇ ਵੀ ਕਿਸੇ ਨੇ ਦੱਸ ਪਾਈ ਸਾਰਾ ਕੁਝ ਕਰਾ ਕੇ ਦੇਖ ਲਿਆ ਸੀ। ਪਰ ਹੁਣ ਅਕਾਲ ਪੁਰਖ ਦੀ ਕਿਰਪਾ ਹੋਈ ਆ ਤੇ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋਈ ਆ। ਹੁਣ ਕਲਗੀਆਂ ਵਾਲੇ ਨੇ ਕਿਰਪਾ ਕਰੀ ਆ। ਹੁਣ ਬਾਪੂ ਦੇ ਅੱਖਾਂ ਦੇ ਹੰਝੂ ਆ ਜਿਹੜੇ ਉਹ ਸੁੱਕਣੇ ਸ਼ੁਰੂ ਹੋਇਆ। ਕਿਉਂਕਿ ਪਹਿਲਾਂ ਜਦੋਂ ਆਏ ਸੀ ਇਹ ਦੋਨੇ ਜੋੜਾ ਸਾਡੇ ਕੋਲ ਇੰਨਾ ਰੋਏ, ਇੰਨਾ ਦੁੱਖ ਲੱਗਿਆ ਸਾਨੂੰ ਦੇਖ ਕੇ ਵੀ ਸ਼ਾਇਦ ਸਾਨੂੰ ਵੀ ਐਸੀ ਵੀ ਅਸੀਂ ਕੁਝ ਕਰ ਸਕੀਏ ਇਸ ਪਰਿਵਾਰ ਦੀ ਖਾਤਰ, ਅਸੀਂ ਇਸ ਭੈਣ ਦੀ ਜ਼ਿੰਦਗੀ ਤੇ ਕੁਝ ਅਸਰ ਪਾ ਸਕੀਏ। ਪਰ ਅੱਜ ਜਦੋਂ ਇਸ ਭੈਣ ਨੂੰ ਆਪਦੇ ਪੈਰਾਂ ਤੇ ਚੱਲਦਿਆਂ ਦੇਖਦੇ ਹਾਂ, ਜਦੋਂ ਇਸ ਭੈਣ ਨੂੰ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਨਾ ਐਕਟੀਵਿਟੀ, ਇਹ ਤਾਂ ਜ਼ੀਰੋ ਦੇ ਸਮਾਨ ਸੀ ਬਿਲਕੁਲ ਹੀ। ਅੱਜ ਇਹ ਭੈਣ ਸਾਡੇ ਲਈ ਬਹੁਤ ਵੱਡੀ ਗੱਲ ਹੈ। ਸ਼ਾਇਦ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਨਾ ਉਹ ਪਤਾ ਲੱਗਦਾ ਹੋਵੇ ਉਹਨਾਂ, ਪਰ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਵੀ ਸਾਨੂੰ ਪਤਾ ਵੀ ਕਿਰਨਜੀਤ ਭੈਣ ਦੀ ਜ਼ਿੰਦਗੀ ਤੇ ਕਿੰਨਾ ਅਸਰ ਪਿਆ ਤੁਹਾਡੀਆਂ ਦੁਆਵਾਂ ਅਰਦਾਸਾਂ ਦੇ ਨਾਲ, ਤੇ ਡਾਕਟਰਾਂ ਦੀਆਂ ਮੈਡੀਸਨ ਜਿਹੜੀਆਂ, ਜਿਵੇਂ ਡਾਕਟਰ ਸਾਡੇ ਮਮਤਾ ਸਿੰਗਲਾ ਜੀ ਨੇ CMC ਤੋਂ ਭੈਣ ਜੀ ਸਾਡੇ, ਤੇ ਡਾਕਟਰ ਪੰਕਜ ਕੁਮਾਰ ਨੇ DMC ਤੋਂ ਸਾਡਾ ਵੀਰ ਆ, ਬੜਾ ਚੰਗਾ ਡਾਕਟਰ ਆ, ਬੜਾ ਜਾਣੀ ਕਿ ਕਹਿ ਦਈਏ ਸਹਿਜ ਮਤੇ ਨਾਲ ਪਿਆਰ ਨਾਲ ਦਵਾਈ ਦੇਣ ਵਾਲਾ, ਜਿਹਨੇ ਹਰ ਇੱਕ ਚੀਜ਼ ਨੂੰ ਸਮਝ ਕੇ, ਦੋਨਾਂ ਡਾਕਟਰ ਹੀ ਸਾਡੇ ਨੇ ਵਧੀਆ ਵਾ ਦਿਮਾਗ ਵਾਲੇ ਆ ਜਿਹੜੇ, ਤੇ ਸਾਡੀ
ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਜਿਹੜੇ ਠੀਕ ਹੋ ਰਹੇ ਨੇ ਕਰੀਬ ਤੁਹਾਨੂੰ ਦੱਸਿਆ ਹਰੇਕ ਸ਼ਨੀਵਾਰ ਜਾਂ ਮੰਗਲਵਾਰ ਕੈਂਪ ਲੱਗਦਾ ਜਿਹਦੇ ਨਾਲ ਇੰਨੇ ਮਰੀਜ਼ਾਂ ਦਾ ਇਲਾਜ ਹੁੰਦਾ ਫ੍ਰੀ ਦੇ ਵਿੱਚ ਅਸੀਂ ਮੈਡੀਸਨ ਦਵਾਉਂਦੇ ਹਾਂ ਸਾਡੀ ਟੀਮ ਸਾਡਾ ਪਰਿਵਾਰ ਸਾਡਾ ਗੁਰੂ ਨਾਨਕ ਪਾਤਸ਼ਾਹ ਦਵਾਉਂਦਾ ਤੇ ਜਿਹਦੇ ਨਾਲ ਇੰਨੇ ਪਰਿਵਾਰਾਂ ਦੀਆਂ ਖੁਸ਼ੀਆਂ ਜਿਹੜੀਆਂ ਉਹ ਵਾਪਸ ਮੁੜ ਕੇ ਆ ਰਹੀਆਂ ਵਾ ਤੇ ਇਦਾਂ ਹੀ ਇਹ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਦਾ ਵੇਲਾ ਹੋਇਆ ਠੀਕ ਹੈ ਬਾਪੂ ਜਾਇਆ ਵਾ ਹਸਪਤਾਲ ਤੇ ਇਹਨਾਂ ਨੇ ਹੁਣ ਹਸਪੀਟਲ ਹੀ ਜਾਣਾ ਚੈੱਕਅਪ ਲਈ ਟਾਈਮ ਲਿਆ ਹੋਇਆ ਸਾਡੇ ਟੀਮ ਦੇ ਮੈਂਬਰ ਆ ਸੋਨੂ ਤੇ ਇਹ ਵੀਰ ਲੈ ਕੇ ਚੱਲੇ ਨੇ ਇਹਨਾਂ ਨੂੰ ਡਾਕਟਰ ਦੇ ਚੈੱਕਅਪ ਲਈ ਤੇ ਇਦਾਂ ਹੀ ਸਾਡੇ ਟੀਮ ਦੇ ਮੈਂਬਰ ਆ ਜਿਹੜੇ ਵਲੰਟੀਅਰ ਲੱਗੇ ਰਹਿੰਦੇ ਸੇਵਾ ਦੇ ਵਿੱਚ ਸਾਡੀ ਰਚਨਾ ਕਿੱਦਾਂ ਰਚਨਾ ਠੀਕ ਆ ਤੂੰ ਲਾ ਲਓ ਮੂੰਹ ਸਾਫ਼ ਕਰ ਲਾ ਆਪੇ ਕਰੂਗੀ ਮੂੰਹ ਸਾਫ਼ ਕਰ ਲਾ ਰਚਨਾ ਪਹਿਲਾਂ ਮੂੰਹ ਸਾਫ਼ ਕਰ ਲਾ ਰਚਨਾ ਹਾਂ ਓਏ ਰਚਨਾ ਨੇ ਮੂੰਹ ਸਾਫ਼ ਦੀਦੀ ਕਿੱਥੇ ਆ ਰਚਨਾ ਦੀਦੀ ਕਿੱਥੇ ਆ ਦੀਦੀ ਉਹ ਬੈਠੀ ਆ ਦੀਦੀ ਇਹ ਰਚਨਾ ਹੁਣਾਂ ਦਾ ਘਰ ਆ ਜੀ ਇਹ ਰਚਨਾ ਹੁਣਾਂ ਦਾ ਤੰਬੂ ਆ ਜਿਹਦੇ ਵਿੱਚ ਰਚਨਾ ਰਿਹਾਨਾ ਤੁਹਾਡੀ ਚੰਦਰਕਾਂਤਾ ਬੇਬੇ ਸ਼ਿਮਲਾ ਦੇਵੀ ਢੰਡਰੀਆਂ ਵਾਲੇ ਆਇਆ ਉਹ ਰਿਹਾਨਾ ਭੈਣ ਨੂੰ ਹਾਕਾ ਮਾਰਦੀ ਰਚਨਾ ਸਾਡੀ ਤੇ ਇਹ ਵੀ ਬਹੁਤ ਕਿਰਪਾ ਵਾਹਿਗੁਰੂ ਜਿਸ ਦਿਨ ਲੈ ਕੇ ਆਏ ਸੀ ਰਚਨਾ ਦੀ ਤੁਸੀਂ ਵੀਡੀਓ ਦੇਖੋਗੇ ਰਚਨਾ ਤੇ ਵਿੱਕੀ ਦੀ ਅੱਜ ਜਿਹੜਾ ਆਵਾਜ਼ਾਂ ਮਾਰਦੇ ਆ ਗੱਲਾਂ ਕਰਦੇ ਆ ਤੁਸੀਂ ਸ਼ਾਇਦ ਅੰਦਾਜ਼ਾ ਨਹੀਂ ਲਾ ਸਕਦੇ ਵੀ ਉਹੀ ਬੱਚੇ ਆਏ ਤੇ ਅੱਗੇ ਪਰਿਵਾਰ ਆ ਜੀ ਇੱਕ ਸਾਡਾ ਕੱਲ ਹੀ ਪਰਿਵਾਰ ਸਾਡੇ ਨਾਲ ਜੁੜਿਆ ਇਹ ਮਾਨਸੇ ਦੇ ਕੋਲੇ ਪਿੰਡ ਆ ਭੈਣੇ ਕਿਹੜਾ ਪਿੰਡ ਆ ਸਰਬਜੀਤ ਭੈਣ ਤੁਹਾਡਾ ਝੰਡੂਕਾ ਪਿੰਡ ਆ ਹਰਪ੍ਰੀਤ ਦੱਸਦੀ ਆ ਹਰਪ੍ਰੀਤ ਝੰਡੂਕਾ ਪਿੰਡ ਆ ਤੁਹਾਡਾ ਕਿੰਨੇ ਭੈਣ ਭਰਾ ਵਾ ਹਰਪ੍ਰੀਤ ਤੁਸੀਂ 5 ਭੈਣ ਭਰਾ ਵਾ ਤੂੰ ਸਾਰਿਆਂ ਤੋਂ ਛੋਟੀ ਆ ਕੀ ਕਰਦੀ ਆ ਤੂੰ ਕੁਛ ਨਹੀਂ ਕਰਦੀ ਕੁਛ ਤਾਂ ਕਰਦੀ ਆ ਕੀ ਕਰਦੀ ਆ ਰੋਟੀਆਂ ਲਾਉਣੀਆਂ ਹਨਾ ਰੋਟੀ ਪਾਣੀ ਘਰ ਦਾ ਕੌਣ ਬਣਾਉਂਦਾ ਤੂੰ ਬਣਾਉਣੀ ਆ ਦੇਖ ਲੈ ਫਿਰ ਤੂੰ ਕਹਿੰਦੇ ਮੈਂ ਕੁਛ ਨਹੀਂ ਕਰਦੀ ਹੈਂ ਕੁੜੀਏ ਤੂੰ ਤਾਂ ਬਹੁਤ ਵੱਡਾ ਕਾਰਜ ਕਰਦੀ ਆ ਮੇਰੀ ਭੈਣ ਤੇ ਤੋਂ ਵਾਹਿਗੁਰੂ ਨੇ ਬੜੀ ਕਿਰਪਾ ਤੇਰੇ ਤੇ ਜਿਹੜਾ ਤੂੰ ਇਹਨਾਂ ਅੱਖਾਂ ਤੋਂ ਹੀਣੇ ਆ ਭੈਣ ਆ ਇਹਨਾਂ ਦੀ ਸਰਬਜੀਤ ਕੌਰ ਆ ਭੈਣ ਇਹ ਵੀ ਅੱਖਾਂ ਤੋਂ ਦੇਖ ਨਹੀਂ ਸਕਦੀ ਤੇ ਆਹ ਸਾਡਾ ਛੋਟਾ ਵੀਰ ਅਰਸ਼ਦੀਪ ਸਿੰਘ ਇਹ ਵੀ ਅੱਖਾਂ ਤੋਂ ਦੇਖ ਨਹੀਂ ਸਕਦਾ ਅਰਸ਼ ਦੇਖੀਏ ਇੱਧਰ ਦੇਖੋ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਲੈ ਲਈ ਆ ਤੇ ਬਚਪਨ ਤੋਂ ਹੀ ਇਦਾਂ ਵਾ ਛੋਟੇ ਇਲਾਜ ਹੋਣੇ ਸੀ ਇਹਨਾਂ ਦੇ ਪਰ ਕਿਸੇ ਨੇ ਹੈਲਪ ਨਹੀਂ ਕੀਤੀ ਮਾਂ ਬਾਪ ਸਿਰ ਤੋਂ ਸਾਇਆ ਉੱਠ ਗਿਆ ਹੈ ਨਹੀਂ ਗੇ ਆ ਬੱਚੀ ਨਿੱਕੀ ਜੀ ਸੀਗੀ ਜਦੋਂ ਮਾਂ ਚਲੇ ਗਈ ਸੀ ਉਸ ਤੋਂ ਬਾਅਦ ਬਾਪ ਚਲਿਆ ਗਿਆ ਤੇ ਬੱਚੇ 5 ਬੱਚੇ ਆ 2 ਤੁਹਾਡੇ ਸਾਹਮਣੇ ਬੈਠੇ ਆ ਅੱਖੋਂ ਹੀਣੇ ਆ ਤੀਸਰਾ ਵੀ ਆ ਜਿਹੜਾ ਕਮਾਉਂਦਾ ਲੋਕਾਂ ਦੇ ਘਰੇ ਸੀਰੀ ਰਲਦਾ ਉਹ ਵੀ ਅੱਖਾਂ ਤੋਂ ਦੀਂਦਾ ਉਹਨੂੰ ਪਰ ਘੱਟ ਦੀਂਦਾ ਉਹਦੀ ਵੀ ਅੱਖਾਂ ਟੀਰ ਮਾਰਦਾ ਤੇ ਜਿਹੜੀ ਇੱਕ ਭੈਣ ਆ ਇਹਨਾਂ ਦੀ ਹੋਰ ਉਹ ਅੱਖਾਂ ਤੋਂ ਲੱਤਾਂ ਤੋਂ ਪਾਹਾ ਜਾ ਉਹਨੂੰ ਪੋਲੀਆ ਹੋਇਆ ਤੇ ਇੱਕ ਇਕੱਲੀ ਹਰਪ੍ਰੀਤ ਆ ਜਿਹੜੀ ਜਮਾ ਠੀਕ ਆ ਉਹਨੂੰ ਵਾਹਿਗੁਰੂ ਨੇ ਇਸ ਘਰ 'ਚ ਤਾਂ ਹੀ ਜਨਮ ਦਿੱਤਾ ਵੀ ਉਹ ਇਹਨਾਂ ਦਾ ਸਾਥ ਦੇ ਸਕੇ ਸਭ ਤੋਂ ਛੋਟੀ ਭੈਣ ਆ ਇਹਨਾਂ ਦੀ ਤੇ ਕੱਲ ਵੀਡੀਓ ਪਾਈ ਸੀ ਤੁਸੀਂ ਦੇਖਿਆ ਸੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੂੰ ਚੈੱਕਅਪ ਕਰਵਾਇਆ ਡਾਕਟਰ ਰਮੇਸ਼ ਦੇ ਤੇ CMC ਦੇ ਵਿੱਚ ਵੀ ਤੇ ਉਹਨਾਂ ਨੇ ਚੈੱਕਅਪ ਕਰਕੇ ਦੱਸਿਆ ਵੀ ਇਹਨਾਂ ਦੋਨੇ ਭੈਣ ਭਰਾਵਾਂ ਦੀ ਅੱਖਾਂ ਦੀ ਰੋਸ਼ਨੀ ਆ ਜਿਹੜੀ ਉਹ ਆ ਸਕਦੀ ਆ ਤੇ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਤੇ ਟੈਸਟ ਚੱਲ ਰਹੇ ਨੇ ਅੱਜ ਵੀ ਟੈਸਟ ਹੋਏ ਨੇ ਕੁਝ ਸਰਬਜੀਤ ਭੈਣ ਤੇ ਸਾਡਾ ਛੋਟਾ ਵੀਰ ਅਰਸ਼ਦੀਪ ਇਹਨਾਂ ਵਾਸਤੇ ਅਰਦਾਸ ਕਰਿਓ ਦੁਆ ਕਰਿਓ ਇਸ ਰੰਗਲੀ ਦੁਨੀਆ ਨੂੰ ਦੇਖ ਸਕਣ ਇਸ ਦੁਨੀਆ ਦੇ ਰੰਗਾਂ ਨੂੰ ਦੇਖ ਸਕਣ ਇਸ ਦੁਨੀਆ ਦੇ ਵਿੱਚ ਅੱਜ ਦੇ ਇਨਸਾਨਾਂ ਦੇ ਬਦਲਦੇ ਹੋਏ ਰੰਗਾਂ ਨੂੰ ਦੇਖ ਸਕਣ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਓ ਕੰਗਲਗੀਆਂ ਵਾਲੇ ਅੱਗੇ ਸਾਡੇ ਅਰਦਾਸ ਕਰਿਓ ਸਾਡੀ ਵੀ ਅਰਦਾਸ ਸੱਚੇ ਪਾਤਸ਼ਾਹ ਮਿਹਰ ਕਰੇ ਸਾਡੀਆਂ ਅੱਖਾਂ ਦੀ ਰੋਸ਼ਨੀ ਵੀ ਇਹਨਾਂ ਨੂੰ ਦੇ ਦੇਵੇ ਇਹ ਆਪਣੀਆਂ ਅੱਖਾਂ ਦੇ ਨਾਲ ਇਸ ਦੁਨੀਆ ਨੂੰ ਦੇਖ ਸਕਣ ਸੱਚੇ ਪਾਤਸ਼ਾਹ ਸਾਡੀ ਅਰਦਾਸ ਨੂੰ ਕਬੂਲ ਕਰਨ ਹਾਂ ਸਰਬਜੀਤ ਭੈਣੇ ਹਾਂਜੀ ਕਿਵੇਂ ਹੋ ਠੀਕ ਹੈ ਜੀ ਵਧੀਆ ਠੀਕ ਹੋ ਭੈਣੇ ਹਾਂਜੀ ਡਾਕਟਰ ਕੀ ਕਹਿੰਦੇ ਸੀ ਕੱਲ ਡਾਕਟਰ ਉਹ ਕਹਿੰਦੇ ਵੀ ਕੱਲ ਵੀ ਉਹਦਾ ਆਪਰੇਸ਼ਨ ਕੀ ਕਹਿੰਦੇ ਸੀਗੇ ਆਪਰੇਸ਼ਨ ਦਾ ਟਾਈਮ ਦੇਤਾ ਜੀ ਉਹਨੇ ਅੱਛਾ ਜੀ ਹਾਂ ਵੀਰਵਾਰ ਇਹਨੂੰ ਹੋਊਗਾ ਸ਼ੁੱਕਰਵਾਰ ਨੂੰ ਜੀ ਸ਼ੁੱਕਰਵਾਰ ਨੂੰ ਆਪਰੇਸ਼ਨ ਹੋ ਜੂ ਹਾਂਜੀ ਤੇ ਫਿਰ ਤੁਹਾਨੂੰ ਵਾਹਿਗੁਰੂ ਕਿਰਪਾ ਕਰੇ ਦਿਖਣ ਲੱਗ ਜੂ ਹਨਾ ਹਾਂਜੀ ਤੇ ਫਿਰ ਭੈਣ ਮੇਰੀ ਸਾਡੇ ਨਾਲ ਸੇਵਾ ਕਰਾਊਗੀ ਕਰਾ ਦੂੰਗੀ ਜੀ ਅਰਸ਼ ਤੂੰ ਬਈ ਅਸੀਂ ਵੀ ਕਰਾ ਦਾਂਗੇ ਓ ਵਾਹ ਬਈ ਵਾਹ ਵੀ ਆਉਂਦਾਗਾ ਵੀ ਉਹਨੂੰ ਲਿਆਉਂਗੇ ਤੁਸੀਂ ਕਿਹੜੇ ਨੂੰ ਮਾਨਸਾ ਤੋਂ ਵੀ ਭਾਈ ਆਉਂਦਾ ਵੀ ਸਾਡੇ ਵਾਸਤੇ ਹਾਂ ਆ ਗਿਆ ਪਹੁੰਚ ਗਏ ਇੱਥੇ ਉਹ ਹਾਂ ਉਹ ਵੀ ਉਹ ਪਾਲ ਬਾਈ ਨੇ ਗੱਲ ਕਰੀ ਸੀ ਹਾਂਜੀ ਉਹ ਕਹਿੰਦਾ ਸਟੈਂਡ ਆ ਕੇ ਵੀ ਉਹਨੂੰ ਐ ਕਹਦੀ ਕਨੈਕਟਰ ਨੂੰ ਵੀ ਲੋਕਲ ਬੱਸ ਬਣਾ ਲਈ ਫੜ ਲੈ
ਅੱਛਾ ਜੀ, ਵੀ ਹੰਬੜਾ ਵਾਲੀ ਬੱਸ ਚੜ ਕੇ ਵੀ ਜਦੋਂ ਹੰਬੜਾ ਆ ਕੋਈ ਨਾ ਮੈਂ ਗੱਲ ਕਰ ਲੈਣਾ ਭੈਣੇ ਪਾਲਣਾ, ਕੋਈ ਨਾ ਹੋਰ ਮੈਂ ਪੁੱਛ ਲਾ ਬਾਈ ਉੱਥੇ ਬਣ- ਭੇਜ ਦਿੰਦੇ ਅਸੀਂ ਕਿਸੇ ਨੂੰ ਲੈ ਆਊਗਾ। ਪਤਾ ਕੀ ਗੱਲ ਆ ਬਾਈ, ਉਹ ਪੜਿਆ ਹੈ ਨਹੀਂ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਮੇਰੀ ਭੈਣ, ਹੋਰ ਬਾਈ ਬਣ ਕੇ ਇੱਕ ਤੈਨੂੰ ਲੈ ਪਤਾ ਆਵਾਂਗੇ ਨਹੀਂ ਮੇਰੀ ਹੋ ਭੈਣ। ਜਾਂਦਾ। ਭੈਣ ਨੂੰ ਦੇਖ ਆਪਦੇ ਭਰਾ ਦਾ ਕਿੰਨਾ ਫਿਕਰ ਆ। ਹੋਰ ਬਾਈ ਮੈਨੂੰ ਤਾਂ ਟੈਨਸ਼ਨ ਹੋ ਟੈਨਸ਼ਨ ਨਾ ਲੈ ਮੇਰੀ ਭੈਣ, ਟੈਨਸ਼ਨਾਂ ਦੂਰ ਕਰ ਦੋ। ਇਹਦੇ ਭਰਾ ਨੇ ਇੱਥੇ ਆਉਣਾ ਸੀ, ਜਿਹੜਾ ਤੁਹਾਨੂੰ ਦੱਸਿਆ ਜਿਹਦੀ ਅੱਖਾਂ ਦੀ ਥੋੜੀ ਰੋਸ਼ਨੀ ਘੱਟ ਆ। ਤੇ ਆ ਵੀਰ ਆ ਸਾਡੇ ਮੈਡੀਕੇਅਰ ਵਾਲੇ, ਇਹ ਸਾਡਾ ਇੱਥੋਂ ਸਾਰਾ ਸਮਾਨ ਚੱਕ ਕੇ ਲੈ ਕੇ ਜਾਂਦੇ ਆ ਜੀ, ਜਿਵੇਂ ਪੱਟੀਆਂ ਡਰੈਸਿੰਗ ਦਾ ਸਮਾਨ ਹੁੰਦਾ ਬਚਿਆ ਹੋਇਆ, ਸਾਡਾ ਸਾਰਾ ਕੂੜਾ ਕਰਕੇ ਡੈਪਰ ਵਗੈਰਾ ਸਾਰਾ ਸਮਾਨ ਇਹ ਵੀਰ ਸਾਡੇ ਦਾ ਸੇਵਾ ਕਰਾਉਂਦੇ ਨੇ। ਅਕਾਲ ਪੁਰਖ ਵਾਹਿਗੁਰੂ ਨੇ ਸੇਵਾ ਲਾਈ ਹੋਈ ਆ। ਤੇ ਬਾਪੂ ਸਾਡੇ ਮਹਿੰਦਰ ਸਿੰਘ ਜੀ ਬੈਠੇ ਨੇ। ਬਾਪੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਦੀ ਕਿਰਪਾ ਬਾਪੂ ਜੀ ਦੀ, ਇਹ ਮਿਹਰ ਆ ਸੱਚੇ ਪਾਤਸ਼ਾਹ ਦੀ ਬਾਪੂ ਜੀ ਤੇ, ਜਿਹੜੀ ਇੰਨੀ ਉਮਰ 100 ਸਾਲ ਤੋਂ ਉੱਪਰ ਉਮਰ ਆ ਬਾਪੂ ਜੀ ਦੀ, ਪਰ ਬਹੁਤ ਸੀਨੀਅਰ ਬਜ਼ੁਰਗ ਨੇ ਸਾਡੇ ਸੰਸਥਾ ਦੇ। ਤੇ ਇੱਧਰ ਬਾਪੂ ਜੱਗਾ ਸਿੰਘ ਜੀ, ਬਾਪੂ ਨਿਰਮਲ ਖਾਨ ਸਾਡੇ ਬੈਠੇ ਨੇ। ਬਾਪੂ ਨਿਰਮਲ ਖਾਨ ਦੇ ਪੀੜਾ ਪਰਨਾ ਬੰਨ੍ਹਦਾ ਸਿਰ ਤੇ, ਬਾਪੂ ਦੀ ਟੋਪੀ ਦੇ ਦਿਓ ਖਾਨ ਸਾਹਿਬ ਦੀ। ਤੇ ਬਦਵਾ ਪਰਿਵਾਰ ਬੈਠਾ ਜੀ, ਬਦਵਾ ਸਾਹਿਬ ਦੋਨੇ ਪਿਓ ਪੁੱਤ ਬੈਠੇ ਆ ਜੀ। ਵਕਤ ਦੇ ਮਾਰੇ ਹੋਏ ਇਨਸਾਨ, ਪਤਾ ਨਹੀਂ ਕਿੰਨਾ ਕੁ ਮਹਾਰਾਜ ਨੇ ਹਜੇ ਇਹਨਾਂ ਤੋਂ ਹੋਰ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਪ੍ਰੀਖਿਆ ਲੈਣੀ ਹੈ। ਦੋਨੇ ਬਾਪ ਬੇਟਾ ਜਦੋਂ ਸਾਡੇ ਕੋਲ ਆਏ ਸੀਗੇ, ਦੋਨਾਂ ਦੇ ਖੱਬੇ ਪੈਰਾਂ ਦੇ ਵਿੱਚ ਕੀੜੇ ਪਏ ਹੋਏ ਸੀਗੇ। ਤੇ ਹੁਣ ਜ਼ਖਮ ਵੀ ਠੀਕ ਆ, ਤੇ ਇਹਦੀ ਸਿਰਫ ਜ਼ਖਮ ਥੋੜਾ ਜਿਹਾ ਵੱਧਦਾ। ਨਿਤਨ ਵਧਵਾ ਵਾ ਜੀ, ਤੇ ਇਹ ਸਾਡੇ ਲਾਲ ਚੰਦ ਵਧਵਾ ਜੀ ਨੇ ਜੀ। ਕਿਸੇ ਟਾਈਮ ਬਾਪੂ ਜੀ ਦੇ ਕਰਿਆਨੇ ਦੀ ਦੁਕਾਨ ਸੀ, ਵਧੀਆ ਸਾਰਾ ਕੁਝ ਸੀਗਾ, ਪਰ ਸਮੇਂ ਦਾ ਜਦੋਂ ਚੱਕਰ ਚੱਲਦਾ ਤਾਂ ਉਹ ਸਭ ਚੱਕਰ ਘੁਮਾ ਦਿੰਦਾ, ਪਤਾ ਨਹੀਂ ਕਿੱਧਰ ਨੂੰ ਲੈ ਜਾਂਦਾ ਚੱਕਰ। ਉਸ ਚੱਕਰ ਦੀ ਸਮਝ ਨਹੀਂ ਆਉਂਦੀ। ਫਿਰ ਜੰਟਾ ਬੈਠਾ ਸਾਡਾ ਵੀਰ ਸਤਪਾਲ ਦਾ ਭਰਾ, ਜਿਹੜਾ 22 ਸਾਲਾਂ ਤੋਂ ਘਰੇ ਸੰਗਲਾਂ ਨਾਲ ਬੰਨਿਆ ਹੋਇਆ। ਸਵਾਮੀ ਜੀ, ਸਵਾਮੀ ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ। ਇਹ ਵੀਰ ਬੋਲਦਾ ਨਹੀਂ ਕੁਛ ਵੀ, ਬਸ ਚੁੱਪ ਹੀ ਰਹਿੰਦਾ। ਸਾਡੇ ਕੋਲੇ ਬਾਈ ਮਨਪ੍ਰੀਤ ਸਿੰਘ ਜੀ ਹੈ ਜੀ, ਅਲੀਪੁਰ ਖਾਲਸਾ ਵਾਲੇ ਵੀਰ, ਉਹ ਛੱਡ ਕੇ ਗਏ। ਸਾਡੇ ਛੋਟੇ ਵੀਰ ਆ, ਉਹ ਵੀ ਸਾਡੇ ਨਾਲ ਕਾਫੀ ਟਾਈਮ ਸ਼ੁਰੂ ਤੋਂ ਜੁੜੇ ਹੋਏ ਆ। ਪਹਿਲਾਂ ਸਾਨੂੰ ਸਿਰਪੋ ਭੇਟ ਉਹਨਾਂ ਨੇ ਕੀਤਾ ਜੀ, ਸਿਰਪਾਓ ਜਿਹੜਾ ਕਹਿੰਦੇ ਆ ਜੀ ਉਹਨੂੰ, ਸਾਡੇ ਜਾਣੀ ਕਿ ਕਹਿ ਦਈਏ ਮਾਣ ਵਾਲੀ ਸਾਡੇ ਲਈ ਬਹੁਤ ਵੱਡੀ ਗੱਲ ਸੀਗੀ। ਉਹਨਾਂ ਨੇ ਸਾਨੂੰ ਪਹਿਲਾਂ ਆ ਕੇ ਢਾਬੇ ਦੇ ਉੱਤੇ ਹੁੰਦੇ ਸੀ ਉਦੋਂ, ਤੇ ਉਹਨਾਂ ਨੇ ਆ ਕੇ ਢਾਬੇ ਦੇ ਉੱਪਰ ਸਾਡੀ ਟੀਮ ਨੂੰ ਉਦੋਂ ਮਾਣ ਬਖਸ਼ ਕੇ ਸਨਮਾਨ ਕਰਕੇ ਗਏ ਸੀਗੇ। ਤੇ ਫਿਰ ਉਹਨਾਂ ਨੇ ਸਾਡੇ ਕੋਲੇ ਸਵਾਮੀ ਨੂੰ ਭੇਜਿਆ। ਉਹਨਾਂ ਨੂੰ ਬਹੁਤ ਮਾੜੀ ਹਾਲਤ ਦੇ ਵਿੱਚ ਨਾਭੇ ਦੇ ਕੋਲੋਂ ਮਿਲਿਆ ਸੀ ਵੀਰ ਇਹ। ਤੇ ਸਾਡੇ ਪ੍ਰੋਫੈਸਰ ਸਾਹਿਬ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਸੀ ਕਿਸੇ ਟਾਈਮ, ਪਰ ਹਾਲਾਤ ਜਦੋਂ ਵਿਗੜ ਗਏ, ਸੜਕਾਂ ਤੇ ਕੂੜੇ ਦੇ ਢੇਰ ਦੇ ਉੱਪਰ ਕੂੜਾ ਖਾਣ ਲਈ ਮਜਬੂਰ ਹੋ ਗਏ ਸੀ। ਉੱਥੋਂ ਚੱਕ ਕੇ ਲੈ ਕੇ ਆਉਂਦਾ ਸੀ ਬਾਪੂ ਜੀ ਨੂੰ, ਤੇ ਬੜੀ ਕਿਰਪਾ ਵਾਹਿਗੁਰੂ ਦੀ। ਹੁਣ ਸਾਡੇ ਕੋਲ ਰਹਿੰਦੇ ਨੇ, ਸੇਵਾ ਕਰਾਉਂਦੇ ਨੇ ਸਾਡੇ ਨਾਲ, ਪਾਠ ਵੀ ਕਰਦੇ ਨੇ, ਸਪੀਕਰ ਦੇ ਵਿੱਚ ਬਾਣੀ ਪੜ੍ਹਦੇ ਨੇ, ਸਾਰਾ ਕੁਝ ਕਰਦੇ ਨੇ। ਟੋਨੀ ਜੀ ਸਤਿ ਸ੍ਰੀ ਅਕਾਲ। ਹੋਰ ਜੀ ਟੋਨੀ ਸਾਹਿਬ, ਐਮਕਾਮ ਦੇ ਵਿੱਚ 골ਡ ਮੈਡਲਿਸਟ ਕੁਰੂਕਸ਼ੇਤਰ ਯੂਨੀਵਰਸਿਟੀ ਸਾਡੇ ਗੁਰਪ੍ਰਕਾਸ਼ ਸਿੰਘ ਟੋਨੀ ਬਿੰਦਰਾ ਜੀ, ਤੇ ਸਾਡੇ ਨਾਲ ਸੇਵਾ ਕਰਵਾਉਂਦੇ ਆ। ਹੁਣ ਇਹ ਵੀ ਠੀਕ ਹੋ ਚੱਲੇ ਹਨਾ ਬਾਪੂ ਜੀ? ਠੀਕ ਹੋ ਹੁਣ ਤੁਸੀਂ ਟੋਨੀ ਜੀ? ਹਾਂਜੀ, ਵਾਹਿਗੁਰੂ ਦੀ ਕਿਰਪਾ ਵਾ। ਹਾਂਜੀ, ਚਲੋ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ। ਸਾਡਾ ਗੁਰਪ੍ਰਕਾਸ਼ ਸਿੰਘ ਟੋਨੀ ਬਿੰਦਰਾ ਵੀਰ ਵੀ ਚੰਗੀ ਜ਼ਿੰਦਗੀ ਜਿਉਵੇਂ, ਸਿਹਤਯਾਬੀ ਭਰੀ ਜ਼ਿੰਦਗੀ ਜਿਉਵੇਂ। ਕਵਰ ਕੁਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਇਹ ਵੀ ਵੀਰ ਫਰੀਦਕੋਟ ਤੋਂ, ਬਾਬਾ ਫਰੀਦ ਦੀ ਧਰਤੀ ਤੋਂ ਲੈ ਕੇ ਪਿਛਲੇ 22 ਸਾਲਾਂ ਤੋਂ ਇਹ ਵੀ ਸੜਕਾਂ ਤੇ ਕੂੜਾ ਖਾਣ ਲਈ ਮਜਬੂਰ ਸੀ। ਮੰਮੀ ਡੈਡੀ ਟੀਚਰ ਸੀ, ਸਭ ਕੁਛ ਆ, ਪਰ ਕੋਈ ਨਹੀਂ ਹੈਗਾ। ਬਾਪੂ ਦਾਰਾ ਸਿੰਘ ਜੀ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਆਏ ਸੀਗੇ ਬਾਪੂ ਜੀ ਨੂੰ। ਬਾਪੂ ਜੀ ਦੇ ਪੈਰ 'ਚ ਕੀੜੇ ਪਏ ਹੋਏ ਸੀ, ਪਰ ਹੁਣ ਬਾਪੂ ਜੀ ਕੀੜੇ ਪਿਆ ਵਾਲਿਆਂ ਦੀ ਸੇਵਾ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਦੀ ਏਡੀ ਕਿਰਪਾ। ਹਾਂਜੀ ਪ੍ਰੇਮ ਕੁਰੇ ਕਿਵੇਂ ਆ? ਉਹ ਬਾਬਾ ਪ੍ਰੇਮ ਠੀਕ ਹੋ? ਸਤਿ ਸ੍ਰੀ ਅਕਾਲ ਕਰ ਦਿਓ। ਇਹ ਬਾਪੂ ਪ੍ਰੇਮ ਆ ਜੀ, ਪ੍ਰੇਮ ਸ਼ਰਮਾ। 27 ਸਾਲ ਸਭ ਤੋਂ ਵੱਧ ਸਮਾਂ ਸੰਗਲਾਂ ਨਾਲ ਬੇੜੀਆਂ ਨਾਲ ਜਕੜਿਆ ਰਿਹਾ ਹੈ। 27 ਸਾਲ ਆਪਣੇ ਘਰ ਦੇ ਵਿੱਚ ਆਪਣਿਆਂ ਵੱਲੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਵੀਰ ਸੀਗਾ ਇਹ। ਤੇ ਪੀੜ੍ਹੀਆਂ ਬਦਲ ਜਾਂਦੀਆਂ ਜੀ 27 ਸਾਲਾਂ ਦੇ ਵਿੱਚ। ਪਤਾ ਨਹੀਂ ਕਿਵੇਂ ਬੰਨੀ ਰੱਖਿਆ ਇਹਨਾਂ ਨੇ, ਪਤਾ ਨਹੀਂ ਕਿਉਂ ਨਹੀਂ। ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਲੋਹੜੀਆਂ ਮਨਾਈਆਂ ਗਈਆਂ, ਪਰ ਘਰ ਦਾ ਇੱਕ ਮੈਂਬਰ ਬੰਨਿਆ ਹੋਇਆ ਸੀ। ਵਾਹਿਗੁਰੂ ਇੱਧਰ ਨੂੰ ਦੇਖੋ ਜੀ, ਰੁਕੋ ਜੀ, ਵਾਹਿਗੁਰੂ ਜੀ ਰੁਕੋ ਰੁਕ ਰੁਕ ਇੱਧਰ ਰੁਕ, ਇੱਧਰ ਦੇ ਧਿਆਨ ਨਾਲ ਦੇਖੋ ਬਾਈ ਜੀ। ਨੰਗਲ ਅੰਬੀਆਂ ਪਿੰਡ ਆ ਵੀਰ ਦਾ, 4 ਕਿੱਲਿਆਂ ਦਾ ਮਾਲਕ ਆ ਵੀਰ ਸੀ, ਸੌਰੀ। ਤੇ ਅੱਜ ਇਹ ਵੀਰ ਸਾਡੇ ਕੋਲ ਰਹਿੰਦਾ
ਤੇ ਪਿਛਲੇ 7 ਸਾਲਾਂ ਤੋਂ ਘਰੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਬਿਨਾਂ ਕੱਪੜਿਆਂ ਤੋਂ ਨੰਗਾ। ਤੇ ਹੁਣ ਤੁਸੀਂ ਦੇਖੋ ਵੀ ਤੁਹਾਡੇ ਸਾਹਮਣੇ ਇਹ ਪਰਿਵਾਰ ਦਾ ਮੈਂਬਰ ਸਾਡੇ ਦਾ ਕਿੱਦਾਂ ਖੜਾ। ਤੇ ਜਿਹੜਾ ਇਹਨਾਂ ਦਾ ਪਰਿਵਾਰ ਸੀ ਉਹ ਕਹਿੰਦਾ ਸੀ ਵੀ ਜਦੋਂ ਇਹਦੇ ਕੱਪੜੇ ਪਾ ਦਿੰਦੇ, ਜਿਹਦੇ ਹੀ ਲਾ ਦਿੰਦਾ, ਪਾੜ ਕੇ ਸਿੱਟ ਦਿੰਦਾ, ਟੋਇਲਟ ਨਾਲ ਲਵੇਟ ਦਿੰਦਾ ਤੇ ਮਾਰਦਾ ਕੁੱਟਦਾ, ਇਸ ਕਰਕੇ ਸੰਗਲਾਂ ਨਾਲ ਬੰਨਿਆ ਹੋਇਆ ਸੀ ਇਹਨੂੰ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕੀ ਤੁਹਾਨੂੰ ਲੱਗਦਾ ਵੀ ਇਹ ਮਾਰਦਾ ਕੁੱਟਦਾ ਕਿਸੇ ਨੂੰ, ਜਾਂ ਇਹ ਵਿਚਾਰਾ ਇੰਨਾ ਯਾਨੀ ਕਿ ਸ਼ਰੀਫ ਇਨਸਾਨ ਆ ਬਾਈ ਜੀ। ਪਿਛਲੇ 6-7 ਸਾਲ ਇਹਨੂੰ ਪਤਾ ਨਹੀਂ ਕਿਉਂ ਸੰਗਲਾਂ ਨਾਲ ਬਿਨਾਂ ਕੱਪੜਿਆਂ ਤੋਂ ਜਿਹੜੇ ਕਮਰੇ 'ਚ ਬੰਨਿਆ ਸੀ, ਕਮਰੇ ਦੀਆਂ ਕੰਧਾਂ ਵੀ ਸਾਰੀਆਂ ਟੋਇਲਟ ਨਾਲ ਲਿਬੜੀਆਂ ਪਈਆਂ ਸੀ। ਤੇ ਜਿਹੜੀ ਟੋਇਲਟ ਸੀਟ ਲਾਈ ਸੀ ਉਹ ਇਹਨੇ ਪੱਟਤੀ ਸੀ, ਉਹਦੇ ਵਿੱਚੋਂ ਕੱਢ ਕੇ ਆਪਣੀ ਟੋਇਲਟ ਖਾਈ ਜਾਂਦਾ ਸੀ। ਜਦੋਂ ਅਸੀਂ ਇਹਦੇ ਕਮਰੇ 'ਚ ਗਏ, ਸਾਡੇ ਕੋਲ ਵੀਡੀਓ ਵਾਲੇ ਸੀ, ਅਜੇ ਤੱਕ ਸ਼ੇਅਰ ਨਹੀਂ ਕਰ ਪਾਏ ਫੇਸਬੁੱਕ ਤੇ ਵੀ ਕੀ ਦਿਖਾਈਏ ਅਸੀਂ ਸਮਾਜ ਦਾ ਚਿਹਰਾ। ਨਾਮ ਰੱਖਿਆ ਮਾਂ ਨੇ ਵਾਹਿਗੁਰੂ ਸਿੰਘ, ਤੇ ਹਾਲਾਤ ਕੋਠੀ ਐਡੀ ਵੱਡੀ, ਉਹਦੇ ਬਾਹਰਲੇ ਪਾਸੇ ਕਮਰੇ 'ਚ ਬੰਨਿਆ ਹੋਇਆ, ਤੇ ਅੰਦਰ ਸ਼ਾਇਦ ਉਹ ਪਰੌਂਠੇ ਖਾਂਦੇ ਹੋਣ, ਤੜਕੇ ਲਾ ਕੇ ਪ੍ਰਸ਼ਾਦੇ ਛਕਦੇ ਹੋਣ, ਖੀਰਾਂ ਦੁੱਧ ਖਾਂਦੇ ਹੋਣ, ਪੀਂਦੇ ਹੋਣ। ਤੇ ਪਰ ਇਹ ਉਸੇ ਘਰ ਦਾ ਹੀ ਪੁੱਤ ਆਪਣਾ ਮਲ ਮੂਤਰ ਖਾ ਰਿਹਾ ਸੀਗਾ। ਤੇ ਜਿਹੜੇ ਇਹਦੇ ਹਿੱਸੇ ਦੇ 4 ਕਿੱਲੇ ਜ਼ਮੀਨ ਸੀਗੀ ਉਹ ਵੀ ਵੇਚ ਕੇ ਖਤਮ ਕਰਤੀ। ਸਰੰਜ ਦੀ ਜਿਹੜੀ ਸੂਈ ਹੁੰਦੀ ਆ, ਚਿੱਟਾ ਪੀਂਦੇ ਜਿਹੜੇ ਲੋਕ, ਉਹਨਾਂ ਜਿਨ੍ਹਾਂ ਦੇ ਘਰਾਂ ਦੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਹਾਲਾਤ ਵਿਗੜੇ, ਉਹਨਾਂ ਨੂੰ ਪਤਾ ਸਰੰਜ ਦੀ ਸੂਈ ਦੇ ਵਿੱਚ ਦੀ ਇਹਦੇ ਵਾਲੇ 4 ਕਿੱਲੇ ਵੀ ਨਿਕਲ ਗਏ। 8 ਕਿੱਲੇ, ਟਰੈਕਟਰ ਟਰਾਲੀ, ਘਰ ਦਾ ਸਮਾਨ, ਜੋ ਇੱਜ਼ਤ, ਜੋ ਮਰਿਆਦਾ ਸੀ ਘਰ ਦੀ, ਸਭ ਕੁਝ ਸੂਈ ਦੇ ਵਿੱਚ ਦੀ, ਸਰੰਜ ਦੀ ਸੂਈ ਦੇ ਵਿੱਚ ਦੀ ਕੱਢਤਾ। ਤੇ ਅੱਜ ਆਹ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਇਹ ਵੀਰ ਸਾਨੂੰ ਮਿਲਿਆ ਸੇਵਾ ਦੇ ਲਈ। ਵਾਹਿਗੁਰੂ ਹਾਂਜੀ। ਤੇ ਇਸ ਵੀਰ ਦੇ ਵਾਸਤੇ ਅਰਦਾਸ ਬੇਨਤੀ ਕਰ ਦਿਓ ਤਾਂ ਜੋ ਇਹ ਵੀਰ ਆਪਣੀ ਇੱਕ ਚੰਗੀ ਜ਼ਿੰਦਗੀ ਜਿਉ ਸਕੇ, ਉਸ ਘਰ ਨੂੰ, ਉਸ ਘਰ ਦੇ ਵਾਰਸ ਮਿਲ ਸਕੇ, ਉਸ ਘਰ ਦਾ ਇਹ ਚਿਰਾਗ ਆ ਜਿਹੜਾ ਉਹ ਜਗਦਾ ਰਵੇ। ਇਹਦੇ ਛੋਟੇ ਭਰਾ ਨੇ ਸਾਰਾ ਕੁਝ ਹੀ ਵੇਚ ਕੇ ਨਸ਼ੇ ਦੇ ਵਿੱਚ ਖਤਮ ਕਰਤਾ। ਤੇ ਵਾਹਿਗੁਰੂ ਇਕੱਲਾ ਕਿੱਦਾਂ ਆਪਣੀ ਜ਼ਿੰਦਗੀ ਜਿਉ ਸਕਦਾ ਸੀ, ਕਿੱਦਾਂ ਇਹ ਕੱਪੜਿਆਂ ਤੋਂ ਬਿਨਾਂ ਬੰਨਿਆ ਹੋਇਆ ਸੀ, ਇਹ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ। ਤੇ ਸਾਡੇ ਮਾਤਾ ਜੀ ਸਰਜੀਤ ਕੌਰ ਜੀ, ਬੇਬੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਮਾਤਾ ਜੀ ਘਰ ਜਾਣਾ ਚਾਹੁੰਦੇ ਆ, ਬੇਨਤੀ ਆ ਅਫਸਰ ਪੁੱਤ ਨੂੰ ਵੀ ਲੈ ਜਾਓ ਜੀ। ਮਾਂ ਵਾ, ਜਨਮ ਦਿੱਤਾ ਇਸੇ ਪੇਟ ਦੇ ਵਿੱਚ 9 ਮਹੀਨੇ ਰੱਖਿਆ ਮਾਂ ਨੇ। ਅੱਜ ਇਹੀ ਮਾਂ ਆਪਣੇ ਘਰ ਜਾਣਾ ਚਾਹੁੰਦੀ ਆ, ਉਹ ਉੱਥੇ ਜਾ ਕੇ ਬੈਠ ਜਾਂਦੀ ਹੈ ਦਿਨੇ ਝੋਲਾ ਲੈ ਕੇ। ਹਰ ਰੋਜ਼ ਡੇਲੀ ਸਮਝਾਉਣਾ ਪੈਂਦਾ ਵੀ ਬੇਬੇ ਤੂੰ ਬਹਿ ਜਾ, ਆ ਜਾਂਦਾ, ਫਿਰ ਵੜਿਆ ਕੇ ਪਾਉਣੇ, ਫਿਰ ਜਾਣਾ ਚਾਹੁੰਦੀ ਹੈ ਹਰ ਰੋਜ਼, ਬਿਨ ਨਾਗਾ। ਤੇ ਅੱਜ ਵੀ ਹੁਣ ਪੁੱਛ ਲੈਂਦੇ ਆਪਾਂ ਬੇਬੇ ਨੂੰ ਵੀ ਪੁੱਤ ਬੇਬੇ ਤੇਰਾ ਕਿੱਦਾਂ ਦਾ, ਬੜਾ ਮਾੜਾ, ਤੁਹਾਨੂੰ ਕੀ ਜਵਾਬ ਮਿਲੂਗਾ ਦੇਖੋ। ਬੇਬੇ ਤੁਹਾਡਾ ਜਿਹੜਾ ਬੇਟਾ ਵਾ ਅਫਸਰ ਆ, ਉਹ ਵਧੀਆ ਨਹੀਂ ਹੈਗਾ ਬੰਦਾ, ਉਹ ਤਾਂ ਮੌਤ ਹੋ ਗਈ ਆ ਬੇਬੇ। ਉਹ ਜਾਨੀ ਕਿ ਤੁਹਾਨੂੰ ਸਾਂਭ ਨਹੀਂ ਰਿਹਾ, ਉਹ ਕਾਹਤੋਂ ਨਹੀਂ ਸਾਂਭ ਰਿਹਾ ਬੇਬੇ? ਉਹ ਤੁਹਾਨੂੰ ਇਹਦੇ ਪਿੱਛੇ ਕੋਈ ਫਿਕਰ ਕਰਨ ਦੀ ਲੋੜ ਨਹੀਂ। ਘਰ-ਬਾਰ ਪਾਇਆ ਪਿਆ, ਸੌਰੀ ਪੈਸਾ ਪੁੱਤ ਦਾ ਦਿੱਤਾ ਵਾ ਮੇਰੀ ਜ਼ਿੰਦਗੀ ਵਾਸਤੇ। ਠੀਕ ਹੈ ਬੇਬੇ। ਹਾਂ, ਜਾਨੀ ਕਿ ਤੁਹਾਡੀ ਕੇਅਰ ਕਰਦਾ, ਉਹ ਧਿਆਨ ਰੱਖਦਾ ਤੁਹਾਡਾ ਪੂਰਾ। ਤੁਹਾਨੂੰ ਘਰੇ ਕਾਹਤੋਂ ਨਹੀਂ ਵੜਨ ਦਿੰਦਾ? ਉਹ ਘਰੇ ਨਹੀਂ ਵੜਨ ਦਿੰਦਾ। ਉਹ ਕਹਿੰਦਾ ਮੈਂ ਐਡਾ ਵੱਡਾ ਅਫਸਰ ਆ, ਮੇਰੀ ਬੇਇੱਜ਼ਤੀ ਆ। ਮੈਨੂੰ ਫਿੱਟੇ ਮੂੰਹ ਨਹੀਂ ਬੋਲਿਆ, ਇਹ ਤਾਂ ਲੋਕਾਂ ਦੇ ਡਾਉਣ ਦੀਆਂ ਗੱਲਾਂ। ਤੇ ਉਹ ਕਹਿੰਦਾ ਕੱਲੀ ਮੈਂ ਜਗਰਾਮੀ ਰਵਾਂ, ਅਗਲਾ ਆਖੂਗਾ ਪੁੱਤ ਐਡਾ ਅਫਸਰ ਆ, ਮਾਂ ਰੋਲਦੀ ਫਿਰਦੀ ਆ। ਗੱਲ ਆ ਹੈ ਇਹ ਤੁਹਾਡਾ ਫਿਕਰ ਕਰਦਾ ਉਹ। ਉਹਦੀ ਤਾਂ ਮੌਤ ਕਰਤੀ, ਗਲ ਵੱਢ ਤਾਂ ਇਹਨਾਂ ਨੇ ਚੌਥੇ ਪੰਜ ਨੇ। ਨਾ ਬੇਬੇ ਐ ਨਾ ਕਹਿ, ਵਾਹਿਗੁਰੂ ਉਹਨੂੰ ਲੰਬੀ ਉਮਰ ਬਖਸ਼ੇ ਸੱਚੇ ਪਾਤਸ਼ਾਹ। ਨਹੀਂ ਪਰ ਬੇਬੇ ਦੀ ਸ਼ਾਇਦ ਪਤਾ ਨਹੀਂ ਗੱਲ ਦੇ ਵਿੱਚ ਕੀ ਆ, ਕਾਹਤੋਂ ਇਹਦੇ ਦਿਮਾਗ 'ਚ ਗੱਲ ਆਈ। ਪਰ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਵੀ ਉਸ ਵੀਰ ਨੂੰ ਲੰਬੀ ਉਮਰ ਬਖਸ਼ੇ ਤੇ ਉਹਨੂੰ ਸਮੱਤ ਵੀ ਬਖਸ਼ੇ ਵਾਹਿਗੁਰੂ। ਉਹ ਆਪਣੀ ਮਾਂ ਨੂੰ ਲੈ ਕੇ ਜਾਵੇ, ਉਹਨੂੰ ਉਹਦੀ ਸੇਵਾ ਕਰ ਸਕੇ, ਉਹਦੇ ਸੱਚੇ ਪਾਤਸ਼ਾਹ ਕਰਮਾਂ ਦੇ ਵਿੱਚ ਸੇਵਾ ਲਿਖੇ ਆਪਣੀ ਮਾਂ ਦੀ। ਤੇ ਇਦਾਂ ਹੀ ਸਾਡੇ ਢੰਡਰੀਆਂ ਵਾਲੇ ਬੇਬੇ ਸਾਡੀ ਸ਼ਿਮਲਾ ਦੇਵੀ। ਮੈਨੂੰ ਸੁਨਾਮ ਛੱਡਿਆਉਂਗੇ? ਹਾਂ ਬੇਬੇ ਸੁਨਾਮ ਛੱਡਿਆ। ਬਾਬੇ ਬੇਬੇ ਸੁਨਾਮ ਤੇਰੇ ਪੇਕੇ ਸੀ ਨਾ? ਪੇਕੇ ਨੇ ਮੇਰੇ। ਤੇਰੇ ਭਰਾ ਦਾ ਕੀ ਨਾਮ ਬੇਬੇ? ਭਰਾ ਦਾ ਕੱਚਾ ਨਾਮ ਤਾਂ ਲੀਲਾ ਹੈ। ਹਾਂ। ਤੇ ਇਹ ਜਿੰਦਰ ਕੁਮਾਰ ਹੈ। ਜਿੰਦਰ ਕੁਮਾਰ। ਬੇਬੇ ਕੀ ਕੰਮ ਕਰਦਾ ਸੀ ਉਹ? ਉਹ ਮੇਰੇ ਨਾਲ ਛੋਟਾ ਹੈ, ਪਹਿਲਾਂ ਤਾਂ ਪੜਦਾ ਸੀ। ਹਾਂਜੀ। ਫਿਰ ਨੌਕਰੀ ਕਰਦਾ ਸੀ, ਸਰੂਪ ਅਨਸਾਰੀ ਸੀ। ਹਾਂ। ਸੁਨਾਮ ਮੰਨਿਆ ਹੋਇਆ ਹੈਗਾ। ਅੱਛਾ ਜੀ। ਮੇਰੇ ਵਿਆਹ ਨੂੰ ਵੀ ਉਹੀ ਸੀ ਮੂਰੇ।
ਅੱਛਾ ਉਹਦੇ ਸੌਦਾ ਪੱਤਾ ਕੱਢਣ ਨੂੰ ਰਹਿ ਗਿਆ ਸੀ, ਜਿਵੇਂ ਇੱਥੇ ਆ ਗੱਡੀਆਂ ਸੌਦਾ ਲਾ ਕੇ ਲਿਆਉਂਦੇ ਨੇ ਹਾਂ ਦੁਕਾਨ ਤੋਂ। ਅੱਛਾ ਰਾਹ ਸਿਰ ਦੀ ਉਮਰ ਦਾ ਸੀ ਤਾਂ ਠੀਕ ਆ ਬੇਬੇ। ਪਰਚੂਨ ਦੀ ਦੁਕਾਨ ਕਰਦੇ ਸੀ। ਅੱਛਾ ਪਾਈਆ ਦਸੇਰ ਚੀਜ਼ ਵੇਚਦੇ ਸੀ। ਠੀਕ ਆ ਬੇਬੇ, ਠੀਕ ਆ। ਇਹ ਥੋਕ ਦੀ ਕਹਾਉਂਦੀ ਆ ਜਿਹੜੀ ਮਨਾ ਮੂੰਹ ਵੇਚਦੇ ਨੇ। ਜਿਹੜੇ ਤੇਰੇ ਸਹੁਰੇ ਸੀ ਬੇਬੇ ਉਹ ਤਾਂ ਥੋਕ ਦਾ ਕਰਦੇ ਸੀ। ਉਹ ਤਾਂ ਫਿਰ ਖੇਤੋਂ ਆਉਂਦੀ ਸੀ ਤਾਂ ਫਸਲ ਉਹ ਦਿੰਦੇ ਸੀ, ਰੇਹ ਰੱਪਾ ਦਿਹਾੜੀਆਂ ਦਿੰਦੇ ਸੀ, ਹਾਂ ਠੇਕੇ ਤੇ ਲੈਂਦੇ ਸੀ। ਅੱਛਾ ਸਾਲ ਭਰ ਤੇ ਕਿਰਾਏ ਤੇ, ਜਿਵੇਂ ਆਪਾਂ ਮਕਾਨ ਲੈਂਦੇ ਆ। ਹਾਂ ਇਵੇਂ ਮਾਮਲੇ ਤੇ ਲੈ ਲੈਂਦੇ ਸੀ ਬੇਬੇ। ਫਿਰ ਇਹ ਜਿਹੜਾ ਤੁਹਾਡੇ ਤੇ ਸਹੁਰੀ ਤਾਂ ਆੜਤ ਦਾ ਕੰਮ ਕਰਦੇ ਸੀ, ਯਾਨੀ ਕਿ ਇਹ ਤੁਹਾਡੇ ਆੜਤ ਦਾ ਪਿੱਛੋਂ ਕਰਨ ਲੱਗੇ ਸੀ। ਪਹਿਲਾਂ ਤਾਂ ਕਿ ਕਮਾਈ ਕੀ ਕਰਨੀ ਹੈ ਕਿ ਰਾਤ, ਫਿਰ ਸੌਦੇ ਵਾਲੇ ਸਾਰੇ ਖਿੱਚ ਲਏ ਆੜਤੀਆਂ ਵਾਲੀਆਂ ਨੇ। ਅੱਛਾ ਬੇਬੇ ਇਹ ਜਿਹੜਾ ਗੱਲ ਦੱਸਦੇ ਆ ਜਿਵੇਂ ਤੁਹਾਡਾ ਕੱਪੜੇ ਦਾ ਵੀ ਸੀਗਾ ਕੰਮ, ਹਨਾ? ਕੱਪੜੇ ਦੀ ਦੁਕਾਨ ਵੀ ਕੱਪੜੇ ਦਾ ਫਿਰ ਇਹਨਾਂ ਦੇ ਨਾਂ ਲਵਾਇਆ ਤਾਂ ਦੋਨੇ ਭਾਈਆਂ ਦੇ। ਕਿੰਨਾ ਦੇ? ਅਗਲਾ ਰਿਸ਼ਤਾ ਨਹੀਂ ਦਿੰਦਾ ਸੀ। ਕਿੰਨਾ ਦੇ? ਵੀ ਇਹ ਤਾਂ ਸਹੁਰੇ ਦਾ ਕਾਰੋਬਾਰ ਹੈ। ਕਿੰਨਾ ਦੇ ਨਾਂ ਲਵਾਇਆ? ਦੁਕਾਨ ਦਾ ਇਹਦੇ ਨਾਂ ਤੇ ਮੇਰੇ ਦਿਓਰ ਦੇ ਨਾਂ। ਇਹਦੇ ਕਿਹਦੇ? ਇਹਦੇ ਕੋਲ ਹੁੰਦਾ ਤਾਂ ਭਾਈ ਸਾਡਾ ਭਰਾ ਹਨਾ ਬਾਪੂ? ਹਾਂ ਇਹ ਬੇਬੇ ਭੋਲੇ ਪੰਚ ਸੀ। ਅੱਛਾ ਭੋਲਾ ਸੀ ਥੋੜਾ ਜਿਹਾ ਇਹ। ਹਾਂ ਹਲ ਬਾਇਆ ਹੋਇਆ, ਹਾੜੀ ਵੱਢ ਕੇ ਛੱਡੀ ਹੋਈ ਹੈ। ਵੀ ਕੋਈ ਧੀ ਭੈਣ ਜਿਵੇਂ ਟੀ ਪਾਰਟੀਆਂ ਕਰਦੀਆਂ ਨੇ ਆਪਸ ਚ, ਯਾਰ ਦੋਸਤ ਕਰਦੇ ਨੇ, ਕੁੜੀਆਂ ਕਰਦੀਆਂ ਨੇ ਆਪਸ ਚ। ਹਾਂ ਕਿੱਟੀ ਪਾਰਟੀਆਂ, ਟੀ ਪਾਰਟੀਆਂ ਵੀ ਕੋਈ ਕੁਛ ਖਾਂਦਾ ਕੋਈ ਕੁਛ ਖਾਂਦਾ, ਵੀ ਕੁਛ ਮਰਜ਼ੀ ਬਣਾਉਣ ਆਪਦੇ ਘਰੇ ਆਪਦੇ ਹੱਥ ਨਾਲ। ਵੀ ਭਾਈ ਦੇ ਮੰਗਣੇ ਤੇ ਵਿਆਹ ਤੇ ਭਾਈ ਲੱਗਿਆ ਤਾਂ ਉਹਨਾਂ ਦਾ। ਬੇਬੇ ਫਿਰ ਜਿਹੜੀ ਇਹ ਆੜਤ ਦੀ ਜਿਹੜੀਆਂ ਦੂਜੀ ਦੁਕਾਨਾਂ ਕੱਪੜੇ ਦੀ ਤੇ ਤੇਲ ਦਾ ਡਿਪੂ ਸੀ, ਉਹ ਫਿਰ ਤੇਲ ਦਾ ਡਿਪੂ ਨਹੀਂ ਹੈਗਾ ਸੀ। ਤੇਲ ਦਾ ਡਿਪੂ ਨਹੀਂ ਸੀ ਨਾ, ਇਹ ਤਾਂ ਫਿਰ ਨੂੰ ਜ਼ਮੀਨ ਵਾਲਿਆਂ ਨੂੰ ਇੰਜਨ ਤੇ ਤੇਲ ਪਾਉਣ ਨੂੰ ਦਿੰਦੇ ਸੀ, ਤਾਂ ਪਾਣੀ ਲਾਉਂਦੇ ਸੀ ਖੇਤ ਨੂੰ। ਬੇਬੇ ਜਦੋਂ ਤੂੰ ਵਿਆਹ ਕੇ ਆਈ ਸੀਗੀ, ਜਦੋਂ ਤੇਰਾ ਵਿਆਹ ਹੋਇਆ ਸੀ ਪਹਿਲੇ ਦਿਨ, ਜਦੋਂ ਤੈਨੂੰ ਉੱਥੋਂ ਲੈ ਕੇ ਆਇਆ ਸੀ, ਕਾਹਦੇ ਤੇ ਆਇਆ ਸੀ? ਗੱਡੀ ਤੇ ਲੈ ਕੇ ਆਈ ਤੈਨੂੰ? ਕਾਰ ਤੇ। ਕਾਰ ਤੇ ਸੀਗੇ। ਕਾਰ ਨੂੰ ਗੱਡੀ ਕਹਿੰਦੇ ਉਸ ਦੀ। ਹਾਂ ਬੇਬੇ ਕਾਰ ਤੇ ਬਰਾਤ ਕਿੰਨੀ ਗਈ ਸੀ? ਤੇ ਸੋਹਣੀ ਸੇਠ ਉਹਨਾਂ ਦੀ, ਸੋਹਣੀ ਸੇਠ ਬਰਾਤ ਥੋੜੀ ਬੁਲਾਈ ਸੀ ਮੇਰੇ ਪੇਕਿਆਂ ਨੇ। ਥੋੜੀ ਹੋਈ ਸੀ। ਪੇਕੇ ਤੇਰੇ ਥੋੜੇ ਉਹ ਸੀਗੇ ਹਨਾ? ਨਹੀਂ ਗਰੀਬ ਫਿਰ ਆਏ ਸੀ ਤਾਂ ਕੁੜੀਆਂ 7 ਬਈਆਂ ਨੇ ਪੁੰਨ ਦੀਆਂ। ਵਾਹਿਗੁਰੂ। ਤੇਰੀਆਂ 7 ਭੈਣਾਂ ਸੀ ਬੇਬੇ? 3 ਬੂਆ ਸੀ, 3 ਭੈਣਾਂ ਸੀ। ਅੱਛਾ 3 ਭੂਆ ਸੀਗੀਆਂ। 3 ਭੈਣਾਂ। ਸੋਨਾ ਪਾਇਆ ਸੀ, ਬਰਾਤ ਖੁੱਲੀ ਬੁਲਾ ਕੇ ਰੋਟੀ ਖਵਾਈ ਸੀ। ਥੋੜਾ ਚਿਰ ਹੀ ਹੋਇਆ ਸੀ ਮੇਰੀ ਭੈਣ ਵਿਆਹੀ ਨੂੰ। ਅੱਛਾ ਸਾਲ ਡੂਢ ਕੁ ਸਾਲ ਹੀ ਹੋਇਆ ਸੀ। ਫਿਰ ਜਦੋਂ ਤੁਹਾਡਾ ਰਿਸ਼ਤਾ ਹੋ ਗਿਆ। ਤੁਹਾਡਾ ਰਿਸ਼ਤਾ ਕਿਹਨੇ ਕਰਾਇਆ ਸੀ ਬੇਬੇ? ਇਹ ਰਿਸ਼ਤਾ ਸਮਝੋ ਦੋਨੇ ਭੈਣਾਂ ਇਕੱਠੀਆਂ ਵਿਆਹੁੰਦੇ ਸੀ। ਵੀ ਫਰਕ ਪੈ ਜੂਗਾ ਤੇ ਫਰਨੀਚਰ ਦਾ, ਮੇਜ਼ ਕੁਰਸੀਆਂ ਦੇ ਕਿਰਾਏ ਦਾ, ਕੜਾਈਆਂ ਕੜੂਈਆਂ ਦੇ ਕਿਰਾਏ ਦਾ। ਤੇ ਮੈਂ ਮੰਨੀ ਨਾ ਵੀ ਇਕੱਠੀਆਂ ਫਿਰ ਭੈਣਾਂ ਦੀ ਬਣਨੀ ਨਹੀਂ ਹੈਗੀ, ਲੜਾਈ ਝਗੜਾ ਹੁੰਦਾ ਰਹੂਗਾ। ਫਿਰ ਮੇਰਾ ਵਿਆਹ 2-2.5 ਸਾਲ ਪਿੱਛੋਂ ਹੋਇਆ ਮੰਗਣਾ। ਠੀਕ ਹੈ ਫਿਰ ਇਹਨਾਂ ਨੂੰ ਕਾਲ ਸੀ ਇਹ ਉਹਦੀ ਵਿਆਹਣ ਵਾਗੇ ਵੀ ਵਾਲਾ ਮੁੱਕਰ ਨਾ ਜਾਵੇ, ਵੀ ਅਸੀਂ ਰਿਸ਼ਤਾ ਦਿੰਦੇ ਨਹੀਂ, ਮੁੰਡਾ ਭੋਲੇ ਪੰਚ ਹੈ। ਅੱਛਾ ਫਿਰ ਇਹ ਕਹਿੰਦੇ ਵੀ ਅੱਜ ਹੀ ਵਿਆਹਣਾ ਹੈ ਨਾ, ਵੀ ਮੁੰਡੇ ਦਾ ਰਿਸ਼ਤਾ ਮਸਾਂ ਹੀ ਹੋਇਆ। ਸ਼ਿਮਲਾ 8 ਦਿਨਾਂ ਚ ਵੀ ਸਾਰੀ ਤਿਆਰੀ ਕਰੀ ਫਿਰ ਉਹਨਾਂ ਨੇ, ਮੇਰੇ ਪੇਕਿਆਂ ਨੇ। ਸ਼ਿਮਲਾ ਰਾਣੀ ਦਾ ਫਿਰ ਵਿਆਹ ਹੋਇਆ 8 ਦਿਨਾਂ ਚ ਹੀ। 8 ਦਿਨਾਂ ਚ ਸਾਰੀ ਤਿਆਰੀ ਕਰੀ, ਠਿਓਲੇ ਠੱਪੇ, ਬਰਾਤ ਦੀ ਰੋਟੀ, ਦਾਜ ਚ ਜਿਹੜਾ ਕੁਛ ਪਾਉਣਾ ਸੀ, ਇੱਕ ਅੰਗੂਠੀ ਪਾਈ ਸੀ, ਕੰਨਾਂ ਨੂੰ ਵਾਲੀਆਂ ਸੀ। ਇਹਨਾਂ ਕੋਲ ਤਾਂ ਬੇਬੇ ਬਹੁਤ ਸੋਨਾ ਸੀ ਹਨਾ? ਨਹੀਂ ਬਹੁਤ ਕਿੱਥੇ ਸੀ ਸੋਹਣੀ ਕੋਲੇ, ਸੋਹਣੀ ਸੇਠ ਐਵੇਂ ਸੀ। ਲੋਕ ਤਾਂ ਜਿਹਨੇ ਫਸਲ ਚ ਛਡਾ ਲੈਂਦੇ ਸੀ। ਅੱਛਾ ਗਹਿਣੇ ਧਰ ਜਾਂਦੇ ਸੀ ਲੋਕ ਅੱਗੇ ਗਹਿਣੇ, ਹੁਣ ਗਹਿਣੇ ਦਾ ਰਿਵਾਜ ਚੱਕਿਆ ਗਿਆ, ਹੁਣ ਛਡਾਉਂਦਾ ਨਹੀਂ ਕੋਈ। ਬੇਬੇ ਜਦੋਂ ਤੇਰਾ ਵਿਆਹ ਹੋਇਆ ਸੀ ਕਹਿੰਦੇ ਜਿਹੜਾ ਉਹ ਭਾਂਡਾ ਗੜਬੀ, ਸੋਨੇ ਦੀ ਗੜਬੀ ਨਾਲ ਪੈਣੀ ਵਾਰਨੀ। ਆਹ ਸਾੜੇ ਗੜਬੀ ਕਾਹਨੂੰ ਪਿੱਤਲ ਦੀ ਹੁੰਦੀ ਸੀ, ਪਿੱਤਲ ਪੀਲਾ ਹੁੰਦਾ ਸੀ ਤਾਂ। ਅੱਛਾ ਉਹ ਸੋਨੇ ਵਰਗੀ ਉਹ ਲੱਗਦੀ ਬਾਹਮਣਾ ਨੇ ਪਿੱਛੋਂ ਦੀ ਚੱਕ ਲਏ। ਅੱਛਾ ਚੱਕ ਲਏ। ਹੋ ਸਾਰੇ ਭਾਂਡੇ ਚੱਕ ਲਏ। ਵਾਹਿਗੁਰੂ। ਹੌਲੀ ਹੌਲੀ ਕਦੇ ਕੋਈ ਤੁੰਬਾ ਸੀ, ਦੁੱਧ ਧਾਰ ਚੋਂਦੇ ਹੁੰਦੇ ਸੀ, ਮੱਝ ਸੋਨੇ ਦੀ ਇੱਟ ਸੀ ਕਹਿੰਦੇ, ਉਹ ਵੀ ਲੈ ਕੇ ਚੱਕ ਕੇ। ਸੋਨੇ ਦੀ ਇੱਟ ਕਾਹਨੂੰ ਪੰਸੇਰੀ ਹੁੰਦੀ ਸੀ। ਪੰਸੇਰੀ ਸੱਚ, ਹਾਂ ਪੰਸੇਰੀ ਨਾਲ ਸੌਦਾ ਤੋਲਦੇ ਸੀ ਤਾਂ ਲੋਕ। ਜਿੰਸ ਦਾਣਾ ਫੱਕਾ ਲੈਂਦੇ ਸੀ, ਕਪਾਹ ਕਪੂ। ਨਹੀਂ ਬੇਬੇ ਜਦੋਂ ਤੇਰੇ ਭਾਂਡੇ ਚੱਕ ਕੇ ਲੈ ਗਏ ਲੋਕ, ਚੱਕ ਕੇ ਪਿੱਛੇ ਦੀ ਪਿੱਛੇ ਤਾਂ ਪੇਕਿਆ ਗਈ ਹੁੰਦੀ ਸੀ। ਹਾਂ ਪਿੱਛੋਂ ਲੈ ਜਾਂਦੇ ਸੀ।
ਇੱਕ ਤੁਹਾਨੂੰ ਹੋਰ ਵਾਲੀ ਮੇਰੇ ਕੋੜਾ ਨਾਲ ਸੱਚ ਤੋਂ ਦਾ ਮੰਗਾ ਵੀ ਲਏ। ਢੰਡਰੀਆਂ ਪਿੰਡ ਦੇ ਵੀਰਾਂ ਨੂੰ ਉਹਨਾਂ ਬੇਨਤੀ ਆ ਤੋਂ ਵੀ ਉਹ ਵੀ ਸੁਣਨ ਨਹੀਂ ਮੈਨੂੰ ਛੱਡਿਆ ਸੰਗਤ ਹੋਗੇ ਨੂੰ ਵੀ ਬੇਬੇ ਦੇ ਗਲ ਦੇ ਵਿੱਚ ਕੰਨ ਦੇ ਵਿੱਚ ਸੋਨੇ ਦੀਆਂ ਬਾਲੀਆਂ ਬੇਬੇ ਕੰਨ ਦੀਆਂ ਜਿਹੜੀਆਂ ਬਾਲੀਆਂ ਸੀ ਸੋਨੇ ਦੀਆਂ ਉਹ ਕਿੱਧਰ ਗਈਆਂ ਤੇਰੀਆਂ ਉਹ ਡਿੱਗ ਪਈਆਂ ਨਾਲ ਚੂਹੇ ਕਿ ਨਹੀਂ ਕਹਿੰਦੇ ਤੁਸੀਂ ਚੂਹੇ ਉਹ ਟੁੱਕ ਗਏ ਜਿੱਥੋਂ ਭੇੜ ਦੇਾਂਗੇ ਹਾਂ। ਉਹ ਫਿਰ ਡਿੱਗ ਪਈਆਂ ਡਿੱਗ ਪਈਆਂ ਫਿਰ ਚੱਕ ਲੀਆਂ ਜਿਹਨੇ ਉਹਨਾਂ ਨੇ ਦਿੱਤੀਆਂ ਨਹੀਂ ਦਿੱਤੀਆਂ ਨੀ। ਕਿੰਨਾਂ ਨੇ ਚੱਕੀਆਂ ਸੀ ਬੇਬੇ ਇੱਕ ਤਾਂ ਮੇਰੇ ਸਹੁਰੇ ਨੂੰ ਫੜਾਈ ਸੀ ਜਗਨੇ ਨੂੰ ਫੜਾਤੀ ਆ ਮੱਖਣ ਦੇ ਜਿਹੜਾ ਰੋਲਾ ਪਾਉਂਦਾ ਫਿਰਦਾ ਹੈ। ਹੂੰ ਜਗਣਾ ਤੀ ਇੱਕ ਮੈਂ ਆਟਾ ਲੈਣ ਗਈ ਸੀ ਮਸ਼ੀਨ 'ਚ ਡਿੱਗ ਪਈ ਉਹ ਮੰਜੂ ਨੇ ਬਬਲੀ ਦੇ ਘਰ ਵਾਲੀ ਨੇ ਜਿਹੜੀ ਮੰਜੂ ਹੈ ਹੁਣ ਚੱਕ ਲਈ ਮੈਂ ਬਾਹਰ ਭੇੜ ਕੇ ਬਾਗੀ ਮੈਂ ਦੁਬਾਰੇ ਦੇਖਣ ਗਈ ਇਹਨੇ ਧੁੱਪ ਚੜ ਗਈ ਮੈਂ ਰੋਟੀ ਲੱਗਣਾ ਸੀ ਮਿਲੇ ਨਹੀਂ ਫਿਰ ਨਾ ਮਿਲੀ ਨਹੀਂ ਦੇ ਕੇ ਨਹੀਂ ਰਾਜੀ ਸੀ ਜੇ ਦੇ ਕੇ ਰਾਜੀ ਹੁੰਦੇ ਫਿਰ ਰੱਖਦੀ ਕਾਹਨੂੰ ਟੂਣੇ ਟਾਮਣ ਕਰਦੇ ਨੇ ਇਹ ਬੰਨਣ ਖੋਲਣ ਜੇ ਦਾ ਵਸੇਖ ਪਤਾ ਨਹੀਂ ਕਿਵੇਂ ਆ ਕਿਵੇਂ ਨਾ ਇਹਨਾਂ ਨੂੰ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ ਕੋਈ ਗੱਲ ਨਹੀਂ ਤੇ ਬੇਬੇ ਦੇ ਹੱਥਾਂ ਦੇ ਵਿੱਚ ਵੀ ਇਦਾਂ ਦੀਆਂ ਇਹ ਤਾਂ ਕਿਸੇ ਦਾ ਦੁੱਖ ਸੁੱਖ ਚ ਗਏ ਸੀ ਚੂੜੀਆਂ। ਮੇਰਾ ਸਹੁਰਾ ਕਹਿੰਦਾ ਹੱਥ ਰੋਹ ਲੱਗਦੇ ਨੇ ਭੇੜੇ ਜੇ ਕਿ ਚੱਲ ਇਹ ਪਾਲਾ ਸੋਨੇ ਤੂੰ ਦੀਆਂ ਕਸ ਗਈ ਬੇਬੇ ਦੀ ਚੂੜੀ ਜਮਾਂ ਹੀ ਕਸੀਆਂ ਪਈਆਂ ਇੱਧਰ ਵੀ ਸੀਗੀ ਚੂੜੀ ਉਹ ਟੁੱਟ ਗਈ ਸਾਡੇ ਕੋਲ ਆ ਕੇ ਤੇ ਉਹ ਹੁਣ ਟਾਂਕਾ ਲਵਾਉਣੀ ਭੇਜੀ ਬੇਬੇ ਮਾਂ ਨੂੰ ਨੂੰ ਬਣਾ ਕਹਿੰਦਾ ਕੇ ਮਾਂ ਮਜ਼ਬੂਤ ਜੀ ਬਣਾ ਦੀ ਕਿਤੇ ਆ ਨਹੀਂ ਦੂਏ ਦਿਨ ਹੀ ਟਾਂਕਾ ਜਾ ਟੁੱਟ ਤੇ ਜੇ ਬੇਬੇ ਦੱਸਦੀ ਹੈ ਵੀ ਹੋਰ ਵੀ ਸੀਗੀਆਂ ਚੂੜੀਆਂ ਸਭ ਲਾ ਕੇ ਲੈ ਗਏ ਲੋਕ ਸਿਰਫ ਆ ਚੂੜੀਆਂ ਹੱਥਾਂ ਦੀਆਂ ਲਈਆਂ ਨਹੀਂ ਜਿਹੜੀਆਂ ਲਈਆਂ ਕੰਨਾਂ ਨੱਕ ਦੇ ਵਿੱਚੋਂ ਕੋਕਾ ਵੀ ਬੇਬੇ ਦਾ ਪੱਟ ਬੇਬੇ ਕੋਕਾ ਤੇਰਾ ਕਿੱਥੇ ਗਿਆ ਨੱਕ ਵਾਲਾ ਕੋਕਾ ਮੇਰੇ ਪੈਂਦਾ ਨਹੀਂ ਹੈਗਾ ਭੀੜਾ ਗਲੀ ਭੀੜੀ ਹੈਗੀ ਗਲੀ ਛੋਟੀ ਆ ਕੱਢ ਕੇ ਲੈ ਗਏ ਅੱਜ ਗਲੀ ਬੇਬੇ ਦੇ ਛੋਟੀ ਮੱਥੇ ਆ। ਤੇ ਬਿੰਦੀ ਲੱਗੀ ਤੁਸੀਂ ਦੇਖ ਸਕਦੇ ਹੋ ਇਹਦਾ ਨੋ ਬੇਬੇ ਪਾਲਸ ਨੂੰ ਦੀ ਹੈ ਬਹੁਤ ਸ਼ੌਂਕ ਆ ਬੇਬੇ ਨੂੰ ਸਾਡੀ ਨੂੰ ਹੁਣ ਠੀਕ ਹੋ ਗਿਆ ਨਹੀਂ, ਹੱਥਾਂ ਨੋ ਤੇ ਪਾਲਸ ਬੇਬੇ ਨੇ ਦੀ ਨੋ ਹੈ। ਪਾਲਸ ਲਾਈ ਹੋਈ ਆ ਇਹ ਟੰਡਰੀਆਂ ਵਾਲੀ ਸੰਗਤ ਨੂੰ ਬੇਨਤੀ ਹੈ ਨਹੀਂ ਮੇਰੇ ਤੇਰਾ ਵੀਰਾਂ ਭਾਈ ਨੂੰ ਤੈਨੂੰ ਪਲੀਜ਼ ਦਿਖਾਵਾ ਤਾਂ ਮਿਲ ਕੇ ਜਾਇਆ ਤੂੰ ਕਰੋ ਕਹਿ ਮੈਨੇ ਰਿਸ਼ਤਾ ਕਰਾ ਦਾ ਇਹਨੂੰ ਆਪਦਾ ਸਹੁਰਾ ਤੋਂ ਬੇਬੇ ਜਿਹੜੀ ਹੁਣ ਤੇਰੀ ਕਰਾ ਜ਼ਮੀਨ ਆ ਜਿਹੜੀ ਤੇਰੀ 6 ਕਿੱਲੇ ਜ਼ਮੀਨ ਆ ਉਹ ਹੁਣ ਬਾਈ ਜਾਂਦੇ ਆ ਉਹ ਬਬਲੀ ਉਹਨਾਂ ਨੇ ਵੰਡ ਲਈ ਆਪਸ ਵਿੱਚ ਜਗਨੇ ਉਹਨਾਂ ਨੇ ਉਹ ਬਾਹਰੇ ਨਹੀਂ ਉਹਨਾਂ ਨੇ ਕਿਹਾ ਬਾਹੋ ਤਾਂ ਸਹੀ ਹਲ ਤਾਂ ਬਾਹੋ ਹਲ ਨਹੀਂ ਜੋੜਦੇ ਜੋੜਦੇ ਨਹੀਂ ਹਾਲ ਹਲ ਜੋੜਦਾ ਨਹੀਂ ਦੂਏ ਦੀ ਜ਼ਮੀਨ 'ਚ ਦੂਏ ਦੀ ਜ਼ਮੀਨ ਹਜਮ ਹੀ ਨਹੀਂ ਹੁੰਦੀ ਕਿਸੇ ਨੂੰ ਨਾ ਨਾ ਬਿਮਾਰੀ ਠਮਾਰੀ ਆ ਜਾਂਦੀ ਹੈ ਨਫਾ ਨੁਕਸਾਨ ਹੁੰਦਾ ਰਹਿੰਦਾ ਹੈ। ਤੁਹਾਨੂੰ ਬੇਬੇ ਦਿੰਦੇ ਆ ਕੁਛ ਉਹ ਨਾ ਅਸੀਂ ਕੀ ਲੈਣਾ ਸਾਨੂੰ ਕਿਹੜਾ ਸਕੇ ਨੇ ਉਹ ਸਕੇ ਨਹੀਂ ਗਏ ਆਪਣੇ ਉਹਦਾ ਮੁਹੱਲੇ ਚੋਂ ਨੇ ਮਹੱਲੇ ਜੇ ਚੋਂ। ਸਰੀਕੇ ਚੋਂ ਦੂਰੋਂ ਹੋਣ ਫੇਰ ਉਦੋਂ ਵੀ ਤਾਂ ਉਹ ਕਹਿੰਦੇ ਬਬਲੀ ਸੇਠ ਕਹਿੰਦੇ ਮੇਰੀ ਮਾਂ ਆ ਇਹ ਕਾਹਨੂੰ ਐਵੇਂ ਮਾਰਦਾ ਪਕਾਈ ਜਿਵੇਂ ਤੂੰ ਪਕਾਈ ਮਾਰੀ ਜਾਂਦਾ ਉਹ ਪਕਾਈ ਮਾਰੀ ਜਾਂਦਾ ਜਿਵੇਂ ਮੈਂ ਕਹੀ ਬੇਬੇ ਦੱਸ ਕਿਵੇਂ ਲੱਗੀ ਵੀ ਤੂੰ ਤਾਂ ਮੇਰੇ ਨਾਲ ਉਮਰ 'ਚ ਵੱਡਾ ਹੈਗਾ ਵਾਹਿਗੁਰੂ ਵਾਹਿਗੁਰੂ ਬੇਬੇ ਤੂੰ ਮੇਰੀ ਬੇਬੇ ਆ ਬੇਬੇ ਚੱਲ ਤੂੰ ਮੇਰੀ ਭੈਣ ਆ ਬੇਬੇ ਤਾਂ ਲੱਗੀ ਛੇ ਛੋਟਾ ਹੋਵੇ ਬੇਬੇ ਤੇਰੀ ਉਮਰ ਕਿੰਨੀ ਆ ਕੀ ਪਤਾ ਹੁਣ ਕਿੰਨੀ ਕੁ ਹੋਊਗੀ ਤੇਰੀ ਉਮਰ ਦੇ ਲੱਗ ਇਹ ਸਾਡੀਆਂ ਯਾਨੀ ਕਿ ਕਹਿੰਦੀ ਇੱਕ ਆਦਤ ਆ ਵੀ ਉਮਰ ਨਹੀਂ ਦੱਸਣੀ ਆ ਤੁਸੀਂ ਰੋਟੀ ਰੋਟੀ ਪਕਾ ਭੈਣਾਂ ਲੈਣੇ ਮਾਵਾਂ ਸਾਡੀਆਂ ਜਿਹੜੀਆਂ ਲੇਡੀਜ਼ ਆ ਪੰਜਾਬ ਦੀਆਂ ਤੇ ਉਹਨਾਂ ਦੇ ਵਿੱਚੋਂ ਹੀ ਸਾਡੀ ਬੇਬੇ ਸ਼ਿਮਲਾ ਦੇਵੀ ਆ ਉਮਰ ਨਹੀਂ ਦੱਸਦੀ ਆਪਦੀ ਪਕਾਉਂਦੇ ਨਹੀਂ ਬੇਬੇ ਨੂੰ ਦਿਖਦਾ ਨਹੀਂ ਵਿਚਾਰੀ ਨੂੰ ਉਹਦੀ ਅੱਖਾਂ ਦੀ ਰੋਸ਼ਨੀ ਹੈ ਨਹੀਂ ਕੁੜੀ ਦੇ ਕੋਈ ਨਹੀਂ ਉਹਨੂੰ ਦਿਖਾਈ ਨਹੀਂ ਦਿੰਦਾ ਇਹਦੇ ਭਰਾ ਨੂੰ ਵੀ ਨਹੀਂ ਦਿਖਾਈ ਦਿੰਦਾ ਜਿਹੜਾ ਉਹ ਬੈਠਾ ਉਧਰ ਦੋਨਾਂ ਨੂੰ ਦਿੰਦਾ ਨਹੀਂਗਾ ਇਹਨਾਂ ਦਾ ਅੱਖਾਂ ਦਾ ਆਪਰੇਸ਼ਨ ਕਰਾਉਣਾ ਆਪਾਂ ਬੇਬੇ ਅੱਖਾਂ ਦੀਆਂ ਟਮਕਾਉਂਦੀਆਂ ਜਿਵੇਂ ਅੱਖਾਂ ਮਾਰਦਾ ਹੁੰਦਾ ਤਾਂ ਕੋਈ ਨਵੀਂ ਵਿਆਹੀ ਮਕਲਾਈ ਨੂੰ ਜਵਾਨ ਕੁੜੀ ਨੂੰ ਨਾ ਲਵ ਮੈਰਿਜ ਮੰਗੂ ਤਾਂ ਐ ਅੱਖਾਂ ਦੀਆਂ ਮਾਰਦੀ ਐ ਨਹੀਂ ਬੇਬੇ ਦੀ ਅੱਖਾਂ ਠੀਕ ਨਹੀਂ ਗਈਆਂ ਬੇਬੇ ਐ ਨਹੀਂ ਕਹਿਣਾ ਮੇਰੀ ਧੀ ਨਹੀਂ, ਭੈਣ ਆ ਮੇਰੀ ਉਹ ਲਵ ਮੇਰੀ ਗੱਲ ਸੁਣ ਬੇਬੇ ਲਵ ਮੈਰਿਜ ਵਾਲਾ ਮੁੰਡਾ ਤਾਂ ਅੱਖਾਂ ਦੀਆਂ ਮਾਰਦਾ ਰਹਿੰਦਾ ਹੈਗਾ ਅੱਜ ਸੁਣ ਲਓ ਜੀ ਬੇਬੇ ਦੀਆਂ ਗੱਲਾਂ ਸਾਡੀ ਸ਼ਿਮਲਾ ਦੇਵੀ ਦੀਆਂ ਬੇਬੇ ਦੀਆਂ ਗੱਲਾਂ ਤੇ ਉੱਥੇ ਹਾਲਾਤ ਤੁਸੀਂ ਦੇਖੇ ਹੋਣੇ ਜਦੋਂ ਲੈ ਕੇ ਆਏ ਸੀ ਬੇਬੇ ਨੂੰ 11 ਸਾਲਾਂ ਦੀ ਟਾਇਲਟ ਇਦਾਂ ਜਿਵੇਂ ਮੰਜੇ ਤੇ ਬੈਠੀ ਥੱਲੇ ਪਈ ਸੀ ਬੇਬੇ ਦੇ ਤੇ ਮੰਜਿਆਂ ਦੇ ਪਾਵੇ ਵੀ ਅੱਧੇ ਲੈਟਰਿਨ ਦੇ ਵਿੱਚ ਦੱਬੇ ਗਏ ਸੀ ਐਡੀਆਂ ਜਟਾਵਾਂ ਸੀ ਤੇ ਗੰਦੇ ਕੱਪੜੇ ਗੰਦੀ ਰੋਟੀ ਪਤਾ ਨਹੀਂ ਕਿੰਨੇ ਦਿਨ ਪੁਰਾਣੀ ਖਾਈ ਜਾਂਦੀ ਸੀ ਬੇਬੇ ਵਿਚਾਰੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਬੇਬੇ ਪਲੱਸ ਬੇਬੇ ਕਿੰਨਾ ਪੜ੍ਹੇ ਹੋਏ ਤੁਸੀਂ 10 ਪੜ੍ਹੀ ਹੋਈ ਹੈ 10 ਪੜ੍ਹੇ ਕਿਹੜੇ ਸਕੂਲ ਚ ਪੜ੍ਹੇ ਸੀ ਬੇਬੇ ਗਵਰਨਮੈਂਟ ਸਕੂਲ 'ਚ ਕੁੜੀਆਂ ਵਾਲੇ 'ਚ ਕਿੱਥੇ ਨਾਮ ਸਨਾਮ ਬੇਬੇ ਤੈਨੂੰ ਫਿਰ ਅੰਗਰੇਜ਼ੀ ਤਾਂ ਆਉਂਦੀ ਹੋਊ ਅੰਗਰੇਜ਼ੀ ਆਉਂਦੀ ਨਹੀਂ ਥੋੜੀ ਬਹੁਤੀ ਤਾਂ ਆਉਂਦੀ ਹੋਊ ਨਾ ਜਮੇ ਨਹੀਂ ਆਉਂਦੀ ਸਾਈਨ ਕਰ ਲੈਣੀ ਆਪ ਤਾਂ ਅੰਗਰੇਜ਼ੀ ਆਪਦਾ ਨੋ ਤਾਂ ਪਾ ਲੈਣੀ ਆ ਵਾਹ ਬਈ ਵਾਹ ਬੇਬੇ ਸੋਹਣੀ ਸੀਟ ਨੇ 10 ਪੜ੍ਹੀ ਨੂੰ ਲਿਆਂਦੀ ਸੀ ਵੈਸੇ ਤਾਂ ਉਹ ਫਿਰ ਤਾਂ ਹੀ ਕਾਹਲ ਕਰੀ ਤਾਂ ਵੀ ਅਗਲਾ ਧੀ ਵਾਲਾ ਮੁੱਕਰ ਨਾ ਜਾਵੇ ਹਾਂ ਉਹਨਾਂ ਨੂੰ ਐ ਸੀਗਾ ਵੀ ਬੇਬੇ ਚੀਜ਼ਾਂ ਚੂਜ਼ਾਂ ਦਾ ਪਿੱਛੋਂ ਕਰਾਈਆਂ ਸੀ ਫਿਰ ਹਾਂ ਬੇਬੇ ਫਿਰ ਇਹਨਾਂ ਨੇ ਟੀ ਪਾਲਟੀ ਪਿੱਛੋਂ ਕਰੀ ਥੀ ਵੀ ਮੁੰਡੇ ਵਾਲੇ ਫਿਰ ਪਿੱਛੋਂ ਵੀ ਕਰ ਦਿੰਦੇ ਨੇ ਟੀ ਪਾਲਟੀ ਹਾਂ ਜਿਹੜੇ ਬਰਾਤ ਨੂੰ ਘੋੜੀ ਨੂੰ ਰੋਟੀ ਕਰਦੇ ਨੇ ਸਾਂਤ ਨੂੰ
ਕੁੜੀ ਤੋਂ ਇੱਕ ਦਿਨ ਪਹਿਲਾਂ ਸਰਵਾਲਾ ਬਣਿਆ ਹੋਇਆ ਸੀ। ਕੌਣ? 2 ਵਾਰੀ ਇਹ ਮੇਰਾ ਆਦਮੀ ਤਾਂ ਕਰਨ ਨੇ ਵਿਆਹ ਲਿਆਏ। ਅੱਛਾ ਅੱਛਾ ਬੇਬੇ ਤੇਰਾ ਸਰਵਾਲਾ ਕੌਣ ਬਣਾ? ਸਰਵਾਲਾ ਕੌਣ ਬਣਾਈ ਤੇਰੇ ਵਿਆਹ ਮੌਕੇ? ਮੇਰੇ ਸਾਡੇ ਦਾ ਰਿਵਾਜ ਨਹੀਂ ਸਰਵਾਲੇ ਦਾ। ਉਹ ਮੇਰੀ ਭੈਣ ਹੈਗੀ ਸੀ ਛੋਟੀ। ਤੇ ਰੀਵਨ ਕਿਹਨਾਂ ਨੇ ਛੋਟੀ ਭੈਣ ਨੇ ਕਟਾਇਆ ਸੀ ਤੇਰੀ ਨੇ? ਕੀ ਰੀਵਨ ਜਦੋਂ ਕਟਾਇਆ ਨਾ ਰੀਵਨ ਨਹੀਂ ਕਟਾਉਂਦੇ, ਸਾਡੇ ਤਾਂ ਮਿੰਤੀ ਕਰਦੇ ਨੇ। ਅੱਛਾ ਮਿਹਨਤੀ ਕਰਦੇ ਨੇ। ਮਿੰਤੀ ਕਰਕੇ ਰਿਸ਼ਤੇਦਾਰ ਬਣਦਾ ਤਾਂ ਨਹੀਂ ਬਣਦਾ ਨਹੀਂ। ਜਿਵੇਂ ਲਵ ਮੈਰਿਜ ਵਾਲਾ ਰੌਲਾ ਪਾਉਂਦਾ ਰਹਿੰਦਾ ਪਿੱਛੇ ਤੋਂ ਵੀ ਭਾਈ ਅਸੀਂ ਟੋਲਿਆਗਾ ਕੁੜੀ ਦਾ ਬਾਰ ਟੋਲਿਆਗਾ। ਮਿੰਤੀ ਕਰਦੇ ਨੇ। ਬੇਬੇ ਤੁਸੀਂ ਜਿਹੜੀ ਤੁਹਾਡਾ ਭਰਾ ਵਾ ਉਹ ਹੈਗਾ ਹੁਣ ਕਿ ਹੈ ਨਹੀਂਗਾ? ਕੋਈ ਕਹਿੰਦਾ ਹੈਗਾ, ਕੋਈ ਕਹਿੰਦਾ ਹੈ ਨਹੀਂ। ਬੱਸ ਚੋਂ ਦੇਖਦਾ ਤੀ ਹੇਮੇ ਨੇ ਚੀਮਿਆਂ ਤੋਂ। ਚੀਮੀ ਸੁਣਿਆ ਤਾਂ ਬੇਨਤੀ ਸਨਾਮ ਪਿੰਡ ਵਾਲੇ ਵੀਰਾਂ ਨੂੰ ਬੇਨਤੀ, ਸਨਾਮ ਸ਼ਹਿਰ ਦੇ ਵੀਰਾਂ ਨੂੰ ਜੇ ਬੇਨਤੀ ਰਿਕੁਐਸਟ ਆ ਮੇਰੀ ਵੀ ਜੇ ਕੋਈ ਵੀਡੀਓ ਦੇਖਦੇ ਆ ਤਾਂ ਬੇਬੇ ਦੀ। ਬੇਬੇ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ? ਪਿਆਰਾ ਲਾਲ। ਪਿਆਰਾ ਕੀ ਕੰਮ ਕਰਦੇ ਸੀ ਪਿਆਰਾ ਲਾਲ ਜੀ? ਹੱਥ ਤੇ ਚੜਿਆ ਭਾਂਡੇ ਧੋਂਦਾ ਸੀ ਇੱਥੇ ਹੋਟਲ ਤੇ। ਜਿਵੇਂ ਆਹ ਕੰਮ ਕਰਦੇ ਨੇ, ਭਾਂਡੇ ਭੁੰਡੇ ਚੱਕ ਕੇ ਲੈ ਜਾਂਦੇ ਸਫਾਈ ਕਰ ਦਿੰਦੇ। ਤੇ ਪਿਆਰੇ ਲਾਲ ਦੀ ਬਾਰੇ ਕੋਈ ਜਾਣਕਾਰੀ ਰੱਖ ਦਿਓ ਪਲੀਜ਼। ਸਾਡੇ ਨੰਬਰ 9780300071 ਆ ਜੀ। 9780300071 82 848 ਤੇ 00071। ਇਹ ਨੰਬਰਾਂ ਦੇ ਸੰਪਰਕ ਕਰਿਓ ਜੀ। ਬੇਬੇ ਨੂੰ ਕਹੋ ਕਿ ਆਪਣੇ 골ਡ ਬੈਂਗਲ ਬੇਬੇ ਪੱਕਾ ਕੁਛ ਗੁੱਸੇ 'ਚ ਨਾ ਬੋਲਣਗੇ। ਇਹ ਸਾਡਾ ਵੀਰ ਲਖਵਿੰਦਰ ਕੌਰ ਭੈਣ ਆ ਸਾਡੀ ਬੰਸਲ। ਉਹ ਕਹਿ ਰਹੇ ਨੇ ਪੱਕਾ ਕੁਝ ਗੁੱਸੇ 'ਚ ਬੋਲਣਗੇ। ਰੋਟੀ ਨਹੀਂ ਪਕਾਉਂਦੀ ਇਹ। ਇਹਦੇ ਅੱਖ 'ਚ ਪੂਤਲੀ ਹੈਗੀ ਆ ਜਿਹਦੇ 'ਚ ਫੋਟੋ ਜੀ ਦਿਖਦੀ ਆ। ਹਾਂ ਹਾਂ ਬੇਬੇ ਆਹ ਭੈਣ ਕਹਿੰਦੀ ਆ ਕਿ ਬੰਗ ਦੇ ਦੇ ਤੂੰ ਸਾਨੂੰ ਆਪਦੀ। ਕਿਹਦੀ? ਆ ਫੇਸਬੁੱਕ ਤੇ ਇੱਕ ਭੈਣ ਆ ਕੋਈ ਲਖਵਿੰਦਰ ਭੈਣ ਸਾਡੀ। ਨਹੀਂ ਇਹ ਬੰਗ ਨਹੀਂ ਦੇਣੀ। ਅੱਗੇ ਮੇਰੀ ਟੁੱਟ ਗਈ ਇੱਕ ਬੰਗ। ਲਖਵਿੰਦਰ ਭੈਣ ਕਹਿੰਦੀ ਮੈਂ 2 ਬੰਗਾਂ ਫਿਰ ਇਕੱਠੀਆਂ ਲੈ ਆਉਂਗੀ ਤੇਰੇ ਵਾਸਤੇ। ਨਾ ਮੈਂ ਨਹੀਂ ਲੈਂਦੀ ਆ 2। ਪੱਕੀ ਗੱਲ ਆ ਫਿਰ ਜਵਾਬ ਦੇ ਦਈਏ ਫਿਰ ਉਹਨੂੰ? ਨਾ ਉਹ ਕਹਿੰਦੀ ਮੈਂ ਬਣਵਾ ਲੈਣੀ ਆ। ਲਖਵਿੰਦਰ ਕਿਹੜੀ ਆ? ਇਹ ਲਖਵਿੰਦਰ ਭੈਣ ਆ ਆਪਣੇ ਇੱਥੇ। ਤੈਨੂੰ ਕਿਸੇ ਦਿਨ ਆਊਗੀ ਮਿਲਾਉਂਗਾ ਮੈਂ ਤੈਨੂੰ ਜੇ ਕਿਤੇ ਵਾਹਿਗੁਰੂ ਨੇ ਕਿਰਪਾ ਕਰੀ ਭੈਣ ਨੂੰ ਤੇ ਫਿਰ ਆਪਾਂ ਕਰਾਂਗੇ ਗੱਲ। ਇੱਧਰਲੇ ਪਾਸੇ ਸੋਨਾ ਸਸਤਾ ਹੁੰਦਾ। ਸੋਨਾ ਸਸਤਾ ਇੱਧਰ? ਆਹੋ ਉਧਰਲੇ ਪਾਸੇ ਸਾਡੇ ਕੋਲ ਨਹੀਂ ਮਹਿੰਗਾ ਹੁੰਦਾ। ਅੱਛਾ ਜੀ। ਇੱਧਰ ਸਸਤਾ ਹੁੰਦਾ ਹੈਗਾ। ਠੀਕ ਆ ਵੀਰੇ ਠੀਕ ਆ ਬੇਬੇ। ਇਹ ਟੂਨੇ ਰਾਮਣ ਵਾਲੇ ਬਹੁਤ ਬਣੇ ਹੋਏ ਨੇ ਲੋਕ। ਚਲੋ ਬੇਬੇ ਆਪੇ ਰੱਬ ਦੇਖਦਾ ਫਿਰ। ਜਿਹੜਾ ਕਰੂ ਗਲਤ ਆਪੇ ਭੁਗਤੂਗਾ ਫਿਰ ਉਹ। ਹੋਰ ਸੁਣਾ ਬੇਬੇ ਕੋਈ ਗੱਲ ਦੱਸ ਆਪਦੀ ਹੋਰ ਕੋਈ ਪੁਰਾਣੀ ਗੱਲ ਕੀ ਦੱਸਾਂ ਮੈਂ। ਆਪਾਂ ਤਾਂ ਕਿਸੇ ਨਾਲ ਚੰਗੀ ਨਹੀਂ ਕਿਸੇ ਨਾਲ ਮਾੜੀ ਨਹੀਂ। ਸਕੂਲ ਵਗ ਜਾਂਦੇ ਸਵੇਰੀ ਦੁਪਹਿਰੇ ਆਉਂਦੇ ਸੀ। ਸਕੂਲ ਦਾ ਕੰਮ ਕਰਿਆ ਰੋਟੀ ਖਾਧੀ ਪੈ ਗਏ। ਹੱਥ ਨੇ ਮਾੜਾ ਮੋਟਾ ਠੂ ਠੱਪ ਜੀ ਕਰਾਤੀ ਮਾਂ ਨਾਲ। ਚੱਲ ਫੇਰ ਆਪਦਾ ਸਬਕ ਜਿਹੜਾ ਦੱਸਿਆ ਯਾਦ ਕਰਕੇ ਆਪਦਾ ਸੌਂਗੇ। ਚੱਲ ਕੰਮ ਨਿਬੜਿਆ ਸਵੇਰ ਨੂੰ ਫੇਰ ਵਗ ਜਾਂਦੇ ਸਕੂਲ। ਆਪਾਂ ਤਾਂ ਕਿਸੇ ਨੂੰ ਚੰਗੀ ਨਹੀਂ ਕਹਿੰਦੇ ਕਿਸੇ ਨੂੰ ਮਾੜੀ ਨਹੀਂ ਕਹਿੰਦੇ। ਨਾ ਆਪਾਂ ਨੂੰ ਕੋਈ ਚੰਗੀ ਮਾੜੀ ਕਹੇ। ਜੋ ਕੋਈ ਕਹਿੰਦਾ ਹੋਊ ਆਪਦੇ ਪਿੱਛੇ ਕਹਿੰਦਾ ਹੋਊਗਾ। ਸਹੀ ਗੱਲ ਆ ਬੇਬੇ ਤੁਹਾਡੀ ਸਹੀ ਗੱਲ ਆ। ਟਾਈਮ ਹੀ ਨਹੀਂ ਹੈਗਾ ਤੇ ਕਿਸੇ ਦੀਆਂ ਚੁਗਲੀਆਂ ਕਰਨ ਨੂੰ। ਨਾ ਚੁਗਲੀਆਂ ਕਰੀਏ ਕਿਸੇ ਦੀਆਂ। ਸਹੀ ਗੱਲ ਆ ਬੇਬੇ ਜੀ। ਜਿਹੋ ਜੀ ਰੱਬ ਪਾਊਗਾ ਉਹੋ ਜੀ ਕਢਾ ਦੂਗਾ। ਉਸੇ ਨੇ ਕਢਾਣੀ ਹੈ। ਸਭ ਉਹੀ ਕਰਾਉਂਦਾ ਬੇਬੇ ਸਹੀ ਗੱਲ ਆ ਤੁਹਾਡੀ। ਮਹਾਰਾਜ ਨੇ ਆਪਣੇ ਆਪ ਹੀ ਕਰਾ ਦੇਣਾ ਸਭ। ਆਪੇ ਕੋਈ ਨਾ ਕੋਈ ਵਾਲੀ ਵਾਰਸ ਬਣ ਜੂਗਾ। ਬੇਬੇ ਇਹ ਦੁਨੀਆ ਬੜੀ ਬਹੁਤ ਰੰਗੀ ਆ ਦੁਨੀਆ ਹਨਾ। ਹਾਂ ਇੰਨੇ ਟੂਨੇ ਟਮ ਨਾਲੇ ਨਹੀਂ ਬਣਦੇ ਸੀ। ਇੱਕ ਅੱਧਾ ਤਾਂ ਗੱਲ ਵੱਖਰੀ ਹੁੰਦੀ ਹੈਗੀ। ਇਹ ਟੂਨੇ ਟਮ ਨਾਲੇ ਹੀ ਖਾਸੇ ਬਣੇ ਹੋਏ ਨੇਗੇ। ਠੀਕ ਆ ਠੀਕ ਆ। ਇਹ ਬੇਬੇ ਟੂਣੇ ਟਾਣੇ ਵਾਲੇ ਕੋਈ ਬਣਦਾ ਵੀ ਕੁਛ ਨਹੀਂ ਫਿਰ ਉਹਨਾਂ ਦਾ। ਉਹ ਰੋਲੇ ਅਸਲੇ ਨਾਲ ਵੀ ਜੇ ਅਗਲਾ ਜਿੱਤ ਗਿਆ ਅਗਲੇ ਦਾ ਅਸਲ ਜਾਊਗਾ। ਆਪਣਾ ਟੂਨੇ ਟਮ ਨਾਲਾ ਫੇਰ ਬਣਾ ਲਾਂਗੇ। ਸਹੀ ਗੱਲ ਆ ਬੇਬੇ। ਬੇਬੇ ਲਵ ਮੈਰਿਜ ਵਾਲੀ ਕੀ ਗੱਲ ਕਰਦੇ ਜੀ ਤੁਸੀਂ? ਕੀ ਕਹਿੰਦੇ ਲਵ ਮੈਰਿਜ ਕਿਹਨੇ ਕਰਾਈ? ਤੁਸੀਂ ਲਵ ਮੈਰਿਜ ਕਰਾਈ ਸੀ ਬੇਬੇ? ਅਸੀਂ ਤਾਂ ਲਵ ਮੈਰਿਜ ਨਹੀਂ ਕਰਾਈ। ਮੇਰੇ ਤਾਂ ਫੇਰੇ ਹੋਏ ਨੇ। ਅੱਛਾ ਨਹੀਂ ਫੇਰੇ ਤਾਂ ਲਵ ਮੈਰਿਜ ਨਾਲ ਵੀ ਫੇਰੇ ਹੁੰਦੇ ਆ। ਤੇ ਬੇਬੇ ਕੀ ਤੂੰ ਕਹਿੰਦੀ ਲਵ ਮੈਰਿਜ ਨਾਲ ਫੇਰੇ ਨਹੀਂ ਹੁੰਦੇ। ਅੱਛਾ ਭੱਜ ਜਾਂਦੇ ਆ। ਬੇਬੇ ਦੱਸ ਹੁਣ ਗਰਾਰੀ ਫਸ ਗਈ। ਬੇਬੇ ਦੱਸ
ਮੇਰੇ ਤਾਂ ਕਾਰ ਵਿਹਾਰ ਹੋਏ ਨੇ ਸਾਰੇ ਧੀਆਂ ਸਾਰੇ ਦੇ ਪੱਖ। ਹਾਂ ਠੀਕ। ਬੇਬੇ ਮੈਂ ਪਾਣੀ ਬਾਰ ਨੇ ਮੈਨੂੰ ਪੱਕਾ ਪਤਾ ਕਿਸੇ ਨੇ ਦੱਸਿਆ ਵੀ ਤੇਰਾ ਪਾਣੀ ਬਾਰ ਨੇ ਸੋਨੇ ਦੀ ਗੜਬੀ ਚ ਹੋਈ ਸੀ। ਮੈਨੂੰ ਸੱਚ ਦੱਸ ਦੇ, ਮੈਨੂੰ ਗੜਬੀ ਚਾਹੀਦੀ ਆ। ਪਿੱਤਲ ਦੀ ਗੜਬੀ ਹੁੰਦੀ ਸੀ ਬੇਬੇ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ ਸੋਨੇ ਦੀ ਗੜਬੀ ਸੀ ਉਹ। ਸੋਨੇ ਦੀ ਗੱਲ ਹੁੰਦੀ ਸੀ, ਪਿੱਤਲ ਪੀਲਾ ਹੁੰਦਾ ਸੀ ਤਾਂ। ਸੋਨੇ ਦੀ ਐਟ ਸੀ ਕਹਿੰਦੇ ਤੁਹਾਡੇ ਘਰੇ, ਮੈਨੂੰ ਦੱਸ ਦੇ ਕਿੱਥੇ ਪਈ ਆ, ਮੈਂ ਲੈ ਕੇ ਆਉਣੀ ਕੱਢ ਕੇ। ਉਹ ਬਾਹਮਣਾ ਨੇ ਚੱਕੀ ਹੈਗੀ ਆ ਲੈਂਦਾ ਆ ਸੁਣੀ ਐਡਰੈਸ ਸਮਝਾ ਦੇ ਪੁੱਤ। ਕੋਠੇ ਉੱਪਰ ਦੀ ਬਾਹਮਣਾ ਨੇ ਚੱਕੀ ਹੈਗੀ। ਅੱਛਾ ਪਿੱਛੇ ਦੀ ਚੱਕ ਕੇ ਲੈ ਗਏ ਉਹ ਉੱਪਰੋਂ ਜਦੋਂ ਮੇਰੇ ਪੇਕੇ ਗਈ ਹੁੰਨੀਆਂ ਮੈਂ। ਬੇਬੇ ਜਦੋਂ ਤੇਰਾ ਸਹੁਰੇ ਦੀ ਡੈਥ ਹੋ ਗਈ ਸੋਨੀ ਸੇਠ ਦੀ। ਡੈਥ ਨਹੀਂ ਹੋਈ, ਹਾਂ ਉਈਆਂ ਚੱਕਿਆ ਹੋਇਆਗਾ। ਅੱਛਾ ਲੱਭ ਨਹੀਂ ਰਿਹਾ, ਉਹ ਗੁੰਮ ਗਿਆ। ਵੀ ਜ਼ਮੀਨ ਸਾਡੇ ਨਾਂ ਲੱਗ ਜੂਗੀ। ਅੱਛਾ ਗਾਇਬ ਕਰਤਾ। ਉਹ ਨਹੀਂ ਮਰਿਆ ਨਹੀਂ ਹੈਗਾ, ਮਰਿਆ ਨਹੀਂ ਹੈਗਾ। ਅੱਛਾ ਬੇਬੇ ਵੀ ਇਹਦੇ ਹੱਥ ਦੀ ਪੱਕੀ ਰੋਟੀ ਨਹੀਂ ਅਸੀਂ ਖਾਣ ਦਿੰਦੇ ਕਿ ਤੇ ਨੋ ਜ਼ਮੀਨ ਲਵਾ ਦੇਗਾ ਕਿ ਸੰਗਤ ਜੀ ਕਿ ਤੈਨੂੰ ਪਕਾ ਕੇ ਖਵਾਉਣ ਨਹੀਂ ਦਿੰਦੇ ਕਿ ਇਹ ਜਿਹੜੇ ਦਿਨ ਆ ਜਿਹੜੇ ਅੱਡ ਅੱਡ ਤੇ ਫਿਰ ਇਹ ਦੂਰਾ ਵਾਪਸ ਨਹੀਂ ਆਉਣੇ ਮੁੜ ਕੇ ਕਦੇ ਵੀ ਜ਼ਿੰਦਗੀ 'ਚ। ਤੇ ਜਿਹੜੇ ਅਸੀਂ ਦਿਨ ਕੱਟ ਰਹੇ, ਜਿੱਦਾਂ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਕਰ ਰਹੇ ਹਾਂ ਜੀ, ਸਾਡੀ ਟੀਮ ਕਰ ਰਹੀ ਆ, ਇੰਨਾ ਸੋਹਣਾ ਮਾਹੌਲ, ਇੰਨਾ ਸਕੂਨ ਵਾਲਾ ਮਾਹੌਲ ਆ। ਸ਼ਾਇਦ ਜ਼ਿੰਦਗੀ 'ਚ ਅਸੀਂ ਹੋ ਸਕਦਾ ਬਿਲਡਿੰਗਾਂ ਬਣ ਜਾਣ, ਕੋਠੀਆਂ ਮਹਿਲ ਮਨਾਰੇ ਬਣਾ ਦਈਏ, ਏਸੀ ਲਾ ਦਈਏ, ਪਰ ਜਿਹੜਾ ਤੰਬੂਆਂ ਦੇ ਵਿੱਚ ਟੈਂਟਾਂ ਦੇ ਵਿੱਚ ਸੇਵਾ ਕਰਕੇ ਨਾ ਬੇਬੇ ਬਾਪੂਆਂ ਨਾਲ ਬੈਠ ਕੇ ਗੱਲਾਂ ਕਰਕੇ ਨਜ਼ਾਰਾ ਆਉਂਦਾ, ਹੁਣ ਇਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਤੁਹਾਡਾ ਕਾਸੇ ਦਾ ਜਿੰਨਾ ਸਕੂਨ ਆਉਂਦਾ ਬਿਆਨ ਨਹੀਂ ਕਰ ਸਕਦੇ ਜੀ। ਕਹਿੰਦੇ ਕਾਸੇ ਦੇ ਸੱਚੇ ਪਾਤਸ਼ਾਹ ਨੇ ਬੜਾ ਵੱਡਾ ਇਹ ਕੌਣ ਕਹਿੰਦੇ ਮਾਣ ਬਖਸ਼ਿਆ, ਬੜਾ ਦਿਲੋਂ ਧੰਨਵਾਦ ਕਰਦੇ ਹਾਂ। ਹਜ਼ਾਰਾਂ ਜ਼ਿੰਦਗੀਆਂ ਨਿਸ਼ਾਵਰ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਿੱਤੇ ਹੋਏ ਇਸ ਦਾਤ ਦੇ ਉੱਪਰ। ਕੱਲਾ ਕੱਲਾ ਸਵਾਸ ਇਸ ਜ਼ਿੰਦਗੀ ਦਾ ਨਿਸ਼ਾਵਰ ਹੈ, ਇਸ ਸੇਵਾ ਦੇ ਉੱਪਰ। ਅਕਾਲ ਪੁਰਖ ਅਖੀਰਲੇ ਸਾਹ ਤੱਕ ਸੇਵਾ ਲੈਂਦੇ ਰਹਿਣਾ, ਇਦਾਂ ਹੀ ਸੇਵਾ ਕਰਦੇ ਰਹੀਏ, ਮਾਇਆ ਕਲੈਣੀ ਤੋਂ ਬਚੇ ਰਹੀਏ, ਦੂਰ ਰਹੀਏ, ਸੱਚੀ ਨੀਤ ਨਾਲ ਸੱਚੇ ਮਨੋਂ ਸੇਵਾ ਕਰਦੇ ਰਹੀਏ। ਇਹੀ ਅਰਦਾਸ ਕਰਿਓ ਸਾਡੇ ਵਾਸਤੇ, ਮੇਰੀਆਂ ਭੈਣਾਂ ਨੂੰ, ਮੇਰੇ ਵੀਰਾਂ ਨੂੰ, ਬਜ਼ੁਰਗਾਂ ਨੂੰ ਇਹੀ ਬੇਨਤੀ ਹੈ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਓ ਵੀ ਸਾਡੀ ਨੀਤ ਸਾਫ਼ ਰਵੇ, ਅਸੀਂ ਇਦਾਂ ਹੀ ਚੰਗੇ ਮਨ ਨਾਲ, ਚੰਗੀਆਂ ਸੋਚ ਦੇ ਨਾਲ ਸੇਵਾ ਕਰਦੇ ਰਹੀਏ। ਇੱਧਰ ਜੱਸੀ ਖੜਾ ਜੀ, ਇੱਧਰ ਅਨਮੋਲ ਖੜਾ, ਤੇ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਅਸੀਂ ਪਰਵਰਿਸ਼ ਇਦਾਂ ਹੀ ਕਰਦੇ ਰਹੀਏ। ਹੋਰ ਵੀ ਬੱਚੇ ਆ ਸਾਡੇ ਕੋਲੇ ਸੰਸਥਾ ਦੇ ਵਿੱਚ, ਤੇ ਉਹ ਹਜੇ ਉਹਨਾਂ ਦੀ ਕਲਾਸ ਲੱਗੀ ਹੋਈ ਹੈ, ਟੀਚਰ ਉਹਨਾਂ ਨੂੰ ਪੜ੍ਹਾ ਰਹੇ ਆ। ਤੇ ਬਸ ਇੱਕੋ ਹੀ ਦੁਆ ਅਰਦਾਸ ਕਰਦੇ ਇੰਨੀ ਕਿ ਵੀ ਅਸੀਂ ਸੱਚੇ ਮਨ ਨਾਲ, ਸਾਫ਼ ਨੀਤ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਸੇਵਾ ਕਰਦੇ ਰਹੀਏ ਜੀ। ਆ ਫੜਾ ਦੋ ਮੈਨੂੰ, ਆ ਫੜਾ ਦੇ ਚਿੱਟਾ ਜਾਂ ਮੈਂ ਦੇ ਦਿੰਦੇ ਬੇਬੇ, ਦਿੰਨੇ ਝੋਲਾ ਨਹੀਂ ਪਤਾ, ਤੂੰ ਬੈਠਾ ਰਹਿ ਆਰਾਮ ਨਾਲ, ਮੈਂ ਉਧਰ ਕਹਿ ਰਹੀ ਹਾਂ। ਠੀਕ ਹੈ ਬੇਬੇ, ਗਲਤੀ ਹੋ ਗਈ ਮੇਰੀ ਮਾਂ। ਆ ਦੇ ਦੇ ਝੋਲਾ, ਇੱਧਰ ਦੇ ਦੇ ਬੇਬੇ ਉਹ ਨੂੰ। ਇੱਧਰ ਰੱਖਿਆ, ਗਾਂ ਦੀ ਗਾਂ ਰੱਖੀ ਜਾਂਦੀ, ਇੱਧਰ ਫੜਾ ਦੇ ਬੇਬੇ ਨੂੰ। ਉਰੇ ਫੜਾ ਦੇ। ਹੋਰ ਬੇਬੇ ਦਾ ਝੋਲਾ ਵਾ ਆ ਝੋਲੇ ਵਿੱਚ ਮੇਰੇ ਕਿਸੋਂ ਆ ਵੀਰੇ। ਬੇਬੇ ਟੂਮਾਂ ਤੇਰੀਆਂ ਟੂਮਾਂ। ਵੇ ਪੁੱਤਰਾ ਕੱਖ ਨਹੀਂ ਛੱਡਿਆ, ਪਾਪੀਆਂ ਨੇ ਪੇਕਿਆਂ ਨੇ ਕੱਖ ਨਹੀਂ ਛੱਡਿਆ। ਟੂਮਾ ਪਾਉਂਦਾ ਹੁਣ ਰਿਵਾਜ ਹੀ ਨਹੀਂ ਰਿਹਾ। ਆ ਤੇਰੇ ਤਾਂ ਪਾਈਆਂ ਹੋਈਆਂ ਬੇਬੇ ਟੂਮਾਂ ਦੇ। ਸ਼ੌਕ ਹੀ ਨਹੀਂ ਇਹਦਾ ਕਿਸੇ ਦੇ ਦੁੱਖ ਸੋਚ ਗਏ ਸੀ ਕਿ ਹੱਥ ਜਾਂਗੇ ਉਹ ਲੱਗਦੇ ਨੇ ਜੀ ਵਜਾ ਉਹ ਹਜੀ ਕਿ ਇਹ ਤਾਂ ਦਿਖਦੀਆਂ ਨਹੀਂ ਹੈਗੀਆਂ ਕਿ ਚੱਲ ਇਹ ਪਾਲਾ ਕੇ ਇਹ ਹੱਥ 'ਚ ਪਾਈਆਂ ਪੁਆਈਆਂ ਤਾਂ ਰਹਿ ਗਿਆ। ਮੰਜਾ ਤੁਸੀਂ ਬਾਹਰ ਦੀ ਬਾਹਰ ਚੱਕ ਕੇ ਲੈ ਆਓ, ਸਣੇ ਮੰਜੇ ਚੱਕ ਲੈਣਾ ਤੇਰਾ ਦੇਲਾ ਸੀ ਫਿਰ ਬੇਬੇ। ਮੈਂ ਕਿਹੜਾ ਕੋਈ ਖਬਾਰ ਉੱਥੇ ਬੇਬੇ ਤੇਰਾ ਸੋਨਾ ਸਾਨਾ ਤਾਂ ਨਹੀਂ ਲੁਕੋ ਕੇ ਰੱਖਿਆ ਜੀ, ਤੁਸੀਂ ਚੱਕ ਕੇ ਲਿਆਏ ਤੈਨੂੰ ਕਿੱਥੇ? ਉੱਥੇ ਨਾ ਕਮਰੇ? ਮੈਂ ਨਹੀਂ, ਮੈਨੂੰ ਨਹੀਂ ਸਵਾਹ ਹੈਗਾ ਤੇ ਮੈਂ ਤਾਂ ਰੋਟੀ ਟੁੱਕ ਪਕਾ ਲਿਆ। ਨਹੀਂ ਜਦੋਂ ਤੈਨੂੰ ਕਮਰੇ ਚੱਕਿਆ ਸੀ, ਇੱਧਰ ਪਿੱਤਲ ਦੇ ਭਾਂਡੇ ਭੁੰਡੇ ਪਏ ਸੀ ਸਾਰੇ ਉੱਥੇ। ਉਹ ਫਿਰ ਰੋਟੀ ਪਕਾਉਂਦੀ ਹੁੰਦੀ ਸੀ ਮੈਂ ਪਹਿਲਾਂ। ਚਲ ਹੁਣ ਤਾਂ ਕਈ ਸਾਲਾਂ ਤੋਂ ਪਕਾਈ ਹੋਈ ਨਹੀਂ ਸੀ ਰੋਟੀ ਤੂੰ। ਆਖੇ ਮੁੰਡੇ ਵਾਲੀ ਰੋਟੀ ਨਹੀਂ ਪਕਾਉਂਦੀ ਕਿ ਨੀਮੇ ਦੀਆਂ ਮੈਂ। ਤੇ ਨਹੀਂ ਬੇਬੇ ਉੱਥੇ ਕੋਈ ਸੋਨੇ ਦੀ ਚੀਜ਼ ਤਾਂ ਨਹੀਂ ਤੇਰੀ ਰੱਖੀ ਹੋਈ ਸੀਗੀ, ਉਹ ਲੋਕ ਚੱਕ ਕੇ ਨਾ ਲੈ ਗਏ ਹੁਣ? ਉਹਦਾ ਚੱਕਣੀਆਂ ਸੀ ਜਿਹੜੀਆਂ ਹੁਣ ਮੇਰੇ ਵਿਆਹ ਨੂੰ ਟੁੱਕੀਆਂ ਸੀ। ਉਹ ਕੌਣ ਲੈ ਗਿਆ ਬੇਬੇ ਤੇਰਾ ਸੋਨਾ? ਜਿਹਦੇ ਹੱਥ ਲੱਗੀਆਂ ਲੈ ਗਿਆ, ਸਭ ਲੈ ਗਏ। ਇੱਕ ਹੋਰ ਉਹ ਲੋਕਾਂ ਨੇ ਇੱਟਾਂ ਵਾਲੇ ਵੀਰਾਂ ਨੂੰ ਖਿੰਡੀਆਂ, ਬੇਨਤੀ ਕਰਦੇ ਸੀ ਅਸੀਂ, ਗਲੀਆਂ ਖੁੱਲੀ ਜਾਂਦੀਆਂ ਨੇ। ਬੇਬੇ ਗਲੀਆਂ ਖੁੱਲਦੀਆਂ ਨੇ ਪੇਕਿਆਂ ਦੇ ਵਿੱਚ ਨਹੀਂ? ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਕੋਈ ਗਲੀ ਨਹੀਂ ਖੁੱਲਦੀ, ਖੋਲੀਆਂ ਕਿਸੇ ਨੇ ਸੁੱਤੀ ਪਈ ਨੇ ਤੇਰੀਆਂ ਲਾ ਕੇ ਲੈ ਗਏ, ਐ ਨਹੀਂ ਖੁੱਲਦੀਆਂ ਬਾਲੀਆਂ। ਨਹੀਂ ਐ ਨਹੀਂ ਖੁੱਲੀਆਂ, ਚੂਹੇ ਨੇ ਟੁੱਕਤੀ ਜਿੱਥੋਂ ਭੇੜਦੇ ਆ। ਨਹੀਂ ਬੇਬੇ ਲਾ ਕੇ ਲੈ ਗਏ ਤੇਰੀਆਂ ਬੇਬੇ। ਨਹੀਂ ਐ ਨਹੀਂ, ਮੈਂ ਝੂਠ ਤੈਨੂੰ ਆ ਨਹੀਂ ਗੱਲ ਕਹਿਤੀ ਬੋਲਦੀ। ਉਹਨਾਂ ਨੇ ਮੇਰੇ ਚੂਹੇ। ਸਾਰੇ ਨੂੰ ਨਹੀਂ, ਫੜਾਈ ਤੀ, ਜਗਨੇ ਨੂੰ ਫੜਾਤੀ, ਜਗਨੇ ਨੇ ਦੱਬ ਲਈ ਜਗਨੇ ਨੇ ਦੱਬਣੀਆਂ ਸੀ। ਜਿਹੜੇ ਇੱਕ ਮੈਂ ਆਟਾ ਲੈਣ ਗਈ ਸੀ ਮਸ਼ੀਨ ਚੋਂ, ਉੱਥੇ ਜਿਹੜੀ ਚੱਕੀ ਤੇ ਆਟਾ ਪੀਂਦੇ ਨੇ, ਉੱਥੇ ਡਿੱਗ ਪਈ। ਉੱਥੇ ਬਾਬਲੀ ਦਾ ਘਰ ਸਨਾਮ ਚੱਕ ਵਾਲੇ ਲਈ। ਵੀਰਾਂ ਨੂੰ ਬੇਨਤੀ ਆ ਵੀ ਜੇ ਪਲੀਜ਼ ਕੋਈ ਦੱਸ ਦੇ, ਜਿਹੜੇ ਮਾਤਾ ਜੀ ਨੇ ਨਾਂ ਦੱਸਿਆ ਵੀ ਜੇ ਕੋਈ ਹੈਗਾ ਉਹਨਾਂ ਦੇ ਪਰਿਵਾਰ 'ਚ ਪਲੀਜ਼ ਮਾਤਾ ਨੂੰ ਮਿਲਾ ਦਿਓ। ਪਰ ਸਾਨੂੰ ਤਾਂ ਇਹੀ ਪਤਾ ਲੱਗਿਆ ਮਾਤਾ ਦੇ ਪੇਕਿਆਂ ਦੇ ਵਿੱਚ ਵੀ ਸਭ ਖੁਰਦ-ਬੁਰਦ ਹੋ ਗਿਆ, ਕੋਈ ਨਹੀਂ ਰਿਹਾ।
ਸਹੁਰਿਆਂ 'ਚ ਵੀ ਕੋਈ ਨਹੀਂ ਰਿਹਾ, ਪਰ ਜ਼ਮੀਨਾਂ ਸਾਂਭਣ ਵਾਲੇ ਹੈਗੇ ਆ, ਵੀ ਇੱਕ ਰੋਟੀ ਲਿਆ ਕੇ ਵਾਰਸ ਖਾਣ ਦਾ ਬਣਨ ਹੱਕ ਹੈ ਵਾਲੇ ਮੇਰਾ। ਹੈਗੇ ਆ, ਜ਼ਮੀਨਾਂ ਜਿੱਥੇ ਰਹਾਂ ਜਾਇਦਾਦਾਂ ਦੇ, ਪਰ ਮਾਤਾ ਚਾਰ ਨੂੰ ਘਰਾਂ ਤੋਂ ਸਾਂਭਣ ਚਾਰ ਵਾਲਾ ਕੋਈ ਰੋਟੀਆਂ ਨਹੀਂ ਹੈਗਾ। ਲਿਆਂਦੀਆਂ। ਇਸ ਟਾਈਮ ਦੁਨੀਆ ਤੇ ਮਾਤਾ ਜੀ ਦਾ ਕੋਈ ਰਿਸ਼ਤੇਦਾਰ ਨਹੀਂ ਸੀ। ਪਿਛਲੇ ਕਰੀਬ 1.5 ਸਾਲ ਤੋਂ ਮਾਤਾ ਸਾਡੇ ਕੋਲ ਰਹਿੰਦੇ ਹੋ ਗਏ, 1.5 ਸਾਲ, ਪਰ ਅਜੇ ਤੱਕ ਮਾਤਾ ਦਾ ਕੋਈ ਆਪਦਾ ਨਹੀਂ ਮਿਲਿਆ ਸਾਨੂੰ। ਹਾਂ, ਇਸੇ ਵੰਡਣ ਵਾਲੇ ਤਾਂ ਵੀ ਹੈਗੇ। ਐ ਪੁੱਛੋ ਜੇ ਸਨਾਮ ਆ ਜੇ ਵੀ ਰੋਟੀ ਤੁਸੀਂ ਦੋਗੇ? ਜੇ ਬੇਬੇ ਪੁੱਛਦੀ ਹੈ ਸਨਾਮ ਵਾਲੇ ਵੀਰਾਂ ਨੂੰ ਵੀ ਜੇ ਸਨਾਮ ਬੇਬੇ ਆ ਜਾਵੇ ਕੀ ਰੋਟੀ ਦੇਣਗੇ ਉਹ? ਮਾਤਾ ਜੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਰੋਟੀ ਜੇ ਜਿਵੇਂ ਹੈਗਾ ਬਾਹਮਣਾਂ ਨੂੰ ਦੰਨੇ ਆਈ ਕੀ ਐ ਹੱਕ ਹੈਗਾ ਧਰਤੀ ਮਾਤਾ ਦੇ ਭਾਗ ਦੀ ਦਾ। ਵਾਹਿਗੁਰੂ। ਨਹੀਂ ਅਗਲਾ ਜਿਵੇਂ ਟਾਈਮ ਪਾਸ ਕਰਦਾ ਉਵੇਂ ਕਰੀ ਜਾਂਦਾ ਹੈਗਾ। ਤੁਸੀਂ ਬੇਬੇ ਐ ਸਾਡੇ ਕਹਿੰਦੇ ਕੋਲੇ ਕਿ ਰਹਿਣਾ ਨਾਮ ਹੁਣ। ਰੱਖਣਗੇ। ਬੇਬੇ ਅਸੀਂ ਤੁਹਾਡੇ ਪੁੱਤ ਆ, ਅਸੀਂ ਭਰਾ ਆ, ਅਸੀਂ ਤੁਹਾਡੇ ਬੱਚੇ ਆ, ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰ ਆ। ਤੁਸੀਂ ਸਾਡੇ ਕੋਲੇ ਰਹਿਣਾ ਹੁਣ, ਤੁਸੀਂ ਕਿਤੇ ਨਹੀਂ ਜਾਣਾ। ਆਪਾਂ ਸਨਾਮ ਤੂੰ ਸਾਡੇ ਕੋਲੇ ਕਾਹਤੋਂ ਨਹੀਂ ਰਹਿੰਦੀ ਬੇਬੇ ਦੱਸ? ਸਾਰੇ ਭਾਈ ਹੁੰਦੇ ਨੇਗੇ, ਹਾਂ, ਬੈਰੀ ਤਾਂ ਹੁੰਦੇ ਨਹੀਂ ਹੈਗੇ। ਬੈਰੀ ਕੋਈ ਨਹੀਂ, ਸਹੀ ਗੱਲ ਆ। ਨਾ ਕੋਈ ਬੈਰੀ ਨਾ ਕੋਈ ਬੈਰੀ। ਵੀ ਹਲ ਬਾ ਕੇ ਛੱਡਿਆ ਹੋਇਆ ਹਾਲੀ ਦੀ ਰੋਟੀ ਹੁੰਦੀ ਹੈ, ਹਾੜੀ ਵੱਢਣ ਵਾਲੇ ਦੀ ਰੋਟੀ ਹੁੰਦੀ ਹੈ, ਹਾੜੀ ਵੱਢ ਕੇ ਛੱਡੀ ਹੋਈ ਆ ਦਾਣੇ ਲੋਕਾਂ ਕੰਨੀ। ਬੇਬੇ ਤੁਹਾਡੇ ਕੋਲ ਸਿਲਾਈ ਮਸ਼ੀਨ ਵੀ ਸੀਗੀ? ਉਹ ਚੱਕ ਲਈ ਕਿਹਨੇ? ਇਸ ਰੋਕਿਆ ਨੇ, ਸਭ ਚੱਕ ਕੇ ਲੈ ਗਏ ਲੋਕ। ਐਮਏ ਕਿਆ ਨੇ ਗੱਲਾਂ ਮਾਰਦੇ ਨੇ। ਸਲਾਈ ਮਸ਼ੀਨ ਤੇ ਪੁਰਾਣੇ ਤਰਾਣੇ ਨੂੰ ਟਾਂਕਾ ਲਾ ਕੇ ਵੇਲੇ ਘੰਟਾ 2 ਘੰਟੇ ਸਰ ਜਾਂਦਾ ਸੀ। ਇਹਨੇ ਨਮਾਜ਼ ਦਾ ਦਰਜੀ ਤੋਂ ਸਿੱਧਾ ਚੱਲ ਚੱਕ ਲਈ ਉਹ। ਵਾਹਿਗੁਰੂ। ਕੋਈ ਨਾ ਬੇਬੇ, ਉਹ ਕਿਹੜੇ ਉਹਨਾਂ ਨਾਲ ਥਾਮ ਸਿਉ ਲੈਣਗੇ ਜੇ ਜਿਹੜੇ ਤੇਰਾ ਚੱਕ ਕੇ ਲੈ ਗਏ ਉਹਨਾਂ ਨੂੰ ਕਿੱਥੇ ਹਜਮ ਹੋ ਜੂ? ਫਿਰ ਉਹ ਜਿਹੜਾ ਤੇਰਾ ਪਰਿਵਾਰ ਨਹੀਂ ਹੰਡਾ ਸਕਿਆ ਉਹਨਾਂ ਨੇ ਪਰਿਵਾਰ ਕਿੱਥੋਂ ਹੰਡਾ ਲੈਣਗੇ? ਸਵੈਟਰ ਕੋਟੀਆਂ ਦੀ ਮਸ਼ੀਨ ਸੀ, ਕਾਲੇ ਕੇ ਹੈ, ਉਹ ਵੀ ਲੈ ਗਏ, ਚੱਕ ਕੇ ਲੈ ਗਏ। ਬੇਬੇ ਸਟੋਵ ਗੈਸ ਚੁੱਲ੍ਹਾ ਵੀ ਸੀਗਾ ਤੁਹਾਡੇ ਕੋਲ? ਸਿਲੰਡਰ ਨਾ ਸਿਲੰਡਰ ਨਹੀਂ ਅਸੀਂ ਮੰਗਾਇਆ। ਸਿਲੰਡਰ ਬਾਲਣ ਤਾਂ ਸਾਡੇ ਵਾਧੂ ਰਹਿੰਦਾ ਸੀ, ਮੱਝ ਰੱਖਦੇ ਸੀ, ਪਾਥੀਆਂ ਵਾਧੂ ਰਹਿੰਦੀਆਂ ਸੀ। ਤੇਲ ਵਾਧੂ ਹੁੰਦਾ ਸੀ ਮਿੱਟੀ ਨਹੀਂ ਦਾ? ਤੇਲ ਨਹੀਂ, ਤੇਲ ਇਹ ਜਿਹੜਾ ਇੰਜਨਾਂ 'ਚ ਪੈਂਦਾ ਇਹ ਤਾਂ ਨਹੀਂ ਚੁੱਲ੍ਹੇ 'ਚ ਮੱਚਦਾ। ਨਹੀਂ, ਮਿੱਟੀ ਦਾ ਤੇਲ ਨਹੀਂ ਸੀ ਹੁੰਦਾ ਤੁਹਾਡੇ ਡਿਪੂ 'ਚ? ਨਹੀਂ, ਮਿੱਟੀ ਦਾ ਤੇਲ ਦੁਕਾਨ ਲਈ ਲਿਆਂਦੇ ਸੀ ਲੋਕ। ਜਦੋਂ ਮੀਂਹ ਕਣੀ ਹੁੰਦੀ ਸੀ ਤਾਂ ਉਦੋਂ ਗਰਨੇ ਨੇ ਭੱਜਦੇ ਸੀ ਦੀਵਾ ਚੱਕ ਕੇ, ਬੇਬੇ ਉਦੋਂ ਯਾਦ ਆਉਂਦਾ ਸੀ। ਬੇਬੇ ਤੁਹਾਡੀ ਕੱਪੜਿਆਂ ਦੀ ਦੁਕਾਨ ਦੇ ਸੂਟ ਤਾਂ ਤੇਰੇ ਕੋਲੇ ਬਹੁਤ ਹੋਣਗੇ ਨਵੇਂ ਉਦੋਂ? ਨਾ ਛੋਟੀ ਜਿਹੀ ਪਰਚੂਨ ਸੀ ਨਹੀਂ ਬੇਬੇ, ਦੁਕਾਨ। ਕੱਪੜਿਆਂ ਦੀ ਨਾ ਦੁਕਾਨ ਵੀ ਸੀਗੀ ਆਏ ਪਿੰਡ ਨਹੀਂ ਵਾਲੇ ਸੂਟ ਦੱਸਦੇ? ਸਮਾਉਂਦੇ ਆਏ ਤਾਂ ਫਿਰ ਜਿਹਦੇ ਅਗਲੇ ਦੇ ਪੈਸੇ ਦੇ ਕੇ ਲਿਆਉਂਦੇ ਸੀ। ਅਸੀਂ ਕਿਹੜਾ ਊਂ ਲਿਆਉਂਦੇ ਸੀ, ਹਾਂ ਬੇਬੇ, ਪੈਸੇ ਦੇ ਕੇ ਲਿਆਉਂਦੇ ਸੀ। ਬੱਚਤ ਨਹੀਂ ਸੀ ਹੁੰਦੀ ਹੈ ਨਾ, ਹੈ ਫਿਰ ਬਚਦਾ ਨਹੀਂ ਸੀ ਕੁਛ। ਫਿਰ ਬਚਣਾ ਕੀ ਆ? ਫਿਰ ਰੋਟੀ ਚਾਹ ਪਾਣੀਓ ਚੱਲਦਾ। ਬੇਬੇ ਤੇਰਾ ਦਿਓਰ ਕਿੱਥੇ ਗਿਆ? ਦਿਓਰ ਮੇਰਾ ਪਹਿਲਾਂ ਸੁਨਾਮ ਰਿਹਾ, ਹਾਂ। ਹੁਣ ਕਹਿੰਦੇ ਰਾਮ ਜੀ ਲਵੇ, ਰਾਮ ਜੀ ਕੰਨੀ ਰਹਿੰਦਾ ਹੈ ਕਿ ਰਾਮ ਜੀ ਕੌਣ ਹੈ? ਸਾਹੋ ਕੀ ਆ ਬੰਦਾ, ਮੇਰੇ ਸਹੁਰੇ ਲਵੇ ਬੈਠਿਆ ਰਹਿੰਦਾ ਸੀ। ਹਾਂ, ਤੇ ਉਹ ਬੱਚੇ ਲੋਕ ਕਹਿੰਦੇ ਵੀ ਪਤਾ ਨਹੀਂ ਲੱਭ ਨਹੀਂ ਰਿਹਾ, ਕਿੱਧਰ ਗਿਆ ਉਹ, ਪਤਾ ਹੀ ਨਹੀਂ ਕੁਛ ਉਹਦਾ। ਨਹੀਂ ਆਪੇ ਆ ਜਾਊਗਾ, ਉਹਨੂੰ ਤਾਂ ਘਰ ਦਾ ਪਤਾ ਹੀ ਹੈ ਕਿ ਇਹਦੇ ਹੱਥ ਦੀ ਪੱਕੀ ਰੋਟੀ ਨਾ ਖਾ ਕੇ ਬਾਹਰੋਂ ਖਾ, ਹਾੜੀ ਵੱਢ ਕੇ ਛੱਡੀ ਹੋਈ ਹੈ, ਹਲ ਬਾਇਆ ਹੋਇਆ। ਨਾ ਭਰਾ ਰਿਹਾ ਨਾ ਭੈਣ ਰਹੀ, ਕੋਈ ਨਹੀਂ ਰਿਹਾ। ਇੱਕ ਕਿੱਲੇ 'ਚ ਹਲ ਬਾਹੇ ਤੋਂ ਦੇਖ ਲੈ ਕਿੰਨੇ ਦਾਣੇ ਹੁੰਦੇ ਨੇਗੇ। ਇੱਕ 3 ਮੰਜ਼ਲੀ ਕੋਠੀ ਦੇ ਵਿੱਚ ਦਿਉੜੀਆਂ ਦੇ ਉੱਪਰ ਬੈਠੀ ਰਹੀ ਬੇਬੇ। ਉੱਥੇ ਮੰਜੇ ਦੇ ਉੱਤਰ ਕੇ ਥੱਲੇ ਲੈਟਰਿਨ ਕਰ ਦਿੰਦੇ ਸੀ, ਫਿਰ ਮੰਜੇ ਤੇ ਬੈਠ ਨਾ ਹੁਣ ਤੁਸੀਂ ਰੱਖੋਗੇ। ਤੇ ਜਿਹਦੇ ਜਟਾਵਾਂ ਸੀਗੀਆਂ ਮਾਤਾ ਜੀ ਦੇ ਗੰਦੇ ਕੱਪੜੇ 11 ਸਾਲਾਂ ਤੋਂ ਇਸ਼ਨਾਨ ਰੋਟੀ ਦੋਗੇ ਤੁਸੀਂ? ਬੇਬੇ ਰੋਟੀ ਦੋਗੇ? ਹਾਂ ਬੇਬੇ, ਤੂੰ ਸਾਡੀ ਬੇਬੇ ਆ, ਤੈਨੂੰ ਰੋਟੀ ਕਿਉਂ ਨਹੀਂ ਦੇਣੀ? ਤੇਰਾ ਹੀ ਆ ਸਭ ਕੁਝ। ਤੂੰ ਰਾਜ ਰੋਟੀ ਖਾ ਲਈ? ਹਲੇ ਕਿੱਥੇ ਹੱਥ ਨੇ ਆਊਗੀ? ਹਾਂ, ਇਹਦਾ ਟਾਈਮ ਹੋਇਆ ਨਹੀਂ ਰੋਟੀ ਦਾ ਨਾ। ਨਹੀਂ ਹਲੇ ਕਿੱਥੇ ਹੋਇਆ, ਇਹਦਾ ਪਾਠ ਭੋਗ ਕਰਦੇ ਆ। ਪਾਉਣਗੇ। ਹਾਂ, ਪਾਠ ਭੋਗ ਪਾਇਆ ਪਿੱਛੋਂ ਫੇਰ ਰੋਟੀ ਆਊਗੀ। ਹਾਂ, ਭੋਗ ਪੈਣ ਤੋਂ ਬਾਅਦ ਆਉਣੀ ਰੋਟੀ। ਠੀਕ ਹੈ ਗੱਲ, ਆਪਾਂ ਰੋਟੀ ਉਹ ਖਾਣੀ ਹੈਗੀ। ਸਹੀ ਗੱਲ ਆ। ਇੱਥੇ ਹੋਇਆ ਕਿ ਉੱਥੇ ਹੋਇਆ। ਠੀਕ ਹੈ ਬੇਬੇ, ਇਹ ਜਿਉਂਦੇ ਰਹੇ ਤਾਂ ਹੀ ਮਿਲਦੇ ਰਹਾਂਗੇ ਤੇ ਸੇਵਾ ਤੇਰੀ ਸਾਰੀ ਉਮਰ ਕਰਦੇ ਰਹਾਂਗੇ ਬੇਬੇ। ਅਕਾਲ ਪੁਰਖ ਵਾਹਿਗੁਰੂ ਇਸ ਸਾਡੀ ਟੀਮ ਦੇ ਜਿਹੜੇ ਮੈਂਬਰ ਆ, ਜਿੰਨੇ ਵੀ ਅਸੀਂ ਸਾਡੇ ਪਰਿਵਾਰ ਦੇ ਮੈਂਬਰ ਆ, ਉਹਨਾਂ ਦੇ ਸਾਹ ਦੇ ਵਿੱਚ ਜਦ ਤੱਕ ਸਾਹਿਬ ਆ ਮੇਰੀ ਮਾਂ, ਤੇਰੀ ਸੇਵਾ ਅਸੀਂ ਕਰਦੇ ਰਹਾਂਗੇ। ਜੇ ਗੁਰਪ੍ਰੀਤ ਸਿੰਘ ਨਾ ਵੀ ਰਿਹਾ, ਤੇਰੀ ਸੇਵਾ ਨਿਰੰਤਰ ਸੱਚੇ ਪਾਤਸ਼ਾਹ ਸਾਡੀ ਟੀਮ ਤੋਂ ਕਰਾਉਂਦੇ ਰਹਿਣਗੇ। ਵੇਲੇ ਕੁ ਵੇਲੇ ਬੁਖਾਰ ਤਾਪ ਸਰਵਾਏ, ਹਮਾਰੀ ਠਮਾਰੀ ਆ ਡਿੱਗ ਪਏ ਬੰਦਾ, ਸੱਟ ਫੇਟ ਲੱਗੇ,
ਫਿਰ ਐਂ ਤਾਂ ਹੁਣ ਤਾਂ ਦੇਹ ਚੱਲਦੀ ਹੈਗੀ, ਹੁਣ ਤਾਂ ਦੇਹ ਚੱਲਣ ਕਰਕੇ ਗੱਲ ਵੱਖਰੀ ਹੈਗੀ। ਜਦੋਂ ਚੱਲਣੋਂ ਹਟ ਗਏ ਫਿਰ ਉਹ ਔਖਾ ਨਾ। ਟੈਨਸ਼ਨ ਨਾ ਲੈ, ਤੈਨੂੰ ਤੇਰੇ ਪਹਿਲਾਂ ਤਾਂ ਚੱਲਣੋਂ ਨਹੀਂ ਹਟਣਗੇ। ਤੂੰ ਮਹਾਰਾਜ ਦੇ ਤੂੰ ਭਗਵਾਨ ਦਾ ਕੁਛ ਮਾੜਾ ਕੀਤਾ? ਤੂੰ ਕੋਈ ਪਾਪ ਕੀਤਾ? ਸਾਡੇ ਨਾਲ ਲੱਗਵਾ ਮੰਦਿਰ ਸੀ। ਤੂੰ ਪਾਪ ਕੀਤਾ ਕੋਈ? ਸਾਡੇ ਨਾਲ ਲੱਗਵਾ ਮੰਦਿਰ ਸੀ, ਸਵੇਰੇ ਪਾਣੀ ਪਾ ਕੇ ਆਉਂਦੇ ਸੀ, ਹੱਥ ਨੇ ਜੋਤ ਲਾ ਕੇ ਆਉਂਦੀਆਂ ਸੀ। ਫੇਰ ਇੰਨੀ ਤੂੰ ਬੇਬੇ ਸ਼ਰਧਾ ਹੋ ਰਹੀ। ਤੇਰੇ ਘਰੇ ਚਾਨਣ ਕਰਦੇ ਆ, ਤੂੰ ਸਾਡੇ ਘਰੇ ਚਾਨਣ ਕਰੀ। ਵਾਹਿਗੁਰੂ ਸੱਚੇ ਪਾਤਸ਼ਾਹ। ਕਿਹਨੂੰ ਕਹਿੰਦੇ? ਦਾ ਪਾਣੀ ਨਹੀਂ ਤਾਂ ਲੱਗਦਾ ਵੀ ਬਾਹਰ ਲਾ ਕੇ ਆਉਂਦੀਆਂ ਸੀ ਮੰਦਿਰ 'ਚ। ਮੰਦਿਰ 'ਚ ਪਾਣੀ ਪਾ ਕੇ ਆਉਂਦੇ ਸੀ ਸਵੇਰੇ, ਜਿਵੇਂ ਆਪਾਂ ਇਸ਼ਨਾਨ ਕਰਦੇ ਆ, ਇਸ਼ਨਾਨ ਹੋ ਗਿਆ, ਪਾਣੀ ਪਾ ਕੇ ਕਹਿੰਦੇ ਸੀ, ਹੱਥ ਨੇ ਫਿਰ ਜੋਤ ਲਾ ਕੇ ਆਉਂਦੀਆਂ ਸੀ। ਅੰਦਰ ਜਾਂਦੇ ਸੀ ਮੰਦਿਰ ਦੇ? ਉਹ ਮੰਦਿਰ ਦੇ ਅੰਦਰ ਤਾਂ ਜਾਣਾ ਹੀ ਹੋਇਆ। ਠੀਕ ਹੈ ਬੇਬੇ। ਜੇ ਮੰਦਿਰ ਦੇ ਅੰਦਰ ਨਹੀਂ ਜਾਊ ਫਿਰ ਬਾਹਰ ਕੀ ਹੈ? ਠੀਕ ਹੈ ਬੇਬੇ ਠੀਕ ਹੈ। ਕਿਹੜਾ ਮੰਦਿਰ ਸੀਗਾ ਉਹ? ਬਾਬਾ ਜੀ ਕਿਹੜੇ ਸੀ ਅੰਦਰ? शिव जी भोलेनाथ दा। शिव जी भोलेनाथ। गौरा पार्वती दिनेश गणेश 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 कह दो, दिनेश कह दो। गणेश बम बम बोले। हाँ बम बम बोले। भोलेनाथ कहते होंगे। भोलेनाथ दी बम बम बोले। भोलेनाथ की बम बम बोले। भोलेनाथ की जय। तेरे घरे जोत रोशनी करके चले आ, साडे घरे रोशनी करी। ਆਏ ਜਵਾਕ ਦੇਖਿਆਗਾ। ਐਂ ਲੋਕ ਮੰਗਦੇ ਆ, ਲੋਕ ਕਹਿੰਦੇ ਵੀ ਤੈਨੂੰ ਅਸੀਂ 10 ਦਿੱਤੇ ਬਾਪੂ, ਤੂੰ ਸਾਨੂੰ 10,000 ਦੇ ਦੇਈਂ। ਲੋਕ 10 ਰੁਪਏ ਮੱਥਾ ਟੇਕ ਕੇ ਕਹਿੰਦੇ ਸਾਨੂੰ 10 ਲੱਖ ਦੇ ਦੇਈਂ। ਪਤਾ ਨਹੀਂ ਇਹ ਜੀ ਕਿਹੜੀ ਐਫਡੀ ਕਰਾਈ ਹੈ ਮਹਾਰਾਜ ਦੇ ਕੋਲੇ। ਲੋਕ 10 ਰੁਪਏ ਮੱਥਾ ਟੇਕ ਕੇ ਵੀ 10 ਕਰੋੜ। ਉਹੀ ਤਾਂ ਗੱਲ ਆ, ਲੋਕ ਗੁਰਦੁਆਰੇ ਮੰਦਿਰਾਂ ਦੇ ਵਿੱਚ ਬੇਬੇ ਮੱਥਾ ਟੇਕੀ ਜਾਂਦੇ ਆ ਵੀ ਸਾਨੂੰ ਦੇ ਦੇ। ਓਏ ਜਿਹਨੇ ਤੁਹਾਨੂੰ 10 ਦਿੱਤੇ ਸੀ ਉਹ ਵੀ ਉਹਨੂੰ ਤੁਸੀਂ ਮੋੜਿਆ, ਤੁਹਾਨੂੰ ਹੋਰ ਕੀ ਦਊ? ਫਿਰ ਉਹ ਜਿਹਨੇ ਤੁਹਾਨੂੰ 10 ਰੁਪਏ ਦਿੱਤੇ ਤੁਸੀਂ ਉਹ ਜਾ ਕੇ ਉਹਨੂੰ ਮੋੜਿਆ ਏ ਤੇ ਉਹਨੂੰ ਕਹਿੰਦੇ ਆ ਰੱਖ ਲੈ, ਸਾਨੂੰ ਵੱਧ ਦੇ ਦੀ। ਤੇ ਫਿਰ ਸ਼ਰਤਾਂ ਥੋੜੀ ਚੱਲਣੀਆਂ ਉਹਦੇ ਨਾਲ। ਲੋਕ ਇਹ ਕਰਦੇ ਆ ਬੇਬੇ, ਉਹਦੇ ਦਿੱਤੇ ਉਹਨੂੰ ਹੀ ਦਿੰਦੇ ਆ ਤੇ ਉਹਦੇ ਦਿੱਤੇ ਉਹ ਖਾਈ ਜਾਂਦੇ ਨੇ। ਚੋਰ ਢੱਡ ਪਾਈ ਜਾਂਦੇ ਨੇ ਆਪਦੇ, ਉਹ ਬੱਚੇ ਆਪਦੇ ਉਹ ਬਿਮਾਰਾਂ ਦੇ। ਟੂਨੇ ਟਾਮਣ ਵਾਲੇ ਬਣੇ ਹੋਏ ਨੇ ਬਸ। ਦੁੱਖ ਸੁੱਖ ਤਾਂ ਭਰਦੇ ਨਹੀਂ। ਚਲੋ ਮਾਂ, ਅੱਜ ਤੇਰੇ ਨਾਲ ਗੱਲਾਂ ਕੀਤੀਆਂ ਸੰਗਤ ਨੇ, ਤੈਨੂੰ 200 ਬੰਦਾ ਦੇਖ ਰਿਹਾ ਤੇ ਬਹੁਤ ਚੰਗਾ ਲੱਗਿਆ। ਸਾਰੇ ਭੈਣਾਂ ਨੇ ਤੈਨੂੰ ਬਹੁਤ ਸਲਾਹਿਆ, ਸਾਰਿਆਂ ਨੇ ਇਹੀ ਕਿਹਾ ਬੇਬੇ ਬਹੁਤ ਚੰਗੀ ਹੈ। ਸਾਰਿਆਂ ਨੇ ਇਹੀ ਕਿਹਾ ਬੇਬੇ ਹੱਸ ਪੀ ਬੇਬੇ। ਬੇਬੇ ਹੱਸ ਕੇ ਦਿਖਾ ਦੇ ਸਾਰਿਆਂ ਨੂੰ। ਨਹੀਂ ਹਾਸਾ ਤਾਂ ਆਉਂਦਾ ਜੇ ਖੁਸ਼ੀ ਹੋਵੇ, ਵਿਆਹ ਹੋਵੇ, ਮੁੰਡੇ ਦਾ ਮੁੰਡਾ ਜੰਮਿਆ ਹੋਵੇ। ਆ ਰਿਹਾ ਮੁੰਡੇ ਦਾ ਵਿਆਹ ਵਾ, ਆ ਰੇ ਜੱਸੀ ਦਾ। ਹੁੰਦੀ ਹੈਗੀ ਇਹ ਕਿਹੜਾ? ਇਹ ਉਹੀ ਕੀਮਤੀ ਆ। ਇਹ ਕੀਮਤੀ ਨਹੀਂ, ਸਸਤੇ ਆ। ਉਹ ਆ ਗਿਆ ਕੀਮਤੀ। ਆ ਜਾ ਕੀਮਤੀ, ਆ ਜਾ। ਆ ਕੀਮਤੀ ਹੈ ਬੇਬੇ, ਇਹਦਾ ਨਾਂ ਹੈਗਾ ਕੀਮਤੀ, ਕੀਮਤ ਸਿੰਘ। ਕਹਿੰਦਾ ਸੁਣੋ ਮੇਰੀ ਮੰਮੀ ਹੈ ਕਿ ਬਲਦੇਵ, ਪਹਿਲਾਂ ਬਲਦੇਵ ਕਹਿੰਦਾ ਮੇਰਾ ਪਾਪਾ ਹੈ। ਫਿਰ ਲੋਕਾਂ ਨੇ ਘੂਰ ਕੇ ਆ ਦੇਖ, ਆਹ ਹੈਗਾ ਅਨਮੋਲ, ਇਹ ਉਹਦਾ ਤਾਂ ਜੰਮਿਆ ਹੋਇਆ। ਇਹ ਆਹ ਹੈਗਾ ਵਾ ਜੱਸੀ, ਇਹਦਾ ਵਿਆਹ ਵਾ ਮੁੰਡੇ ਦਾ। ਨਹੀਂ ਵਿਆਹ ਬੇਬੇ ਇਹਦਾ, ਇਹ ਮੁੰਡੇ ਦਾ ਸਰਦਾਰ ਮੁੰਡੇ ਦਾ ਵਿਆਹ ਵਾ। ਇਹ ਸੇਵਾ ਕਰਨ ਲੱਗ ਜਾਣਗੇ, ਜਵਾਕ ਨੇਗੇ। ਇਹ ਵੱਡੇ ਹੋ ਕੇ ਸੇਵਾ ਕਰਾਉਣਗੇ ਆਪਣੇ ਨਾਲ। ਜਿਵੇਂ ਅਗਲਾ ਮਾਂ ਦੀ ਸੱਸ ਦੀ ਸੇਵਾ ਕਰਦਾ ਹੈਗਾ, ਘੋਟਣੇ ਨਾਲ ਸੱਸ ਦੀ ਸੇਵਾ ਕਰਦੇ, ਘੋਟਣਿਆਂ ਨਾਲ, ਨਿੰਮ ਦੇ ਘੋਟਣੇ ਨਾਲ। ਬੇਬੇ ਤੂੰ ਕੁੱਟੀ ਸੱਸ ਆਪਦੀ? ਹੈ ਤੂੰ ਸੱਸ ਕੁੱਟੀ ਸੀ ਆਪਦੀ? ਸੱਸ ਬਾਲੀ ਸਖਤ ਬਿਮਾਰ ਹੋ ਗਈ ਸੀ, ਡਿੱਗਦੀ ਸੀ। ਉਹ ਜਿਹੜਾ ਜੰਗਲਾ ਜਾ ਚਵਾਰੇ ਦੇ ਮੂਹਰੇ ਸਾਡਾ, ਉਹ ਤੇ ਪੈਰ ਰੱਖ ਕੇ ਡਿੱਗਦੀ ਸੀ, ਕਰੀਸ ਕੇ ਫਿਰ ਚਵਾਰੇ 'ਚ ਕਰੀ। ਅੱਛਾ, ਤੁਸੀਂ ਸੇਵਾ ਕੀਤੀ ਸੱਸ ਦੀ? ਸੇਵਾ ਤਾਂ ਕਰੀ ਸੀ ਸੱਸ ਦੀ। ਉਹਦਾ ਹੀ ਪੁੰਨ ਮਿਲਿਆ ਬੇਬੇ ਤੈਨੂੰ, ਸਾਨੂੰ ਤੇਰੀ ਸੇਵਾ ਦਾ ਮੌਕਾ ਮਿਲਿਆ ਤਾਂ ਹੀ ਵੀ ਤੁਸੀਂ ਆਪਦੇ ਸੱਸ ਸਹੁਰੇ ਦੀ ਸੇਵਾ ਕੀਤੀ। ਤੁਸੀਂ ਸਹੁਰੇ ਦੀ ਵੀ ਸੇਵਾ ਕੀਤੀ, ਸੋਣੀ ਦੀ, ਹਨਾ? ਸਹੁਰੇ ਦੀ ਵੀ ਸੇਵਾ ਕਰੀ। ਮੇਰਾ ਦਿਓਰ ਰੋਟੀ ਬਣਾਉਂਦਾ ਹੁੰਦਾ, ਮੈਂ ਪਕਾਉਂਦੀ ਹੁੰਦੀ ਸੀ। ਬਿਮਾਰ ਹੋ ਗਈ ਸੋਣੀ ਬਾਬਾ? ਬਿਮਾਰ ਨਹੀਂ ਹੋਇਆ ਸੀ, ਤੈਨੂੰ ਦੱਸੀ ਤਾਂ ਜਾਨੀ ਆ। ਜਿਵੇਂ ਜਾਨ ਲੁਕਾਉਣ ਦਾ ਰਿਵਾਜ ਹੈਗਾ। ਆਏ ਤਾਂ ਉੱਥੇ ਸੀਵਿਆਂ 'ਚ ਜਾ ਕੇ ਬੈਠ ਗਿਆ ਸੀ। ਅੱਛਾ, ਹੋਰ ਕਿਉਂ ਬੈਠਣਾ ਤਾਂ ਹੋਇਆ ਜਦੋਂ ਮਰਿਆ ਨਹੀਂ ਸੀ। ਅੱਛਾ, ਉੱਠ ਕੇ ਉਹਦੇ ਤੇ ਦੂਜੀ ਤੋਂ ਸੀੜੀ ਤੋਂ ਉੱਠ ਕੇ ਬੈਠ ਗਿਆ ਹੈ? ਹਾਂ। ਅੱਛਾ, ਅਰਥੀ ਤੋਂ? ਹਾਂ, ਕਿ ਅਸੀਂ ਤਾਂ ਚੱਕ ਕੇ ਲੈ ਕੇ ਜਾਵਾਂਗੇ ਕਿ ਇਹ ਕਿ ਜਿਉਂਦਾ ਕਿ ਮਰਿਆ ਹੋਇਆਗਾ। ਮੈਂ ਕਿਹਾ ਮਰਿਆ ਨਹੀਂ ਹੈਗਾ, ਇਹ ਜਿਉਂਦਾ ਹੈਗਾ। ਵਾਹਿਗੁਰੂ ਸੱਚਾ ਪਾਤਸ਼ਾਹ। ਆ ਵੀ ਜਿਹੜੀ ਮਾੜੀ ਜੀ ਬੇਬੇ ਦੇ ਦਿਮਾਗ ਦੇ ਵਿੱਚ ਉਹ ਤਾਂ ਕਰਕੇ ਨਹੀਂ ਆਉਂਦੇ। ਹੋਈ ਆ ਜ਼ਮੀਨ ਦੀ ਗੱਲ ਤਾਂ ਵੱਖਰੀ ਰਹੀ। ਠੀਕ ਹੋ ਜਾਵੇ। ਆ ਭੈਣ ਗੁਰਪ੍ਰੀਤ ਕੌਰ ਜੱਸੀ ਦੇ ਨਾਲ ਗੱਲ ਕਰਨਾ ਚਾਹੁੰਦੀ ਆ। ਲੈ ਜੱਸੀ, ਸਤਿ ਸ੍ਰੀ ਅਕਾਲ ਕਰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਦੀਦੀ। ਜੱਸੀ ਭੈਣ, ਜੱਸੀ ਕਹਿ ਗੁਰਪ੍ਰੀਤ ਕੌਰ ਭੈਣੇ ਸਤਿ ਸ੍ਰੀ ਅਕਾਲ।
ਗੁਰਪ੍ਰੀਤ ਭੈਣੇ ਸਤਿ ਸ੍ਰੀ ਅਕਾਲ। ਦੇਖੋ ਭੈਣ ਜੀ ਤੁਹਾਡੀ ਬੁਲਾਈ ਹੋਈ ਸਤਿ ਸ੍ਰੀ ਅਕਾਲ। ਸਾਡਾ ਗੁਰਪ੍ਰੀਤ ਵੀ ਤੁਹਾਨੂੰ ਬੁਲਾ ਰਿਹਾ ਵਾ। ਸਤਿ ਸ੍ਰੀ ਅਕਾਲ। ਚੰਗਾ ਬੇਬੇ, ਸਵੇਰੇ ਮਿਲਦੇ ਆ ਫਿਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਬੇ। ਹੱਸ ਕੇ ਦਿਖਾ ਦੇ ਮੈਨੂੰ। चलो वाह भाई ऐसे रचना। रेहाना कैसे हो? वालेकुम सलाम। रेहाना वालेकुम सलाम। वालेकुम सलाम। कैसे हो मेरी बहन? सही है भैया। ठीक है मेरी बहन। ठीक है बेटा। ये बहन भी एक बाह है नहीं की एक बाह कटी भाई हुई है। ठीक है। भाई ठीक है। तुम बहन है हम चलो हम बहन ही सही। तू मेरी बहन है, मैं तेरा भैया हूँ, भाईजान। हम तुम्हारा भाईजान। ਇਹ ਭੈਣ ਦੀ ਇੱਕ ਬਾਹ ਕੀੜਿਆਂ ਨੇ ਖਾ ਲਈ ਜੀ ਪੂਰੀ। ਤੇ ਸਾਡੇ ਕੋਲ ਰਹਿੰਦੇ ਭੈਣ ਨਾ ਫੁੱਲਾ ਹੁਣ ਚੰਦਰਕਾਂਤ ਨਾਲ ਗਈ ਹੈ। ਚੰਦਰਕਾਂਤ ਦਾ ਹਸਪਤਾਲ ਦਾਖਲ ਕਰਾਉਣੀ ਪਈ ਬੇਬੇ। ਆ ਮੰਜੇ ਵਾਲੀ ਕੱਲੀ ਗਈ ਆ ਜੀ ਬੇਬੇ। ਚੰਦਰਕਾਂਤ ਦਾ ਹਸਪਤਾਲ 'ਚ ਦਾਖਲ ਕਰਾਈ ਆ ਕੱਲੀ। ਨਹੀਂ ਨਹੀਂ ਬੇਬੇ ਕੱਲੀ ਕਿ ਉੱਥੇ ਆਪਣੇ ਹੈਗੇ ਟੀਮ ਦੇ ਮੈਂਬਰ ਮੁੰਡੇ ਸੇਵਾ ਕਰਦੇ ਜਿਹੜੇ। ਫੂਲਾਂ ਨੇ ਆ ਜਾਣਾ ਹੁਣੇ ਮੁੜ ਕੇ। ਫੂਲਾਂ ਨੂੰ ਤੂੰ ਬਹੁਤ ਮਿਸ ਕਰਦੀ ਬੇਬੇ ਹੁਣ। ਨਹੀਂ ਮੈਂ ਕਿਹਾ ਉਹਦੇ ਨਾਲ ਤਾਂ ਗਈ ਨਹੀਂ। ਨਹੀਂ ਉਹ ਬਾਅਦ 'ਚ ਗਈ ਆ। ਹੁਣ ਆ ਜਾਣਾ ਉਹਨੇ ਕੱਪੜੇ ਬਦਲਾ ਕੇ ਬੇਬੇ ਦੇ ਉੱਥੇ। ਕਿਹੜੇ ਹਸਪਤਾਲ 'ਚ ਦਾਖਲ ਕਰੀਏ ਵੀਰੇ? ਉਸੇ 'ਚ ਜਿਹੜੇ 'ਚ ਸਾਡੀ ਚੈੱਕਅਪ ਹੋਈ ਸੀ। ਹਾਂ ਭੈਣੇ ਜਿੱਥੇ ਤੁਸੀਂ ਬਾਅਦ 'ਚ ਗਏ ਸੀਗੇ ਉੱਥੇ। ਹਾਂ ਵੀ ਨਹੀਂ ਬਾਅਦ 'ਚ ਉਹ ਛੋਟੇ 'ਚ ਗਏ ਸੀ। ਹਾਂ ਨਹੀਂ ਵੱਡੇ ਜਿੱਥੇ ਬਲੱਡ ਦੇ ਕੇ ਆਈ ਤੁਸੀਂ। ਬਲੱਡ ਤਾਂ ਉਰੀ ਲੈ ਆਏ ਕੀਮਤੀ ਹੈ। ਆ ਵਾ ਕੀਮਤੀ ਬੇਬੇ। ਨਾਂ ਦੇਖੀ ਨਾ ਕਿੰਨਾ ਕੀ ਰੱਖਿਆ ਕੀਮਤੀ। ਕੀਮਤੀ ਫਿਰ ਆ ਰੱਖਿਆ ਤਾਂ ਵੀ ਵਿਆਹ ਨੂੰ ਮੰਗਾਂਗੇ ਕੀਮਤ ਪਊਗੀ। ਹਾਂ ਰੇਟ ਵਧੂਗਾ ਇਹਦਾ ਪੂਰਾ। ਇੱਧਰ ਨੂੰ ਖੜਾ ਪਾਸ ਤੋਂ ਹੋ ਕੇ ਇੱਧਰ ਨੂੰ। ਇਹ ਆ ਕੀਮਤੀ ਜੀ ਸਾਡਾ। ਕੀਮਤੀ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੱਸੀ। ਸਤਿ ਸ੍ਰੀ ਅਕਾਲ। ਦੋਨੇ ਸਕੇ ਭਾਈ ਹੋ। ਇਹ ਇੱਕ ਕੀਮਤੀ ਤੇ ਇੱਕ ਆਹ ਅਨਮੋਲ। ਇਹ ਸਕੇ ਭਾਈ ਆ ਦੋਨੇ। ਅੱਛਾ ਅਨਮੋਲ ਵੀ ਬੋਲੇ ਤੋਂ ਬਿਨਾ ਹੋਇਆ ਹੋਇਆ। ਇੱਕ ਦਾ ਨਾਂ ਕੀਮਤੀ ਰੱਖਤਾ, ਇੱਕ ਦਾ ਨਾਂ ਅਨਮੋਲ ਰੱਖਤਾ ਵੀ ਉਹਦਾ ਕੋਈ ਮੁੱਲ ਹੀ ਨਹੀਂਗਾ। ਅਨਮੋਲ ਨਹੀਂ ਵੀ ਬੋਲੇ ਤੋਂ ਬਗੈਰ ਹੋਇਆ ਹੋਇਆਗਾ। ਅਨਮੋਲ ਅਨਮੋਲ। ਇਹਦਾ ਕਦੋਂ ਸੋਨੂ ਦਾ ਕਦੋਂ ਆਇਆ ਇਹ? ਅਨਮੋਲ ਆ ਇਹਦਾ ਨਾਂ ਬੇਬੇ। ਕਿਉਂ ਝੂਠ ਬੋਲਦੇ ਨਾ? ਇਹ ਸੋਨੂ ਇਹਨਾਂ ਦੀ ਮੰਮੀ ਆ। ਦੱਸ ਤੇਰੀ ਮੰਮੀ ਦਾ ਕੀ ਨਾਮ ਹੈ? ਇੱਧਰ ਹੋ ਕੇ ਗੱਲ ਸੁਣ ਲਓ। ਤੇ ਆ ਸਾਡੀ ਰਚਨਾ ਅੱਜ ਬਹੁਤ ਲੰਬੀ ਚੱਲੇਗੀ ਵੀਡੀਓ, ਪਰ 200 ਬੰਦਾ ਕਰੀਬ ਦੇਖ ਰਿਹਾ ਸਾਡਾ ਨਾਲ ਜੁੜਿਆ ਹੋਇਆ। ਤੇ ਬੇਬੇ ਦੀਆਂ ਗੱਲਾਂ ਤੁਸੀਂ ਸਾਰਿਆਂ ਨੇ ਸੁਣੀਆਂ। ਦੁੱਖ ਦੇ ਵਿੱਚ ਵੀ ਸੁੱਖ ਕਿਵੇਂ ਹੰਡਾਉਂਦੇ ਆ ਤੁਸੀਂ ਦੇਖਿਆ। ਤਕਲੀਫਾਂ ਦੇ ਵਿੱਚ ਵੀ ਕਿੱਦਾਂ ਹਾਸੇ ਖੇਡੇ ਆਉਂਦੇ ਆ ਇਹ ਵੀ ਤੁਸੀਂ ਦੇਖਿਆ। ਤੇ ਰਚਨਾ ਭੈਣ ਸਾਡੀ ਬੈਠੀ ਆ। ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਆ। ਪ੍ਰਸ਼ਾਦੇ ਦੀ ਸੇਵਾ ਸ਼ੁਰੂ ਹੋਣ ਲੱਗਿਆ ਸਾਡਾ ਪਿਰਤਪਾਲ ਸਿੰਘ। ਤੁਸੀਂ ਅਕਸਰ ਜਿਹੜੇ ਵੀ ਵੀਰ ਸਾਡੇ ਕੋਲ ਇੱਥੇ ਆਉਂਦੇ ਨੇ ਭੈਣਾਂ ਉਹ ਦੇਖਦੇ ਆ ਮਿਲਦੇ ਆ ਪਿਰਤਪਾਲ ਨੂੰ। ਹੱਥ 'ਚ ਫੜਿਆ ਰਜਿਸਟਰ ਦੱਸਦਾ ਪਿਰਤਪਾਲ ਵੀ ਸੇਵਾ 'ਚ ਲੱਗਿਆ ਹੋਇਆ ਵਾ। ਤੇ ਕਾਲਾ ਵੀਰ ਜਿਹੜਾ ਸੀ ਚੱਕ ਕੇ ਲੈ ਕੇ ਆਂਦਾ ਹੈਬੋਵਾਲ ਤੋਂ ਥੋੜੇ ਦਿਨ ਪਹਿਲਾਂ ਹੀ। ਇਹ ਵੀਰ ਸੜਕ ਤੇ ਸੌਂਦਾ ਸੀ। ਆ ਸਾਡੇ ਬੈਠੇ ਨੇ ਪਰਿਵਾਰ ਦੇ ਮੈਂਬਰ ਬੇਬੇ ਸੰਧਿਆ ਦੇਵੀ ਸਾਡੇ। ਬੇਬੇ ਸਤਿ ਸ੍ਰੀ ਅਕਾਲ। ਤੇਰੀ ਨੂੰ ਬੇਬੇ। ਬੇਬੇ ਪੈਂਦੀ ਕੈਮਰੇ ਨੂੰ। ਬੇਬੇ ਸਤਿ ਸ੍ਰੀ ਅਕਾਲ। ਬੇਬੇ ਠੀਕ ਹੋ ਤੁਸੀਂ? ਠੀਕ ਆ ਬੇਬੇ ਠੀਕ ਆ। ਆਹੋ ਸਿਹਤਾਂ ਠੀਕ ਆ ਤੇਰੀਆਂ? ਆਹੋ ਠੀਕ ਆ। ਹੋਰ ਬੇਬੇ ਕੋਈ ਗੱਲ ਸੁਣਾ ਵਧੀਆ ਜੀ। ਹੋਰ ਸੁਣਾ ਕੁਛ। ਆ ਸੋਨੇ ਦੀ ਬੰਗ ਪਾਈ ਫਿਰਦੇ ਤੂੰ ਵੀ ਬੇਬੇ। ਸੋਨਾ ਹੀ ਸੋਨਾ ਹੋਇਆ ਪਿਆ ਬੇਬੇ ਆਪਣੀ ਸੰਸਥਾ 'ਚ ਤਾਂ। ਤੇ ਕਿੰਨੀਆਂ ਬੰਗਾਂ ਬੇਬੇ ਤੇਰੇ ਕੋਲੇ? ਕਿੰਨੀਆਂ? 5। ਵਾਹਿਗੁਰੂ। ਇਹ ਬੇਬੇ ਸੰਧਿਆ ਦੇਵੀ ਆ ਜੀ। ਤੁਸੀਂ ਦੇਖਿਆ ਉਹ ਸ਼ਾਇਦ ਬੇਬੇ ਦੀ ਵੀਡੀਓ ਨੂੰ। ਤੇ ਬਲਦੇਵ ਦੋਨੇ ਮਾਂ ਪੁੱਤ ਨੇ। ਇਹ ਕਿਵੇਂ ਕਮਰੇ ਦੇ ਵਿੱਚ ਬੰਦ ਜ਼ਿੰਦਗੀ ਕੱਟਣ ਨੂੰ ਮਜਬੂਰ ਸੀ। ਬੇਬੇ ਦੂਜੀ ਬੰਗ ਦਿਖਾਈ। ਉਧਰਲੀ ਬੰਗ ਕਿੱਥੇ ਆ? ਕਿਆ ਬੰਗ? ਮੰਗ ਹਾਂ ਇਧਰਲੀ ਬੰਗ ਕਿੱਥੇ ਗਈ? ਕਿੱਥੇ ਗਈ? ਹੈ ਨਹੀਂ ਹੈ ਨਹੀਂ। ਦਿਖਾ ਦਿਖਾ ਦਿਖਾ। ਦੇਤੀਆਂ ਇਹ ਆਰੇ ਹੈ ਨਹੀਂ। ਬੇਬੇ ਤੂੰ ਪਿੰਡ ਜਾਣਾ? ਆਹੋ ਕਿੱਥੇ? ਬੇਬੇ ਬਲਦੇਵ ਦਾ ਵਿਆਹ ਕਰ ਦਈਏ। ਇਹਦਾ ਵਿਆਹ ਕਰ ਦਈਏ।
ਕਰ ਦਈਏ ਚੱਲ ਠੀਕ ਆ ਫਿਰ ਤੂੰ ਤਿਆਰ ਹੋ ਜਾ ਪਾਣੀ ਬਾਰਨੇ ਕਰਨੇ ਤੂੰ ਨੂੰਹ ਆਉਣੀ ਹੈ ਤੇਰੇ ਘਰੇ ਨੂੰਹ ਆਉਣੀ ਹੈ ਤੇਰੇ ਘਰੇ ਸੱਚੀ ਦੱਸ ਕਰ ਦਈਏ ਵਿਆਹ ਦਾ ਕੰਮ ਕਰੂਗੀ ਓਏ ਕੰਮ ਕਿਉਂ ਨਹੀਂ ਕਰੂਗੀ ਆਪਾਂ ਗੱਲ ਕਰਾਂਗੇ ਥੋੜੀ ਦੂਰ ਕਰ ਲੈ ਥੋੜਾ ਦੂਰ ਹੋਇਆ ਪਿੱਛੇ ਨਹੀਂ ਕੰਮ ਤਾਂ ਬੇਬੇ ਕਰੂਗੀ ਓਏ ਕੰਮ ਕਾਹਤੋਂ ਨਹੀਂ ਕਰੂਗੀ ਪੜ੍ਹੀ ਲਿਖੀ ਲੈ ਲਈਏ ਪੜ੍ਹਨ ਲਿਖਣ ਵਾਲੀ ਕੁੜੀ ਨੌਕਰੀ ਕਰਦੀ ਹੋਵੇ ਨੌਕਰੀ ਕਰਦੀ ਹੋਵੇ ਨੌਕਰੀ ਹਾਂ ਬੈਂਕ 'ਚ ਲੱਗੀ ਹੋਵੇ ਬੈਂਕ 'ਚ ਹਾਂ ਹਾਂ ਪੈਸੇ ਦਿਆ ਕਰੂਗੀ ਤੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਆਪਾਂ ਉਦਾਂ ਹੀ ਗੱਲ ਕਰ ਲੈਂਦੇ ਕੁੜੀ ਵਾਲਿਆਂ ਨੇ ਭਾਈ ਇੰਨੇ ਪੈਸੇ ਸਾਡੀ ਬੇਬੇ ਨੂੰ ਸੰਧਿਆਂ ਨੂੰ ਚਾਹੀਦੇ ਆ ਹਾਂ ਬੱਲੇ ਦੱਸ ਲੱਭੀਏ ਕੁੜੀ ਫਿਰ ਹੈ ਬੇਬੇ ਕਹਿੰਦੀ ਵੀ ਕੋਈ ਕੁੜੀ ਹੋਵੇ ਜਿਹੜੀ ਕੰਮ ਕਰਦੀ ਹੋਵੇ ਲੱਭ ਲਈਏ ਫਿਰ ਕੁੜੀ ਕੋਈ ਹਾਂ ਬੇਬੇ ਆਹ ਸਿਆਲਾਂ 'ਚ ਕਰਦੀ ਹੈ ਵਿਆਹ ਇਹਦਾ ਸਿਆਲਾਂ 'ਚ ਕਰਦੀ ਹੈ ਵਿਆਹ ਸਿਆਲਾਂ 'ਚ ਹੈ ਕਰ ਦਈਏ ਚੱਲ ਠੀਕ ਆ ਬੇਬੇ ਇਹ ਮਾਂ ਪੁੱਤ ਨੇ ਦੋਨੋਂ ਜਾਣੀ ਕਿ ਜਿਹੜੀ ਜ਼ਿੰਦਗੀ ਇਹਨਾਂ ਨੂੰ ਜਿਉਣੀ ਆ ਵਾਹਿਗੁਰੂ ਕਿਸੇ ਨੂੰ ਨਾ ਜਿਉਣ ਦਾ ਮੌਕਾ ਬਖਸ਼ੇ ਇੱਦਾਂ ਦੇ ਹਾਲਾਤ ਨਾ ਦੇਖਣ ਦਾ ਮੌਕਾ ਬਖਸ਼ੇ ਕਿਸੇ ਨੂੰ ਵੀ ਵਾਹਿਗੁਰੂ ਇੱਦਾਂ ਦੇ ਹਾਲਾਤ 'ਚ ਨਾ ਬੰਦਾ ਰਵੇ ਜਿੱਦਾਂ ਦੇ ਹਾਲਾਤਾਂ 'ਚ ਮਾਤਾ ਸਾਨੂੰ ਇਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਜੀ ਕਦੇ ਦਿਨ 'ਚ ਕਿਤੇ ਬੇਬੇ ਵਾਂਗ ਖੁੱਲੀਆਂ ਗੱਲਾਂ ਕਰਾਂਗੇ ਇਹਨਾਂ ਮਾਂ ਪੁੱਤਾਂ ਦੇ ਨਾਲ ਵੀ ਅੱਜ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆ ਤੇ ਸ਼ਾਇਦ ਬਹੁਤ ਭੈਣ ਭਰਾ ਵਾ ਜਿਹੜੇ ਛੱਡ ਕੇ ਵੀ ਚਲੇ ਗਏ ਨੇ ਵੀਡੀਓ ਨੂੰ ਸ਼ਾਇਦ ਵੀ ਇੰਨੀ ਲੰਬੀ ਚਲੇਗੀ ਵੀਡੀਓ ਸਤਿ ਸ੍ਰੀ ਅਕਾਲ ਬਾਪੂ ਇਹ ਬਾਪੂ ਹਰਨੇਕ ਸਿੰਘ ਜੀ ਸੋਨੀ ਦੇ ਫਾਦਰ ਸਾਹਿਬ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਪੁੱਤ ਸੰਗਲਾਂ ਨਾਲ ਬੰਨਿਆ ਸੀ ਘਰੇ 6 ਸਾਲਾਂ ਤੋਂ ਘਰ ਵਾਲੀ ਬੇਬੇ ਸਾਡੀ ਸੋਨੀ ਦੀ ਮੰਮੀ ਬਾਪੂ ਦੇ ਘਰੋਂ ਲੋਕਾਂ ਦੇ ਘਰਾਂ ਭਾਂਡੇ ਮਾਂਜ ਕੇ ਰੋਟੀ ਦਾ ਇੰਤਜ਼ਾਮ ਕਰਦੀ ਸੀ ਤੇ ਬਾਪ ਵੀ ਮੈਂਟਲੀ ਠੀਕ ਨਹੀਂ ਸੀਗਾ ਇਹ ਵੀ ਬਾਪੂ ਠੀਕ ਨਹੀਂ ਸੀਗਾ ਵਿਚਾਰਾ ਸੋਰੀ ਨੂੰ ਅਸੀਂ ਲੈ ਆਏ 1.5 ਸਾਲ ਹੋ ਗਿਆ ਸਾਡੇ ਕੋਲ ਰਹਿੰਦੇ ਸੀ ਬਾਪੂ ਵਿਚਾਰਾ ਇਕੱਲਾ ਘਰੇ ਤੇ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਵਿਚਾਰੀ ਇਹਨੂੰ ਦਰੰਗ ਹੋ ਗਿਆ ਅੱਜ ਤੋਂ ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ ਕੋਈ ਪੈਸਾ ਨਹੀਂ ਇਲਾਜ ਲਈ ਘਰੇ ਹੀ ਲੈ ਕੇ ਬੈਠੇ ਰਹੇ ਉਵੇਂ ਸਾਨੂੰ ਪਤਾ ਲੱਗਿਆ ਦਾਖਲ ਕਰਾਇਆ ਹਸਪਤਾਲ 'ਚ 20-25 ਦਿਨ ਦਾਖਲ ਰਿਹਾ ਬਾਪੂ ਹੁਣ ਉੱਥੋਂ ਛੁੱਟੀ ਮਿਲ ਗਈ ਹੁਣ ਇੱਥੇ ਰੱਖਿਆ ਹੋਇਆ ਸੀ ਬਾਪੂ ਨੇ ਆਪਣੇ ਕੋਲੇ ਇਹਨਾਂ ਦਾ ਬੇਟਾ ਸੋਨੀ ਵੀ ਸਾਡੇ ਕੋਲ ਹੀ ਹੈ ਵੀਰ ਉਹਦੇ ਵੀ ਇਲਾਜ ਇੱਥੇ ਚੱਲਦਾ ਤੇ ਬਾਪੂ ਸੁਰਜੀਤ ਸਿੰਘ ਜੀ ਬੈਠੇ ਨੇ ਸਾਡੇ ਪ੍ਰਸ਼ਾਦੇ ਦੀ ਤਿਆਰੀ ਹੋਣ ਲੱਗ ਗਈ ਆ ਸੰਗਤ ਆ ਕੇ ਬੈਠਣਾ ਸ਼ੁਰੂ ਹੋ ਗਿਆ ਪ੍ਰਸ਼ਾਦੇ ਤੇ ਬਾਪੂ ਕੱਦੂ ਸਿੰਘ ਜੀ ਬਾਪੂ ਸਤਿ ਸ੍ਰੀ ਅਕਾਲ ਆਰਾਮ ਨਗਰ ਵਾਲੇ ਵੀਰ ਜਿਹੜੇ ਬਠਿੰਡੇ ਜ਼ਿਲ੍ਹੇ ਤੋਂ ਵੀਰ ਉਹਨਾਂ ਨੂੰ ਬੇਨਤੀ ਕਰਦੇ ਬਾਪੂ ਕੱਦੂ ਬਿਲਕੁਲ ਠੀਕ ਆ ਹੁਣ ਬਾਪੂ ਠੀਕ ਹੋ ਪਿੰਡ ਜਾਣਾ ਨਾ ਹੋਰ ਜਾਊਂਗਾ ਜੀ ਜਾਣਗਾ ਹੋਰ ਮੈਂ ਲੋਟੋਆ ਕੋ ਦਿਨ ਜੀ ਮੈਂ ਰਾਮ ਹੋਇਆ ਆ ਜਮਾ ਕੋਈ ਲਾਜੂ ਲੈ ਕੇ ਜਾਣਗੇ ਤੈਨੂੰ ਆਉਣਗੇ ਲੈਣ ਬੇਨਤੀ ਕਰਦੇ ਉਹਨਾਂ ਨੂੰ ਕਿ ਮੈਨੂੰ ਲੈ ਜਾਓ ਆ ਕੇ ਕੀ ਬੜੇ ਉਹ ਜੀ ਕਿ ਮੈਨੂੰ ਲੈ ਜਾਓ ਆ ਕੇ ਯਾਰ ਬਣਾਉਂਦੇ ਵਾਹ ਬਾਪੂ ਦੇ ਕੰਨ 'ਚ ਕੀੜੇ ਪਏ ਸੀਗੇ ਜੀ ਰੋਇਆ ਤੇ ਮੈਂ ਕਦਾ ਬੈਠਾ ਕਰਦਾ ਮੈਂ ਬਾਗਾ ਸੰਗਾਰ ਬਾਪੂ ਤਾਂ ਮੂੰਹ ਕਰੀ ਇਧਰ ਨੂੰ ਝਾਕੀ ਬਾਪੂ ਹੋਰ ਰਾਜੂ ਆਹ ਖਾ ਲਿਆ ਸੀਗਾ ਜੀ ਠੀਕ ਹੋ ਗਿਆ ਬਾਪੂ ਹਾਂਜੀ ਵਿਸ਼ਨੂੰ ਦਾਸ ਜੀ ਕਿੱਦਾਂ ਠੀਕ ਹੋ ਆ ਸਾਡਾ ਜਗਰੂਪ ਬਾਪੂ ਇਹਦਾ ਸਿਰ ਨਹੀਂ ਢੱਕਿਆ ਬਾਪੂ ਦਾ ਬਾਪੂ ਦੇ ਥੈਲੀ ਲੱਗੀ ਹੈ ਪੇਟ ਫਟਿਆ ਸੀ ਘਰ ਦੇ ਵਿੱਚ ਪਿਆ ਸੀ ਬਾਪੂ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ ਆ ਬਾਪੂ ਜਗਰੂਪ ਦੀ ਤੇ ਪੂਰਾ ਪੇਟ ਫਟਿਆ ਰਿਕਸ਼ੇ ਦੇ ਵਿੱਚ ਕੋਈ ਮੋਟਰਸਾਈਕਲ ਮਾਰ ਕੇ ਭੱਜ ਗਿਆ ਸੀ ਮੌਤ ਤੇ ਜ਼ਿੰਦਗੀ ਨਾਲ ਲੜ ਰਿਹਾ ਸੀ ਜਸਪਾਲ ਸਾਡਾ ਵੀਰ ਖੜਾ ਜੱਸੀ ਕਿਵੇਂ ਆ ਜੱਸੀ ਭੈਣ ਨੂੰ ਸਤਿ ਸ੍ਰੀ ਅਕਾਲ ਕਹਿ ਦੇ ਕਹਿ ਸਤਿ ਸ੍ਰੀ ਅਕਾਲ ਭੈਣੇ ਜੱਸੀ ਬੋਲ ਕੇ ਕਹਿ ਬੋਲ ਕੇ ਭੈਣ ਸਤਿ ਸ੍ਰੀ ਅਕਾਲ ਹਾਂ ਭੈਣੇ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ ਮਿਲਾਉਣੇ ਆ ਜੀ ਬਾਬੇ ਦਰਸ਼ਨ ਨਾਲ ਵੀ ਤੁਹਾਨੂੰ ਲੱਖੇ ਪਿੰਡ ਵਾਲੇ ਬਾਪੂ ਗੁਰਦਿੱਤ ਨਾਲ ਵੀ ਮਿਲਾਉਣੇ ਸਾਡੇ ਨਾਲ ਬਾਪੂ ਗੁਲਾਬ ਸਿੰਘ ਜਿਹਨਾਂ ਦੀ ਲੱਤ 'ਚ ਕੀੜੇ ਸੀਗੇ ਪਏ ਹੋਏ ਬਾਪੂ ਸਾਡਾ ਲੁੱਗੀ ਬਾਬਾ ਜੀ ਅੱਖਾਂ ਤੋਂ ਬਲਾਈਂਡ ਕਿੱਦਾਂ ਜ਼ਿੰਦਗੀ ਕੱਟ ਰਹੇ ਸੀਗੇ ਤੁਸੀਂ ਦੇਖਿਆ ਸਾਰਿਆਂ ਨੇ ਸਾਡਾ ਵੀਰ ਵਿਕਰਮ ਪਏ ਸੀ ਵੀਰ ਦੇ ਕਿਸੇ ਟਾਈਮ ਸਾਡੇ ਨਾਲ ਸੇਵਾ ਕਰਾਉਂਦਾ ਵੀਰ
ਤੇ ਬਾਲਾਂ ਦਾ ਸਟਾਈਲ ਤੋਂ ਤੁਹਾਨੂੰ ਪਤਾ ਲੱਗਦਾ ਕਿਵੇਂ ਕੱਢਿਆ ਸਾਈਡਾਂ ਤੋਂ ਦੀ ਬਾਈ ਸਾਡਾ ਪੂਰਾ ਹੀਰੋ ਹੈ ਵਿਕਰਮ ਮੁਖਤਾਰੀ ਸੇਵਾ ਟੀਮ ਦਾ ਮੈਂਬਰ ਆ ਜੀ। ਦੇਖੋ ਇਹਨੇ ਗੁੱਡ ਈਵਨਿੰਗ ਭੈਣ ਪਾਈ ਹੋਈ ਆ ਉਹ ਤੇ ਵਿੱਕੀ ਦੇ ਸਿਰ 'ਚ ਵਿੱਕੀ ਹੱਥ ਲਾਈ ਸਿਰ ਤੇ ਇੱਥੇ ਆ ਦੇਖੋ ਕਿੰਨਾ ਟੋਆ ਜੀ ਇੱਥੇ ਕੀੜੇ ਪੈ ਗਏ ਸੀ ਵੀਰ ਦੇ ਪਰ ਹੁਣ ਸਾਡੇ ਨਾਲ ਆ। ਲੁੱਗੀ ਬਾਬਾ ਜੀ ਕਿਵੇਂ ਹੋ? ਇਹਨਾਂ ਵਾਸਤੇ ਅਰਦਾਸ ਕਰਿਓ ਜੀ ਬਾਪੂ ਅੱਖਾਂ ਦੀ ਰੋਸ਼ਨੀ ਹੈ ਨਹੀਂ ਦੇਖ ਸਕਣ ਤੇ ਅੰਦਰ ਕੀਰਤਨ ਚੱਲਦਾ ਜੀ। ਕੀਰਤਨ ਦੀ ਵਿਸ਼ਾਲ ਹੋ ਰਹੀ ਹੈ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਹਨਾਂ ਦੀਆਂ ਰਸਮਾਂ ਗਾਈਆਂ ਜਾ ਰਹੀਆਂ ਤੇ ਜਿਹੜਾ ਵੀਰ ਕੀਰਤਨ ਕਰ ਰਿਹਾ ਭਾਈ ਰਤਨਦੀਪ ਸਿੰਘ ਜੀ ਕਿਸੇ ਟਾਈਮ ਬਹੁਤ ਮਾੜੀ ਹਾਲਤ ਸਾਨੂੰ ਮਿਲਿਆ ਸੀਗਾ ਪੈਰ ਤੇ ਜ਼ਖਮ ਹੋਇਆ ਸੀ ਬਹੁਤ ਵੱਡਾ ਅਸੰਧ ਤੋਂ ਲੈ ਕੇ ਆਏ ਸੀ ਬਾਲ ਕੱਟੇ ਹੋਏ ਸੀ ਦਾੜੀ ਕੱਟੀ ਹੋਈ ਸੀ ਗੰਦ ਚੱਕ ਕੇ ਰੂੜੀਆਂ ਤੋਂ ਖਾਣ ਲਈ ਮਜਬੂਰ ਸੀ ਵੀਰ ਤੇ ਪਰ ਪਹਿਲਾਂ ਕਿਸੇ ਟਾਈਮ ਕਥਾਵਾਚਕ ਸੀਗਾ ਕੀਰਤਨੀਆ ਸਿੰਘ ਸੀ ਪਰ ਸੜਕਾਂ ਤੇ ਰੁਲ ਗਿਆ ਸੀ ਪਿਛਲੇ 6-7 ਸਾਲਾਂ ਤੋਂ ਤਾਂ ਵਾਹਿਗੁਰੂ ਨੇ ਸਾਡੀ ਸੇਵਾ ਲਾਈ ਉੱਥੋਂ ਲੈ ਕੇ ਆਏ ਵੀਰ ਨੂੰ ਤੇ ਹੁਣ ਸਾਡੇ ਨਾਲ ਦੁਬਾਰਾ ਫੇਰ ਅਕਾਲ ਪੁਰਖ ਦੀ ਕਿਰਪਾ ਨਾਲ ਸੇਵਾ ਦੇ ਵਿੱਚ ਲੱਗਿਆ ਹੋਇਆ ਹਰ ਰੋਜ਼ ਸ਼ਾਮ ਨੂੰ ਕੀਰਤਨ ਕਰਦਾ। ਇੱਦਾਂ ਹੀ ਵੀਰ ਸਾਡੇ ਬਾਪੂ ਨਿਸ਼ਾਨ ਸਿੰਘ ਜੀ ਜਿਹੜੇ ਤੁਹਾਨੂੰ ਮਿਲਾਉਣੇ ਆ ਵਾਹਿਗੁਰੂ ਦੀ ਸੇਵਾ ਕਰਦੇ ਚੌਰ ਸਾਹਿਬ ਫੇਰਦੇ ਆ ਜਿਹੜੇ ਹੁਕਮਨਾਮਾ ਦਿੰਦੇ ਆ ਪਾਠ ਕਰਦੇ ਆ ਉਹਨਾਂ ਨੂੰ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਸੰਗਤ ਨੇ ਸਾਡੇ ਕੋਲ ਭੇਜਿਆ ਸੀ ਸਿਰ 'ਚ ਕੀੜੇ ਪਏ ਹੋਏ ਸੀ ਬਾਪੂ ਜੀ ਦੇ ਪਰਿਕਰਮਾ ਦੇ ਵਿੱਚ ਪਿਆ ਦੇ ਇੱਦਾਂ ਸਾਰੀ ਸੰਗਤ ਬਾਪੂ ਸਾਡੇ ਬਾਪੂ ਸਤਿ ਸ਼੍ਰੀ ਅਕਾਲ। ਕਿਉਂ ਰੋ ਰਹੇ ਹੋ? ਰੋ ਕਿਉਂ ਰਹੇ ਹੋ? ਅੱਖਾਂ ਜੰਜੂ ਕਾ ਦੋ ਬਾਪੂ ਲੱਤ ਠੀਕ ਹੋ ਜਾਏ ਰੋਣਾ ਰੋਣਾ ਠੀਕ ਹੋ ਜਾਏ ਕਰਦੇ ਆਪਾਂ ਠੀਕ ਹੋ ਜਾਣਾ ਤੂੰ ਬਾਪੂ ਉੱਥੇ ਲੈ ਕੇ ਬਾਹਰ ਬਿਠਾਈ ਬਾਪੂ ਨੂੰ 2 ਮਿੰਟ ਕੁਛ ਨਹੀਂ ਪਤਾ ਦੁਨੀਆਦਾਰੀ ਦਾ प्रभु जियो पिंड खा दिया जिसकी पाओ भगत नहीं साथी गोविंद हम ऐसे अपराधी जय पर कथा होते हर संतन एक निमुख न की जय कर कथा होत हर संतन एक निमक न पीनो मैं तेरा जिन प्रभु की ओ पीन धारिया जिन प्रभु की ओ पीन धारिया इसकी पाओ भगत नहीं खाती गोविंद हम ऐसे अपराधी गोविंद हम ऐसे ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਪੂ ਜੀ। ਬਾਪੂ ਜੀ ਬੈਠ ਕੇ ਉੱਥੇ ਚੌਕੜੇ ਮਾਰ ਕੇ ਬੈਠ ਜਾਓ। ਲੋਰੀਆਨਾ ਭੈਣ ਅਰਦਾਸ ਹੋਣ ਲੱਗੀ ਆ ਚਲੋ ਸਾਰੇ ਜਾਣੇ ਅੰਦਰ ਥੋੜੇ ਟਾਈਮ ਚ ਅਰਦਾਸ ਹੋਣੀ ਆ ਸ਼ੋਕ ਥੋੜੇ ਟਾਈਮ ਚ ਅਰਦਾਸ ਹੋਣੀ ਆ ਸਿਰ ਤੇ ਬੰਨ੍ਹਣਾ ਦੁਪੱਟਾ ਪੁੱਤ ਵੀਰੇ ਅੰਦਰ ਜਾਣਾ ਪਰ ਅਰਦਾਸ ਹੋਣੀ ਆ। ਗੁਰਪ੍ਰੀਤ ਕਿੱਦਾਂ? ਠੀਕ ਆ ਬਾਈ। ਉਹ ਵਾਹ ਵੀ ਵਾਹ। ਗੁਰਪ੍ਰੀਤ ਕਿੱਦਾਂ? ਇਹ ਮੇਰੀ ਟੀ-ਸ਼ਰਟ ਕਿੱਦਾਂ ਦੇ ਰੰਗ ਦੀ ਪਾਈ ਆ? ਤੁਹਾਡੇ ਨੀਲੇ ਰੰਗ ਦੀ ਪਾਈ। ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ। ਸਾਡਾ ਛੋਟਾ ਵੀਰ ਆ ਜੀ ਗੁਰਪ੍ਰੀਤ ਵੀਰ ਜਿਹੜੀਆਂ ਤੁਹਾਡੀਆਂ ਅਰਦਾਸਾਂ ਦੇ ਦੁਆਵਾਂ ਦੇ ਨਾਲ ਰੰਗਲੀ ਦੁਨੀਆ ਦੇ ਰੰਗ ਦੇਖਣ ਦੇ ਕਾਬਲ ਹੋ ਗਿਆ ਵੀ
ਬਹੁਤ ਕਿਰਪਾ ਹੋਈ ਆ ਵਾਹਿਗੁਰੂ ਦੀ ਇਸ ਵੀਰ ਤੇ, ਜਿਹੜੀ ਇਹਦੀ ਅੱਖਾਂ ਦੀ ਰੋਸ਼ਨੀ ਆ ਗਈ ਆ, ਜਿਹੜਾ ਕਿ ਡਾਕਟਰ ਜਵਾਬ ਦੇ ਚੁੱਕੇ ਸੀ ਇੱਕ ਟਾਈਮ, ਪਰ ਉਹਦੀ ਲੀਲਾ ਨਿਆਰੀ ਆ। ਹਾਂਜੀ ਬੇਬੇ, ਹਾਂਜੀ ਹਾਂਜੀ। ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਨਾ ਪੁਰਤਵਾਨ ਸੀ ਕੱਲ ਨੂੰ ਤੋੜ ਦੀ ਇੱਥੇ। ਠੀਕ ਹੈ ਬੇਬੇ, ਕੋਈ ਨਾ ਭੇਜ ਦੂੰਗਾ ਬੇਬੇ। ਇਹ ਮਾਰ ਵੀ ਭਾਈ ਕੋਈ ਲੈ ਕੇ ਜਾਵੇ ਬੇਬੇ, ਤੈਨੂੰ ਤਾਂ ਹੀ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਤੁਹਾਡਾ ਬੇਟਾ ਆ ਜਾਵੇ, ਤੁਹਾਨੂੰ ਲੈ ਜਾਵੇ, ਤੁਹਾਡੀਆਂ ਬੇਟੀਆਂ ਆ ਜਾਣ, ਪੜਾਉਂਦੀਆਂ ਪ੍ਰੋਫੈਸਰ ਨੇ, ਲੈਕਚਰਾਰ ਲੱਗੀਆਂ ਤੁਹਾਡੀਆਂ ਬੇਟੀਆਂ। ਹਾਂਜੀ। ਉਹ ਛੇੜਨਾ ਵੀਰੇ, ਛੇੜਨਾ, ਸ਼ੋਕ ਨਹੀਂ, ਬੋਲਣਾ ਨਹੀਂ, ਬੋਲਣਾ ਨਹੀਂ ਕੋਈ। ਵੱਡੀ ਪਟਿਆਲੇ ਕੋਠੀਆਂ ਪ੍ਰਤਪਾਲ ਪ੍ਰਾਹੁਣੇ ਦਾ ਨਾਂ, ਤੇ ਉਹਨੇ 2-3 ਵਾਰੀ ਕਿਹਾ ਸੀ ਵੀ ਨਾ ਛੇੜ, ਰਹਿਣ ਦੇ। ਨੰਬਰ ਵੀ ਦੱਸਿਆ ਸੀ ਵੀ ਤੁਸੀਂ ਆ ਜਾਓ। ਰੂਮੀ ਪੁੱਛੋ ਵੀ ਸਾਰੇ ਪ੍ਰਾਹੁਣੇ ਸਾਰੇ ਮਿਲੇ ਆਏ ਸੀਗੇ। ਹੁਣ ਇਹ ਫਿਰਦਾ ਮੈਥੋਂ ਝੂਠੀ ਮੱਖ ਸਾਈਨ ਕਰਾਉਣ। ਕੋਈ ਨਾ ਬੇਬੇ, ਆਪਾਂ ਸਾਰਾ ਕੁਝ ਕਰ ਲਾਂਗੇ ਸੈੱਟ, ਟੈਨਸ਼ਨ ਨਾ ਲਓ। ਆਪਾਂ ਚੱਲਾਂਗੇ, ਗੱਲ ਕਰਕੇ ਆਵਾਂਗੇ ਜਾ ਕੇ, ਟੈਨਸ਼ਨ ਨਾ ਲਓ। ਇੰਨੀਆਂ ਕੀ ਬੇਨਤੀਆਂ ਸੀ ਜੀ, ਇੰਨੀਆਂ ਕੀ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। 6:16 ਹੋ ਗਿਆ ਜੀ, 4 ਤਰੀਕ 12ਵਾਂ ਮਹੀਨਾ ਜੀ। ਪ੍ਰਸ਼ਾਦੇ ਦੀ ਸੇਵਾ ਜਿਹੜੀ ਚੱਲੀ ਜਾ ਰਹੀ ਹੈ, ਪ੍ਰਸ਼ਾਦਾ ਤਿਆਰ ਹੋ ਰਿਹਾ ਵਾ, ਲੰਗਰ ਦੀ ਸੇਵਾ ਚੱਲ ਰਹੀ ਆ। ਸੰਗਤ ਸਾਡੇ ਵੀਰ ਸੇਵਾਦਾਰ ਸਾਡੇ ਲੱਗੇ ਹੋਏ ਨੇ ਪ੍ਰਸ਼ਾਦਾ ਤਿਆਰ ਕਰਨ। ਇੱਧਰ ਦੇਰ ਰਾਤ ਹੋ ਗਈ ਆ, ਪਰ ਕੱਪੜਿਆਂ ਦੀ ਧੋਣ ਦੀ ਸੇਵਾ ਚੱਲੀ ਜਾਂਦੀ ਆ। ਤੇ ਇੱਥੇ ਮਸ਼ੀਨਾਂ ਛੋਟੀਆਂ ਵਾ ਖਰਾਬ ਹੋ ਗਈਆਂ ਸੀ, ਅੱਜ ਫੇਰ ਇੱਕ ਹੋਰ ਨਵੀਂ ਮਸ਼ੀਨ ਖੋਲੀ ਹੈ। ਪਹਿਲਾਂ 2 ਮਸ਼ੀਨਾਂ ਮੱਚ ਗਈਆਂ ਪਰਸੋਂ, ਉਹਦੇ ਕਰਕੇ ਕੱਪੜੇ ਬਹੁਤ ਜ਼ਿਆਦਾ ਇਕੱਠੇ ਹੋ ਗਏ। ਤੇ ਵੀਰ ਸਾਡੇ ਸੇਵਾ ਤੇ ਲੱਗੇ ਹੋਏ ਆ ਕੱਪੜਿਆਂ ਦੀ। ਤੇ ਲੱਖੇ ਕਿੰਨੇ ਕੁ ਧੋਤੇ ਗਏ ਕੱਪੜੇ? ਕੱਪੜੇ ਜੀ ਅੱਜ ਪਾਉਣ ਦੇ ਧੋਤੇ ਅੱਜ ਜੀ, ਸਵੇਰੇ ਪਾਉਣ ਨਾ। ਜਿਹੜੇ ਸਵੇਰੇ ਪਾਉਣ ਵਾਲੇ ਹੋ ਗਏ ਤਿਆਰ ਸਾਰੇ? ਕੰਬਲ ਹੋ ਗਏ ਸਾਡੇ ਪਛਾਉਣ ਵਾਲੇ। ਤੇ ਬੇਨਤੀ ਆ, ਅੱਗੋਂ ਜਿਵੇਂ ਹਸਨਪੁਰ ਬਿਲਡਿੰਗ ਬਣ ਰਹੀ ਹੈ, ਕਿ ਵੀਰ ਜਾਂ ਭੈਣ ਕੋਈ ਇਦਾਂ ਦੀ ਸੇਵਾ ਕਰਾ ਸਕਦਾ, ਵੱਡੀਆਂ ਮਸ਼ੀਨਾਂ ਜਿਹੜੀਆਂ ਕੱਪੜੇ ਧੋਣ ਵਾਲੀਆਂ ਜਾਂ ਡਰਾਇਰ ਲੱਗ ਜਾਣ, ਜਿੱਥੇ ਕੱਪੜੇ ਰੋਜ਼ 200 ਬੰਦੇ ਦਾ ਕਰੀਬ ਕੱਪੜਾ ਧੋਤਾ ਜਾਂਦਾ, ਵੀ ਉਹਦੇ 'ਚ ਸੌਖਾ ਹੋ ਜਾਵੇ ਸਾਨੂੰ। ਬਿਸਤਰੇ ਗੰਦੇ ਹੁੰਦੇ ਆ ਬਹੁਤ, ਤੇ ਇੱਥੇ ਤਾਂ ਸਾਡੇ ਕੋਈ ਜਗ੍ਹਾ ਹੈ ਨਹੀਂ ਸੀ, ਇਸ ਕਰਕੇ ਅਸੀਂ ਛੋਟੀਆਂ ਮਸ਼ੀਨਾਂ ਨਾਲ ਹੀ ਸਾਰ ਰਹੇ ਹਾਂ। ਤੇ ਅਕਾਲ ਪੁਰਖ ਕਿਰਪਾ ਕਰਨ ਸਾਨੂੰ, ਅਸੀਂ ਛੇਤੀ ਉੱਥੇ ਇੱਕ ਸੋਹਣਾ ਜਿਹਾ ਸੁਪਨਿਆਂ ਦਾ ਘਰ ਬਣਾ ਸਕੀਏ। ਤੇ ਅੱਗੇ ਆ ਸਬਜ਼ੀਆਂ ਵਗੈਰਾ ਕੱਟਣ ਲਈ ਸਾਡਾ ਤੰਬੂ ਲੱਗਿਆ ਹੋਇਆ, ਸੌਣ ਲਈ ਟੈਂਟ ਬੰਦੇ ਲੱਗੇ ਹੋਏ ਆ। ਪਾਣੀ ਜਿਹੜਾ ਅਸੀਂ ਉੱਥੋਂ ਫਿਲਟਰ ਦਾ ਭਰ ਕੇ ਲੈ ਕੇ ਆਉਂਦੇ ਆ, ਆਰਓ ਸਿਸਟਮ ਤੋਂ, ਉਹਦੀਆਂ ਬੋਤਲਾਂ ਪਈਆਂ। ਇੱਧਰ ਭਾਂਡਿਆਂ ਦੀ ਸੇਵਾ ਹੁੰਦੀ ਆ, ਭਾਂਡੇ ਬਰਤਨਾਂ ਦੀ ਸੇਵਾ, ਧੋਣ ਦੀ ਸੇਵਾ ਲੱਗੀ ਹੋਈ ਆ। ਵਿਕਰਮ ਸਾਡਾ ਵੀਰ ਛੁੱਟੀ ਲਈ ਖੜਾ, ਰਾਤ ਨੂੰ ਇੱਧਰਲੇ ਪਾਸੇ ਦੀ ਕੋਈ ਬੰਦਾ ਨਾ ਚਲੇ ਜਾਵੇ, ਇੱਧਰ ਨੂੰ ਉਹਦਾ ਖਿਆਲ ਰੱਖਦਾ ਵੀਰ ਸਾਡਾ ਇਹ। ਇੱਥੇ ਬਰਤਨਾਂ ਦੀ ਸੇਵਾ, ਹੁਣ ਜਿਵੇਂ ਜਿਵੇਂ ਪ੍ਰਸ਼ਾਦਾ ਛਕਣਾ ਸਾਰਿਆਂ ਦੇ ਬਰਤਨ ਧੋਤੇ ਜਾਣਗੇ। ਤੇ ਇਦਾਂ ਹੀ ਯਾਨੀ ਕਿ ਇੱਕ ਨਿਰੰਤਰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਰਚਿਆ ਹੋਇਆ ਇਹ ਇੱਕ ਛੋਟਾ ਜਿਹਾ ਜਿਹੜਾ ਨਮੂਨਾ ਤੁਹਾਨੂੰ ਦਿਖਾਇਆ, ਉਸ ਚੀਜ਼ ਦਾ ਇੱਕ ਛੋਟਾ ਜਿਹਾ ਸੱਚੇ ਪਾਤਸ਼ਾਹ ਦਾ ਰਚਿਆ ਹੋਇਆ ਇੱਕ ਕਹਿ ਲਈਏ ਕੌਤਕ, ਜਿਹਦੇ ਵਿੱਚ ਅਸੀਂ ਸਾਰੇ ਕਿਰਦਾਰ ਹਾਂ, ਅਸੀਂ ਸੇਵਾ ਕਰ ਰਹੇ ਹਾਂ। ਆਪਦੇ ਜਾਣੀ ਤਾਂ ਅਸੀਂ ਇਹੀ ਕਰਦੇ ਹਾਂ, ਪਰ ਕੜਾ ਵਾਹਿਗੁਰੂ ਰਿਹਾ ਸਾਡੇ ਸਰੀਰਾਂ ਤੋਂ ਸੇਵਾ ਲੈ ਰਹੇ ਨੇ। ਸਾਡੀ ਔਕਾਤ ਨਹੀਂ ਸੀ ਇੰਨੀ, ਸਾਡੀ ਸੋਚ ਨਹੀਂ ਸੀ ਐਡੀ ਜਿੱਡੀ ਵਾਹਿਗੁਰੂ ਨੇ ਬਣਾਤੀ, ਜਿੱਡੀ ਵਾਹਿਗੁਰੂ ਨੇ ਔਕਾਤ ਕਰਤੀ। ਹੁਣ ਹਸਨਪੁਰ ਪਿੰਡ ਆ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ, ਫਿਰੋਜ਼ਪੁਰ ਰੋਡ ਦੇ ਉੱਪਰ ਮੁੱਲਾਪੁਰ ਤੇ ਲੁਧਿਆਣੇ ਦੇ ਵਿਚਾਲੇ, ਲੁਧਿਆਣੇ ਸ਼ਹਿਰ ਤੋਂ ਸਿਰਫ 5-6 ਕਿਲੋਮੀਟਰ ਦੂਰ ਆ। ਉੱਥੇ ਅਸੀਂ ਇੱਕ ਸੁਪਨਿਆਂ ਦਾ ਘਰ ਬਣਾ ਰਹੇ ਹਾਂ ਜੀ। ਸਾਡੀ ਜ਼ਮੀਨ ਸੀਗੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਹੋਈ, ਸਾਡੇ ਖਾਨਦਾਨ ਨੂੰ 1.5 ਕਿੱਲਾ ਜ਼ਮੀਨ ਸੀ ਸਾਡੀ ਜੱਦੀ, ਤੇ ਉਸ ਜ਼ਮੀਨ ਦੇ ਵਿੱਚ ਉਹ ਜ਼ਮੀਨ ਅਸੀਂ ਸੰਸਥਾ ਦੇ ਨਾਂ ਤੇ ਡੋਨੇਟ ਕੀਤੀ ਆ, ਸੰਸਥਾ ਦੇ ਨਾਂ ਤੇ ਦਾਨ ਕੀਤੀ ਆ, ਕਿਉਂਕਿ ਉਹਦੀ ਵੀ ਸੀ, ਉਹਨੂੰ ਹੀ ਦਿੱਤੀ ਆ। ਦਾਨ ਤਾਂ ਅਸੀਂ ਕਰਨ ਵਾਲੇ ਕੌਣ ਨਾ, ਸਾਡੀ ਇੰਨੀ ਔਕਾਤ ਨਹੀਂ ਨਾ ਹੈਸੀਅਤ ਸੀਗੀ। ਤੇ ਉਹਦੇ ਵਿੱਚ ਅਸੀਂ ਬਿਲਡਿੰਗ ਬਣਾਉਣ ਜਾ ਰਹੇ ਹਾਂ। ਮੇਰੇ 2 ਛੋਟੇ ਬ੍ਰਦਰ ਤੇ ਮੇਰੇ ਮਦਰ ਸਾਰੇ ਸਹਿਮਤ ਹੋ ਕੇ ਉਸ ਜ਼ਮੀਨ ਨੂੰ ਅਸੀਂ ਇਸ ਕਾਰਜ ਦੇ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਉਪਰਾਲਾ ਵਾਹਿਗੁਰੂ ਦਾ ਕੀਤਾ ਹੋਇਆ, ਸੋਚ ਉਹਨਾਂ ਦੀ ਦਿੱਤੀ ਹੋਈ ਆ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਨਾਮ ਵੀ ਉਹਨਾਂ ਦਾ ਦਿੱਤਾ ਹੋਇਆ, ਉਹਨਾਂ ਦੀ ਛਤਰ ਛਾਇਆ ਹੇਠ ਇਹ ਸੇਵਾ ਚੱਲ ਰਹੀ ਹੈ। ਜੇ ਕਿਤੇ ਕਿਸੇ ਵੀਰ ਨੂੰ ਜਾਂ ਭੈਣ ਨੂੰ ਗਲਤ ਲੱਗਿਆ ਹੋਵੇ, ਕੁਛ ਕਿਸੇ ਨਾਰਾਜ਼ਗੀ ਹੋਵੇ, ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ, ਪਲੀਜ਼ ਮਾਫ਼ ਕਰਿਓ। ਆਪਦਾ ਬੱਚਾ ਸਮਝ ਕੇ, ਆਪਦਾ ਛੋਟਾ ਭਰਾ ਸਮਝ ਕੇ, ਆਪਣਾ ਵੱਡਾ ਭਰਾ ਸਮਝ ਕੇ ਰਿਸ਼ਤਾ ਕੋਈ ਵੀ ਮੰਨ ਲਓ, ਮੰਨਣ ਦਾ ਮਾਫ਼ ਕਰ ਦਿਓ ਜੇ ਕੋਈ ਗਲਤੀ ਹੋਈ ਹੋਵੇ। ਪਰ ਜੋ ਵੀ ਕਿਹਾ, ਜੋ ਵੀ ਸੁਣਾਇਆ, ਜੋ ਵੀ ਦਿਖਾਇਆ, ਦਿਲੋਂ ਜੋ ਵੀ ਸੋਚਦੇ ਹਾਂ, ਜੋ ਵੀ ਕਰਦੇ ਹਾਂ, ਜੋ ਵੀ ਕਰਾਂਗੇ ਦਿਲੋਂ ਕਰਾਂਗੇ, ਕਿਉਂਕਿ ਦਿਲੋਂ ਕੀਤੀ ਗੱਲ ਕਦੇ ਗਲਤ ਨਹੀਂ ਹੁੰਦੀ, ਦਿਲੋਂ ਸੋਚੀ ਹੋਈ ਸੋਚ ਕਦੇ ਗਲਤ ਨਹੀਂ ਹੁੰਦੀ। ਜਦੋਂ ਇਨਸਾਨ ਦਿਮਾਗ ਤੋਂ ਕੰਮ ਲੈਣ ਲੱਗਦਾ, ਜਦੋਂ ਕਹਿੰਦਾ ਮੈਂ ਕਰ ਰਿਹਾ ਮੈਂ, ਤਾਂ ਉਦੋਂ ਬੰਦੇ 'ਚ ਪ੍ਰੋਬਲਮ ਆਉਂਦੀ ਆ। ਅਸੀਂ ਕਰ ਨਹੀਂ ਰਹੇ, ਹੋ ਰਿਹਾ, ਬਸ ਅਸੀਂ ਉਹਦੇ ਵਿੱਚ ਵਿਚਰ ਰਹੇ ਹਾਂ।
ਇਹ ਸਭ ਇੱਥੇ ਜੋ ਦੇਖ ਰਹੇ ਹੋ ਤੁਸੀਂ, ਪ੍ਰਸ਼ਾਦੇ ਤਿਆਰ ਹੁੰਦੇ, ਸੇਵਾ ਚੱਲਦੀ, ਸਭ ਇਹ ਹੋ ਰਿਹਾ। ਕਰ ਕੌਣ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਅਕਾਲ ਪੁਰਖ ਵਾਹਿਗੁਰੂ। ਤੇ ਬਸ ਇਸ ਕਾਰਜ ਦੇ ਵਿੱਚ ਅਸੀਂ ਕਿਰਦਾਰ ਬਣੇ ਹੋਏ ਆ, ਇਹ ਸੇਵਾਦਾਰ ਬਣੇ ਹੋਏ ਆ। ਇੱਦਾਂ ਹੀ ਸੇਵਾ ਕਰਦੇ ਰਹੀਏ, ਚੌਂਕੀਦਾਰਾ ਕਰਦੇ ਰਹੀਏ, ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਲੈਂਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।